ਸਵਾਗਤ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਐਤਵਾਰ ਦਾ ਦਿਨ ਹੁੰਦਾ ਹੈ ਤੇ ਇਸ ਦਿਨ ਪੰਨੂ ਸਾਹਿਬ ਆਪਣੇ ਨਾਲ ਹੁੰਦੇ ਨੇ ਤੇ ਆਪਾਂ ਤਕਨੀਕ ਦੇ ਮਾਧਿਅਮ ਰਾਹੀਂ ਉਹਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ ਤੇ। ਜੀ ਸ਼ੁਕਰੀਆ ਜੀ ਗੁਰਪ੍ਰੀਤ ਜੀ ਸੰਧਾਵਾਲੀਆ ਜੀ, ਬਹੁਤ ਬਹੁਤ ਮਿਹਰਬਾਨੀ। ਅੱਛਾ, ਇਹ ਗੱਲ ਇਹ ਆ ਕਿ ਵੀ ਬਾਕੀ ਤੇ ਚਲੋ ਆਪਣੀਆਂ ਚੱਲਦੀਆਂ ਰਹਿੰਦੀਆਂ, ਇੱਕ ਜਿਹੜੀ ਮੇਰੇ ਦਿਮਾਗ ਦੇ ਵਿੱਚ ਆਉਂਦੀ ਸੀ ਵਾਰ-ਵਾਰ ਗੱਲ, ਉਹ ਕਹਿੰਦੇ ਵੀ ਜਿਹੜਾ ਬੰਦਾ ਉਹ ਬਾਂਦਰ ਤੋਂ ਬਣਿਆ, ਪਰ ਇੱਧਰ ਆ ਕੇ ਮੈਨੂੰ ਕਈ ਵਾਰ ਇਹ ਸੁਣਨ ਨੂੰ ਗੱਲ ਮਿਲਦੀ ਹੈ ਵੀ ਯਾਰ ਇਹ ਹੋ ਸਕਦਾ ਇਕੱਲੇ ਇੰਡੀਆ ਵਾਲੇ ਬਾਂਦਰ ਤੋਂ ਬਣੇ ਹੋਣ, ਇੱਧਰ ਵਾਲੇ ਤੇ ਸ਼ੁਰੂ ਤੋਂ ਬੰਦੇ ਸੀ। ਇਹ ਗੱਲ ਨਾਲ ਤੁਸੀਂ ਕਿੰਨੇ ਕੁ ਸਹਿਮਤ ਆ? ਪਤਾ ਨਹੀਂ ਗਾ, ਇੱਥੇ ਕਈਆਂ ਨੂੰ ਪੁੱਛੋ ਤੇ ਉਹ ਕਹਿੰਦੇ ਆ ਕਿ ਇਹੋ ਜਿਹੀ ਕੋਈ ਥਿਊਰੀ ਹੈ ਨਹੀਂ। ਇੱਕ ਤੇ ਬ੍ਰਹਮਾ ਸੀ, ਉਹਦੇ ਮਨ 'ਚ ਖਿਆਲ ਆਇਆ ਕਿ ਸ੍ਰਿਸ਼ਟੀ ਪੈਦਾ ਕਰਨੀ ਆ, ਉਹਨੇ ਹੌਲੀ ਹੌਲੀ ਫਿਰ ਆਪਣੇ ਆਪ ਹੀ ਪੈਦਾ ਕੀਤੇ। ਉੱਥੇ ਵੀ ਕਈ ਇੱਦਾਂ ਦੇ ਹੈਗੇ ਆ ਜਿਹੜੇ ਕਹਿੰਦੇ ਆਦਮ ਤੇ ਹਵਾ, ਬਸ ਉਹ ਆਦਮ ਤੇ ਈਵ ਦੋਵੇਂ ਗਏ ਸੀ। ਜੇ ਇਹ ਸਾਰਾ ਪੁਆੜਾ ਇਹ ਸੇਬਾਂ ਤੋਂ ਪਿਆ, ਉਹ ਬਾਗ ਚਲੇ ਗਏ, ਸੇਬ ਖਾਧਾ ਤੇ ਜੇ ਉਹ ਸੇਬ ਨਾ ਹੁੰਦਾ, ਸੇਬਾਂ ਦਾ ਬਾਗ ਨਾ ਹੁੰਦਾ ਤੇ ਆ ਹੁਣ ਤੱਕ ਜਿਹੜੇ ਆ ਵਟਸਐਪ ਤੇ ਟਵਿੱਟਰ ਚੱਲਦੇ ਇਹ ਵੀ ਨਹੀਂ ਹੋਣੇ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਆਦਮ ਤੇ ਈਵ ਜਿਹੜੇ ਬਾਗ 'ਚ ਗਏ ਜਿੱਥੇ ਉਹਨਾਂ ਨੂੰ ਸੇਬ ਮਿਲਿਆ, ਉਹ ਜਦੋਂ ਅਜੇ ਬੰਦੇ ਨਹੀਂ ਪੈਦਾ ਹੋਏ ਤੇ ਉਹ ਬਾਗ ਕਿਹਨੇ ਲਾਇਆ ਸੀ? ਜੀ ਇਹ ਵੀ ਗੱਲ ਹੈਗੀ। ਇਹ ਸਵਾਲ ਬੜਾ ਔਖਾ ਕਈ ਇਹਦੇ ਨਾਲ ਜੁੜਦਾ ਇੱਕ ਸਵਾਲ ਨਾ ਬੜੀ ਵਾਰ ਪੁੱਛਿਆ ਗਿਆ, ਕਹਿੰਦੇ ਜੀ ਪਹਿਲਾਂ ਆਂਡਾ ਬਣਿਆ ਸੀ ਕਿ ਪਹਿਲਾਂ ਮੁਰਗੀ ਬਣੀ ਸੀ? ਮੈਂ ਕਿਹਾ ਜੀ ਬਣਾਉਣ ਵਾਲਿਆਂ ਨੂੰ ਪੁੱਛੋ, ਦੋਵੇਂ ਇਕੱਠੀਆਂ ਇੱਕੋ ਭਾਂਡੇ 'ਚ ਹੀ ਬਣਾ ਦਿੰਦੇ ਆ। ਆਹੋ, ਇਹ ਵੀ ਕਹਿ ਸਕਦਾ ਅਗਲਾ ਕਿ ਪਹਿਲਾਂ ਨਾਲ 2 ਆਂਡੇ ਬਣਾ ਲਾ ਤੇ ਬਾਅਦ ਚ ਮੁਰਗੀ ਬਣਾ ਲਈ ਹੈ। ਅੱਛਾ, ਫਿਰ ਸਾਂਝੀ ਭੁਰਜੀ ਬਣ ਜਾਊਗਾ, ਮੁਰਗੀ ਨਹੀਂ ਬਣੂਗੀ। ਅੱਛਾ, ਖਬਰਾਂ ਵਾਲੇ ਪਾਸੇ ਮੈਂ ਆਵਾਂ ਪੰਨੂ ਸਾਹਿਬ, ਫਿਰ ਕਹਿਣ ਵਾਲੇ ਕਹਿ ਦਿੰਦੇ ਪਰਿਵਾਰ ਦੇ ਮੈਂਬਰ ਵੀ ਤੁਸੀਂ ਆਪਣੀਆਂ ਮਾਰਨ ਲੱਗ ਜਾਂਦੇ ਹੋ। ਤੇ ਗੱਲ ਇਹ ਆ ਕਿ ਨਵੇਂ ਤੱਤੇ ਪ੍ਰਧਾਨ ਬਣੇ ਨੇ ਜੀ ਪੰਜਾਬ ਕਾਂਗਰਸ ਦੇ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ, ਤੇ ਜਿੱਦਣ ਉਹਨਾਂ ਦੀ ਤਾਜਪੋਸ਼ੀ ਹੋਈ ਆ ਉਸ ਦਿਨ ਤੇ ਚਲੋ ਕਹਿੰਦੇ ਕਿ ਬਹੁਤ ਜ਼ੋਰਦਾਰ ਉਹਨਾਂ ਦੀ ਸਪੀਚ ਸੀ, ਸਾਰਿਆਂ ਨੂੰ ਇਦਾਂ ਲੱਗਿਆ ਵੀ ਕਾਂਗਰਸ ਪਾਰਟੀ 'ਚ એનર્ਜੀ ਆ ਗਈ। ਪਰ ਉਸ ਤੋਂ ਬਾਅਦ ਜਿਹੜੀਆਂ ਵੀਡੀਓਜ਼ ਬਾਹਰ ਆ ਰਹੀਆਂ ਨੇ, ਕਿਤੇ ਕੋਈ ਥੁੱਕ ਲਾਉਣ ਦੀ ਗੱਲ ਕਰੀ ਜਾਂਦਾ, ਕਿਤੇ ਕੋਈ ਉਹ ਵਰਿੰਦਰ ਢਿੱਲੋਂ ਹੋਰਾਂ ਦੀ ਅੱਖ ਦੀ ਗੱਲ ਕਰੀ ਜਾਂਦਾ। ਇਹਨਾਂ ਘਟਨਾਵਾਂ ਨੂੰ ਬਾਅਦ ਦੇ ਵਿੱਚ ਬਰੀਕੀਆਂ 'ਚ ਜਿਹੜੇ ਲੋਕ ਪਏ ਨੇ, ਉਹਨਾਂ ਨੇ ਜਿਹੜੇ ਤੱਤ ਕੱਢੇ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਭਾਵੇਂ ਚੰਗਾ ਲੱਗੇ ਤੇ ਭਾਵੇਂ ਬੁਰਾ ਲੱਗੇ, ਜੀ ਮੈਂ ਇਹ ਸਲਾਹ ਦੂੰਗਾ ਕਿ ਥੋੜਾ ਜਿਹਾ ਹੁਣ ਸਿਆਣਾ ਹੋਣ ਦੀ ਲੋੜ ਹੈ। ਜ਼ਿੰਮੇਵਾਰੀ ਦਾ ਤਕਾਜ਼ਾ ਹੈ, ਕਾਂਗਰਸ ਦਾ ਪ੍ਰਧਾਨ ਬਣ ਗਿਆ ਪੰਜਾਬ ਦਾ। ਉਹ ਥੁੱਕ ਲਾਉਣ ਵਾਲੀ ਗੱਲ ਵੀ ਸਾਊ ਲੋਕਾਂ ਨੇ ਚੰਗੀ ਨਹੀਂ ਸਮਝੀ। ਜਿਵੇਂ ਉੱਠਣ ਲੱਗਿਆ ਸਿਕਸਰ ਮਾਰਿਆ, ਇਹਦੇ ਸਾਹਮਣੇ ਇਦਾਂ ਲੱਗਦਾ ਜਿਵੇਂ ਉਹ ਕਪਿਲ ਸ਼ਰਮਾ ਦੇ ਸ਼ੋਅ ਵਾਲੀ ਨੌਜਵਾਨਾਂ ਦੀ ਆਡੀਅנס ਆ ਕਿ ਉਹਨਾਂ ਨੂੰ ਪ੍ਰਭਾਵਿਤ ਕਰਨਾ। ਬਹੁਤ ਸਾਰੇ ਲੋਕ ਹੋਰ ਨੇ ਜਿਹੜੇ ਹੋਰ ਤਰ੍ਹਾਂ ਸੋਚਦੇ ਆ। ਜਿਹੜਾ ਸਪੀਚ ਦੇ ਵਿੱਚ ਮੁੜ ਕੇ ਨਵਜੋਤ ਸਿੱਧੂ ਆ ਬਣ ਗਿਆ, ਨਵਜੋਤ ਸਿੱਧੂ ਆ ਬਣ ਗਿਆ, ਇਹਦਾ ਨਾਂ ਦੂਜੇ ਲੈਣ ਤੇ ਚੰਗਾ ਲੱਗਦਾ, ਆਪੇ ਜਿੱਦਾਂ ਲਿਆ, ਇੱਦਾਂ ਦੀਆਂ ਕਈ ਗੱਲਾਂ ਜਿਹੜੀਆਂ ਕਈ ਲੋਕਾਂ ਨੂੰ ਚੁਭੀਆਂ। ਮੈਂ ਇਹ ਸਮਝਦਾ ਕਿ ਇਹਨੂੰ ਥੋੜ੍ਹਾ ਜਿਹਾ ਅਗਲੀ ਵਾਰੀ ਕਿਤੇ ਵੀ ਜਾਵੇ ਬੋਲਣ ਲੱਗਿਆ ਆਪਣੇ ਆਪ ਦੇ ਉੱਤੇ ਕੰਟਰੋਲ ਰੱਖਣਾ ਚਾਹੀਦਾ। ਹੁਣ ਇਹ ਪਹਿਲਾਂ ਵਾਲਾ ਨਵਜੋਤ ਸਿੰਘ ਸਿੱਧੂ ਨਹੀਂ, ਹੁਣ ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੱਧੂ। ਇਹਦੇ ਉਸ ਭਾਸ਼ਣ ਬਾਰੇ ਇਦੋਂ ਵੱਧ ਮੈਂ ਕੁਛ ਨਹੀਂ ਕਹਿਣਾ। ਦੂਜੀ ਗੱਲ ਮੈਂ ਕਹਿਣੀ ਹੈ ਉਹ ਇਹ ਕਿ ਹੁਣ ਤੱਕ ਭ੍ਰਿਸ਼ਟਾਚਾਰ ਦੇ ਖਿਲਾਫ ਬੋਲਦਾ ਸੀ ਜੀ। ਇਹ ਆਪਣੇ ਘਰ ਬੈਠਾ ਸੀ, ਟਵਿੱਟਰ ਦੇ ਉੱਤੇ ਬੋਲੀ ਜਾਂਦਾ ਸੀ, ਫੇਸਬੁੱਕ ਤੇ ਸੋਸ਼ਲ ਮੀਡੀਆ ਤੇ। ਜਦੋਂ ਘਰੋਂ ਬਾਹਰ ਨਿਕਲਿਆ ਤੇ ਜਾਪਣ ਲੱਗ ਪਿਆ ਕਿ ਇਹਨੂੰ ਪੰਜਾਬ ਦੀ ਕਾਂਗਰਸ ਪ੍ਰਧਾਨਗੀ ਮਿਲ ਸਕਦੀ ਹੈ, ਉਹਦੇ ਤੋਂ ਬਾਅਦ ਜਿਹੜੇ ਪਹਿਲੇ ਬੰਦੇ ਇਹਦੇ ਨਾਲ ਜੁੜੇ ਤੇ ਫਿਰ ਲਗਾਤਾਰ ਇਹਦੇ ਨਾਲ ਰਹੇ, ਉਹਨਾਂ 'ਚ ਚਿਹਰੇ ਚੰਗੇ ਨਹੀਂ ਉਹ ਵੀ ਹੈ ਜਿਨ੍ਹਾਂ ਦੇ ਉੱਤੇ ਨਜਾਇਜ਼ ਮਾਈਨਿੰਗ ਦੇ ਰੇਤ ਬਜਰੀ ਪੁੱਟ ਕੇ ਤੇ ਜ਼ਮੀਨ ਦੇ ਵਿੱਚੋਂ ਪਾਣੀ ਸਿਮਣਾ ਲਾ ਦੇਣ ਦੇ ਦੋਸ਼ ਹੈ। ਉਹ ਵੀ ਹੈ ਜਿਨ੍ਹਾਂ ਦੇ ਉੱਤੇ ਸ਼ੰਭੂ ਬੈਰੀਅਰ ਦੇ ਲਾਗੇ ਦੂਸਰੇ ਰਾਜਾਂ ਤੋਂ ਆਏ ਅਲਕੋਹਲ ਦੇ ਟਰੱਕ ਇੱਕ ਢਾਬੇ ਤੇ ਰੋਕ ਕੇ ਤੇ ਉਹਨਾਂ ਤੋਂ ਨਕਲੀ ਸ਼ਰਾਬ ਬਣਾ ਕੇ ਮਾਝੇ ਤੱਕ ਸਪਲਾਈ ਕਰਨ ਦੇ ਦੋਸ਼ ਹੈ। ਉਹ ਸਾਰੇ ਬੰਦੇ ਜਿਸ ਤਰ੍ਹਾਂ ਦੇ ਨਾਲ ਆ ਗਏ, ਇਹ ਉਹਨਾਂ ਤੋਂ ਫਾਸਲਾ ਨਹੀਂ ਪਾ ਸਕਿਆ
ਉਹ ਜਿਵੇਂ ਹਰ ਥਾਂ ਭਾਰੂ ਹੈ, ਇਹਨੂੰ ਫਾਸਲਾ ਪਾਉਣਾ ਪਊ, ਨਹੀਂ ਤਾਂ ਲੋਕ ਗੱਲਾਂ ਕਰਨਗੇ। ਤੀਜੀ ਗੱਲ, ਇਹਨੇ ਪਿਛਲੇ ਦਿਨਾਂ 'ਚ ਆਖਿਆ ਸੀ ਕਿ ਆ ਬਿਜਲੀ ਕੰਪਨੀਆਂ ਨਾਲ ਜਿਹੜੇ ਸੌਦੇ ਮਾਰੇ ਗਏ ਉਹਨਾਂ ਨੇ ਪ੍ਰਧਾਨਗੀ ਸਾਂਭ ਲਈ ਆ, ਭਲਕੇ ਸੋਮਵਾਰ ਤੋਂ ਵਰਕਿੰਗ ਡੇ ਸ਼ੁਰੂ ਹੋ ਜਾਣੇ ਆ। ਇਹਦੇ ਕੋਲ ਬਹੁਤਾ ਸਮਾਂ ਨਹੀਂ, ਇਹਨੂੰ ਕੁਝ ਕਰਕੇ ਵਿਖਾਉਣਾ ਪੈਣਾ। ਕੀ ਅਫਸਰਸ਼ਾਹੀ ਇਹਦਾ ਕਹਿਣਾ ਮੰਨੇਗੀ, ਜਾਂ ਜਿਸ ਤਰ੍ਹਾਂ ਇਹਨੇ ਉਸ ਦਿਨ ਭਾਸ਼ਣ ਦਿੱਤਾ, ਉਸ ਭਾਸ਼ਣ ਤੋਂ ਬਾਅਦ ਪੰਜਾਬ ਦੇ ਕਾਂਗਰਸੀ ਮੰਤਰੀ ਇਹਦੀ ਹਾਂ 'ਚ ਮਿਲਾਉਣਗੇ, ਇਹਦੇ ਨਾਲ ਸੁਰ ਮਿਲਾਉਣਗੇ। ਜੇ ਉਹਨਾਂ ਨੇ ਸੁਰ ਨਾ ਮਿਲਾਈ, ਜੇ ਬਿਜਲੀ ਕੰਪਨੀਆਂ ਕੰਟਰੋਲ 'ਚ ਨਾ ਆਈਆਂ, ਫਿਰ ਲੋਕੀ ਪੁੱਛਣਗੇ ਵੀ ਸਿੱਧੂ ਸਾਹਿਬ ਆਪਾਂ ਹੁਣ ਤੱਕ ਕੀ ਕੀਤਾ। ਜੇ ਤੇ ਸਿਰਫ ਪ੍ਰਧਾਨਗੀ ਚਾਹੀਦੀ ਸੀ ਉਹ ਤਾਂ ਮਿਲ ਗਈ। ਵੱਡਾ ਮੁੱਦਾ ਇਹ ਹੈ ਕਿ ਉਹਨੇ ਆਖਿਆ ਮੇਰੇ ਗੁਰੂ ਦਾ ਸਵਾਲ ਹੈ। ਤੇਰੇ ਇਕੱਲੇ ਦੇ ਗੁਰੂ ਦਾ ਨਹੀਂ, ਸਾਰੇ ਪੰਜਾਬ ਦੇ ਗੁਰੂ ਦਾ ਸਵਾਲ ਹੈ। ਤੇਰੇ ਤੋਂ ਪਹਿਲਾਂ ਸੁਨੀਲ ਜਾਖੜ ਨੇ ਵੀ ਤੇ ਇਹੋ ਗੱਲਾਂ ਆਖੀਆਂ ਕਿ ਕਾਂਗਰਸ ਦੀ ਹਾਈ ਕਮਾਂਡ ਨੂੰ ਦੱਸ ਦਿਓ, ਜੇ ਦੁਬਾਰਾ ਦੇਸ਼ ਦੀ ਸੱਤਾ 'ਚ ਆਉਣਾ ਤੇ ਰਸਤਾ ਪੰਜਾਬ 'ਚ ਹੋ ਕੇ ਲੰਘਦਾ, ਤੇ ਜੇ ਪੰਜਾਬ 'ਚੋਂ ਲੰਘਣਾ ਤੇ ਕੋਟਕਪੂਰੇ 'ਚੋਂ ਲੰਘਦਾ, ਕਿਉਂਕਿ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ। ਇਸ ਮੁੱਦੇ ਦੇ ਉੱਤੇ ਕੀ ਕਰਨਾ, ਕੀ ਕਰਾਉਣਾ, ਨਵਜੋਤ ਸਿੰਘ ਸਿੱਧੂ ਨੂੰ ਬੜੀ ਤੇਜ਼ੀ ਨਾਲ ਕੁਝ ਕਰਕੇ ਵਿਖਾਉਣਾ ਪਵੇਗਾ, ਨਹੀਂ ਤਾਂ ਲੋਕੀ ਬਹੁਤਾ ਚਿਰ ਡੀਕਦੇ ਨਹੀਂ ਹੁੰਦੇ। ਜੇ ਲੋਕਾਂ ਨੇ ਬਹੁਤਾ ਨਾ ਡੀਕਿਆ ਜੀ, ਉਹ ਗੱਲਾਂ ਉਹੀ ਮੁੜ ਕੇ ਜਿਹੜੀਆਂ ਇਹ ਪੁੱਛਦਾ ਸੀ ਉਹ ਲੋਕੀ ਪੁੱਛਣ ਲੱਗ ਪਏ, ਫਿਰ ਇਹਦੀ ਪ੍ਰਧਾਨਗੀ ਦਾ ਕੀ ਬਣੇਗਾ। ਇਹਨੂੰ ਉਹਨਾਂ ਮੁੱਦਿਆਂ ਦੇ ਉੱਤੇ ਕੁਝ ਕਰਕੇ ਵਿਖਾਉਣਾ ਪੈਣਾ। ਲੋਕਾਂ ਨੂੰ ਹੱਥੋਂ ਤੇ ਥੁੱਕ ਦੀ ਲੋੜ ਨਹੀਂ, ਹੱਥਾਂ ਤੇ ਸਰੋਂ ਜਮਾਉਣ ਦੀ ਲੋੜ ਆ, ਉਹ ਇਹ ਜਮਾ ਕੇ ਵਿਖਾਵੇ। ਜੀ ਜੀ ਜੀ। ਤੇ ਇੱਕ ਮੈਂ ਜ਼ਿਕਰ ਕੀਤਾ ਸੀ ਉਹ ਵਰਿੰਦਰ ਢਿੱਲੋਂ ਹੋਰਾਂ ਦੀ ਅੱਖ ਦਾ। ਵੈਸੇ ਤਾਂ ਉਹ ਜਿੱਦਾਂ ਇਹ ਪੰਜਾਬ ਕਾਂਗਰਸ ਦੇ ਪ੍ਰਧਾਨ ਆ, ਉਹ ਯੂਥ ਕਾਂਗਰਸ ਦੇ ਪ੍ਰਧਾਨ ਆ, ਤੇ ਉਦਣ ਸਿੱਧੂ ਸਾਹਿਬ ਦੇ ਸਪੀਚ ਕਰਦਿਆਂ ਪਿੱਛੇ ਉਹ ਕਹਿੰਦੇ ਵੀ ਸਟੇਜ ਤੋਂ ਅੱਖ ਮਾਰਦੇ ਸੀ। ਕਿਹਨੂੰ ਮਾਰੀ, ਕਿਉਂ ਮਾਰੀ, ਕਿੱਦਾਂ ਮਾਰੀ, ਇਹ ਤੇ ਪਤਾ ਨਹੀਂ, ਪਰ ਕਈ ਬੰਦਿਆਂ ਨੇ ਉਹ ਨੋਟ ਕਰਕੇ ਵੀਡੀਓ ਵੀ ਬਾਅਦ 'ਚ ਕੱਟ ਕੇ ਭੇਜੀ ਆ। ਹੁਣ ਤੁਸੀਂ ਕੀ ਸਮਝਦੇ ਆ ਕਿ ਜੇ ਸਿੱਧੂ ਸਾਹਿਬ ਦੇ ਨਾਲ ਤੁਰਨ ਫਿਰਨ ਵਾਲੇ ਬੰਦੇ ਅਜੇ ਵੀ ਇੱਕ ਦੂਸਰੇ ਨੂੰ ਇਦਾਂ ਇਸ਼ਾਰੇ ਕਰਦੇ ਆ, ਤੇ ਉਹ ਇਸ਼ਾਰੇ ਇਸ ਕਰਕੇ ਹੋ ਸਕਦੇ ਆ ਕਿ ਲਓ ਜੀ ਸਿੱਧੂ ਸਾਹਿਬ ਆ ਗਏ, ਹੁਣ ਨਹੀਂ ਆਪਾਂ ਲਈਦੇ, ਜਾਂ ਇਸ ਕਰਕੇ ਹੋ ਸਕਦੇ ਵੀ ਕੋਈ ਗੱਲ ਨਹੀਂ, ਨਾਲ ਨਾਲ ਤੁਰੇ ਫਿਰੋ, ਕੱਲ ਨੂੰ ਦੇਖਾਂਗੇ ਕੀ ਬਣਦਾ। ਦੇਖੋ, ਜਿਹੋ ਜਿਹੀ ਕੋਕੋ, ਉਹੋ ਜਿਹੇ ਬੱਚੇ, ਜਿਹੋ ਜਿਹਾ ਨੈਸ਼ਨਲ ਲੀਡਰ ਆ, ਉਹੋ ਜਿਹੇ ਇਹ ਨੇ। ਤਾਮਿਲਨਾਡੂ ਦੀ ਇੱਕ ਐਕਟਰਸ ਕੁੜੀ ਨੇ ਬੱਸ ਵਿੱਚ ਅੱਖਾਂ ਤਾਂਠਾਂ ਕਰਕੇ ਭਰਵੱਟੇ ਜੇ ਜਿੱਦਾਂ ਉਹ ਅੱਖਾਂ ਜਿਹੀਆਂ ਮਾਰੀਆਂ, ਸਾਰੇ ਪਾਸੇ ਚਰਚਾ ਹੋ ਗਈ। ਉਹਦੇ ਤੋਂ ਬਾਅਦ ਅਗਲੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਤਕਰੀਰ ਕਰਦਿਆਂ ਰਾਹੁਲ ਗਾਂਧੀ ਜਿਹੜੀ ਅੱਖ ਮਾਰੀ, ਚਰਚਾ ਤੇ ਉਹਦੀ ਵੀ ਹੁਣ ਤੱਕ ਹੁੰਦੀ ਹੈ, ਔਰ ਸਾਰੇ ਕਾਂਗਰਸੀਆਂ ਨੇ ਇਸ ਗੱਲ ਨੂੰ ਬੁਰਾ ਮਹਿਸੂਸ ਕੀਤਾ ਸੀ। ਤੇ ਉਦੋਂ ਬਾਅਦ ਜੇ ਤਾਂ ਉਹ ਠੀਕ ਗੱਲ ਹੁੰਦੀ ਤੇ ਰਾਹੁਲ ਗਾਂਧੀ ਮੁੜ ਕਰਦਾ, ਉਦੋਂ ਬਾਅਦ ਅੱਜ ਤੱਕ ਰਾਹੁਲ ਗਾਂਧੀ ਉਹੋ ਜਿਹੀ ਅੱਖ ਨਹੀਂ ਮਾਰ ਸਕਿਆ। ਜੇ ਇੱਥੇ ਵੀ ਬੈਠੇ ਕੁਝ ਬੰਦੇ ਅਜੇ ਤੱਕ ਅੱਖਾਂ ਮਾਰਦੇ ਹਨ, ਉਹਨਾਂ ਨੂੰ ਇਹ ਸਮਝ ਲੱਗਦੀ ਕਿ ਜਦੋਂ ਇਹੋ ਜਿਹੀ ਸਟੇਜ ਤੇ ਬੈਠੇ ਹੋ, ਤੁਹਾਡੀ ਹਰ ਗੱਲ ਕੈਮਰੇ ਦੀ ਪਕੜ 'ਚ ਨਹੀਂ ਹੁੰਦੀ, ਕੈਮਰਿਆਂ ਦੀ ਪਕੜ 'ਚ ਹੁੰਦੀ। ਕਿੰਨੇ ਸਾਰੇ ਕੈਮਰੇ ਤੁਹਾਡੇ ਘੇਰੇ ਹੁੰਦੇ ਆ। ਇੱਥੇ ਤਾਂ ਸਟੇਜ ਤੇ ਬਾਬਾ ਰਾਮਦੇਵ ਬੈਠਾ ਕਿਸੇ ਨਾਲ ਗੱਲ ਕਰਦਾ ਹੋਵੇ ਤੇ ਉਹ ਵੀ ਰਿਕਾਰਡਿੰਗ ਆ ਕੇ ਸ਼ਾਮ ਨੂੰ ਸਾਰੇ ਟੀਵੀ ਚੈਨਲਾਂ ਉੱਤੇ ਅਗਲਿਆਂ ਵਿਖਾਤੀ ਸੀ, ਔਰ ਉਹ ਉਹਦੇ ਨਾਲ ਕੰਨਾਂ 'ਚ ਗੱਲਾਂ ਕਰਦਾ ਸੀ। ਪਰ ਕੰਨਾਂ 'ਚ ਗੱਲਾਂ ਕੀਤੀਆਂ। ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚ ਸਵਾਮੀ ਅਗਨੀਵੇਸ਼ ਨੇ ਪਿੱਛੇ ਜਾ ਕੇ ਕਿਸੇ ਕੇਂਦਰੀ ਮੰਤਰੀ ਨਾਲ ਗੱਲ ਕੀਤੀ ਸੀ, ਔਰ ਉਹ ਵੀ ਰਿਕਾਰਡਿੰਗ ਜਿਹੜੀ ਉਹ ਸਾਰੀ ਚੜ੍ਹ ਗਈ ਸੀ। ਜਦੋਂ ਰਾਮਦੇਵ ਨੇ ਮਰਨ ਵਰਤ ਰੱਖਿਆ ਸੀ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਪਿੱਛੇ ਜਾ ਕੇ ਫੋਨ ਕੀਤਾ ਸੀ ਅਡਵਾਨੀ ਜੀ ਨੂੰ, ਪ੍ਰਣਾਮ ਬਾਬੂ ਜੀ, ਉਹ ਵੀ ਸਾਰਾ ਚੜ੍ਹ ਗਿਆ ਸੀ। ਇਹਨਾਂ ਗੱਲਾਂ ਦਾ ਖਿਆਲ ਇਹਨਾਂ ਨੂੰ ਰੱਖਣਾ ਪਊ। ਨਹੀਂ ਰੱਖਦੇ ਤੇ ਲੋਕਾਂ 'ਚ ਬੁਰੇ ਬਣਨਗੇ। ਉਹ ਜੋ ਕੁਝ ਹੋਇਆ, ਮੈਂ ਤੁਹਾਨੂੰ ਦੱਸਣ ਡਿਆ ਕਿ ਉਦੋਂ ਕਈ ਗੱਲਾਂ ਇਹੋ ਜਿਹੀਆਂ ਹੋਈਆਂ ਜਿਨ੍ਹਾਂ ਨੂੰ ਲੋਕਾਂ ਨੇ ਚੰਗਾ ਨਹੀਂ ਜਾਣਿਆ। ਇਹ ਜਿਹੜੀ ਅੱਖ ਮਾਰਨ ਵਾਲੀ ਘਟਨਾ, ਇਹ ਵੀ ਸਾਊ ਘਟਨਾ ਨਹੀਂ। ਯੂਥ ਕਾਂਗਰਸ ਦਾ ਪ੍ਰਧਾਨ ਵੀ ਹੋਵੇ ਤੇ ਪੰਜਾਬ ਪੱਧਰ ਦਾ ਪ੍ਰਧਾਨ, ਇਹਨੂੰ ਥੋੜਾ ਜਿਹਾ ਸੋਚ ਕੇ ਕੋਈ ਕਦਮ ਚੁੱਕਣਾ ਚਾਹੀਦਾ, ਇਹੋ ਜਿਹੀ ਕੋਈ ਹਰਕਤ ਕਰਨੀ ਚਾਹੀਦੀ ਹੈ ਜੀ। ਪਰ ਵੈਸੇ ਜਿੱਦਾਂ ਹੁਣ ਚੰਡੀਗੜ੍ਹ ਦੇ ਵਿੱਚ ਰਾਜ ਤੇ ਰਾਜਪਾਲ ਸਾਹਿਬ ਦਾ, ਤੇ ਰਾਜਪਾਲ ਸਾਹਿਬ ਭਾਜਪਾ ਦੇ ਆ, ਤੇ ਚੰਡੀਗੜ੍ਹ ਦੀ ਪੁਲਿਸ ਵੀ ਉਹਨਾਂ ਦੇ ਅੰਡਰ ਆ। ਉਹਨਾਂ ਨੇ ਜਿਹੜਾ ਸਹੁੰ ਚੁੱਕ ਸਮਾਗਮ ਸੀ ਉਹਦੇ ਤਹਿਤ ਕਈ ਅਣਪਛਾਤਿਆਂ ਤੇ ਪਰਚਾ ਜਿਹੜਾ ਕੀਤਾ ਵੀ ਹਾਂਜੀ ਇਹਨਾਂ ਨੇ ਕਰੋਨਾ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਉਹਨੂੰ ਸਿਆਸਤ ਦੇਖਦੇ ਹੋ ਜਾਂ ਖਾਨਾ ਪੂਰਤੀ ਦੇਖਦੇ ਹੋ? ਲਿਆ ਤਾਂ ਚਾਰਜ ਆਖਰ ਸਹੁੰ ਨਹੀਂ ਚੁੱਕੀ। ਇਸ ਗੱਲ ਨੂੰ ਇੱਕ ਦਿਨ ਮੈਂ ਵੀ ਕਹਿਤਾ ਸੀ, ਸਹੁੰ ਚੁੱਕ ਸਮਾਗਮ, ਤੇ ਕਈਆਂ ਲੋਕਾਂ ਇਤਰਾਜ਼ ਕੀਤਾ ਜੀ ਸਹੁੰ ਚੁੱਕ ਤੇ ਆਈ ਨਹੀਂ ਸੀ। ਇਹ ਸਹੁੰ ਚੁੱਕ ਨਹੀਂ, ਇਹਨੂੰ ਤੇ ਉਹ ਤਾਜਪੋਸ਼ੀ ਕਹਿੰਦੇ। ਇਹ ਤੋਂ ਵੀ ਅੱਗੇ ਸਵਾਲ ਇਹ ਆ ਕਿ ਇੱਥੇ ਇੰਨੇ ਲੋਕ ਜਿਹੜੇ ਆ ਉਹਨਾਂ ਦੇ ਇਸ ਤਰ੍ਹਾਂ ਆਉਣ ਦੇ ਉੱਤੇ ਜੇ ਇਹ ਉਹਨਾਂ ਨੇ ਪਰਚਾ ਦਰਜ ਕਰ ਦਿੱਤਾ, ਇੱਕ ਕੇਸ ਦਰਜ ਕਰਤਾ,
ਇਦਾਂ ਦੇ ਤਾਂ ਇੱਥੇ ਬਹੁਤ ਸਮਾਗਮ ਹੋਏ ਆ। ਇੱਥੇ ਆਮ ਆਦਮੀ ਪਾਰਟੀ ਨੇ ਵੀ ਮੁਜ਼ਾਹਰੇ ਕੀਤੇ, ਕੇਸ ਉਹਨਾਂ ਤੇ ਵੀ ਬੜੇ ਮੋਟੇ ਦਰਜ ਹੋ ਗਏ। ਅਕਾਲੀਆਂ ਨੇ ਜਾ ਕੇ ਚੰਡੀਗੜ੍ਹ 'ਚ ਮੁਜ਼ਾਹਰੇ ਕੀਤੇ, ਉਹਨਾਂ ਤੇ ਵੀ ਹੋ ਗਏ। ਨਹੀਂ ਹੁੰਦਾ ਤੇ ਪ੍ਰਧਾਨ ਮੰਤਰੀ ਤੇ ਨਹੀਂ ਹੁੰਦਾ, ਭਾਵੇਂ ਲੱਖ ਬੰਦਿਆਂ ਦਾ ਇਕੱਠ ਕਰ ਲਵੇ। ਔਰ ਜਿਨ੍ਹਾਂ ਨੇ ਕੁੰਭ ਦੇ ਮੇਲੇ ਦੇ ਉੱਤੇ ਇੰਨਾ ਵੱਡਾ ਇਕੱਠ ਕੀਤਾ ਸੀ, ਨਾ ਇਕੱਠ ਕਰਨ ਵਾਲਾ ਤੇ ਨਾ ਕਰਵਾਉਣ ਵਾਲਾ, ਤੇ ਕਿਸੇ ਤੇ ਕੋਈ ਪਰਚਾ ਦਰਜ ਨਹੀਂ ਹੋਇਆ। ਜਿਹੜਾ ਚੰਡੀਗੜ੍ਹ ਦਾ ਪ੍ਰਸ਼ਾਸਨ ਹੈ ਉਹ ਪੰਜਾਬ ਦੇ ਗਵਰਨਰ ਦੇ ਅੰਡਰ ਹੀ ਹੈ, ਪਰ ਪੰਜਾਬ ਦੇ ਗਵਰਨਰ ਨੂੰ ਪਤਾ ਕਿ ਆ ਜੋ ਕੁਝ ਹੋ ਰਿਹਾ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਿਤ ਹੈ। ਇਹਨੂੰ ਚਾਹੀਦਾ ਸੀ ਕਿ ਪੁਲਿਸ ਨੂੰ ਕਹਿੰਦਾ ਕਿ ਤੁਸੀਂ ਥੋੜਾ ਠਰਮੇ 'ਚ ਰੱਖੋ, ਪਰ ਜੇ ਪੁਲਿਸ ਇਹ ਕੇਸ ਦਰਜ ਨਾ ਕਰਦੀ ਤੇ ਕਿਸੇ ਨੇ ਹਾਈ ਕੋਰਟ ਚਲ ਜਾਣਾ ਸੀ। ਵੇਖੋ ਜੀ, ਇੰਨਾ ਇਕੱਠ ਹੋਇਆ ਉੱਥੇ, ਤੇ ਉਸ ਇਕੱਠ ਦੇ ਵਿੱਚ ਕਰੋਨਾ ਦੇ ਜਿਹੜੇ ਹੈਗੇ ਸੀ ਗਾਈਡਲਾਈਨ ਜਿਹੜੀਆਂ ਸੀ ਉਹਨਾਂ ਦੀ ਉਲੰਘਣਾ ਕੀਤੀ ਗਈ ਹੈ। ਫਿਰ ਵੀ ਕਿਸੇ ਨਾ ਕਿਸੇ ਅਦਾਲਤ ਨੇ ਕਹਿ ਦੇਣਾ ਸੀ। ਹੁਣ ਪਰਚਾ ਕਿਤੇ ਦਰਜ ਕਰਨਗੇ? ਉੱਥੇ ਸੈਂਕੜਿਆਂ ਦੀ ਗਿਣਤੀ 'ਚ ਨਹੀਂ, ਹਜ਼ਾਰਾਂ ਦੀ ਗਿਣਤੀ 'ਚ ਲੋਕ ਸਨ। ਫਿਰ ਵੀ ਜੇ ਕਰਨਾ ਹੋਵੇ ਤੇ ਲੀਡਰਸ਼ਿਪ ਕਲੀ ਤੇ ਕੀਤਾ ਜਾ ਸਕਦਾ। ਉਦਾਂ ਪਿਛਲਿਆਂ ਦਿਨਾਂ 'ਚ ਅਸੀਂ ਵੇਖਿਆ ਕੇਂਦਰੀ ਮੰਤਰੀਆਂ ਨੂੰ ਮਿਲਣ ਗਏ ਬੰਦਿਆਂ ਨੇ ਵੀ 30-30 40-40 ਬੰਦਿਆਂ ਨੇ ਨਾਲ ਖਲੋ ਕੇ ਫੋਟੋ ਖਿਚਾਈਆਂ ਨੇ। ਕਿਸੇ ਇੱਕ ਨੇ ਮਾਸਕ ਪਾਇਆ ਤੇ ਬਾਕੀ ਉੱਦਾਂ ਹੀ ਨੇ। ਫਿਰ ਪਰਚੇ ਤਾਂ ਉੱਥੇ ਵੀ ਦਰਜ ਕਰ ਦੇਣੇ ਚਾਹੀਦੇ ਆ, ਉਹ ਨਹੀਂ ਕੋਈ ਵੀ ਕਿਤੇ ਜਾ ਰਿਹਾ। ਇਹ ਪਿਕ ਐਂਡ ਚੂਜ਼ ਆ, ਕਿਸੇ ਕੇਸ ਵਿੱਚ ਪੁਲਿਸ ਪਰਚਾ ਦਰਜ ਕਰਦੀ ਹੈ, ਕਿਸੇ 'ਚ ਨਹੀਂ ਕਰਦੀ। ਇਹਨਾਂ ਵਾਲੇ ਕੇਸ ਵਿੱਚ ਕਰਤਾ ਅਣਪਛਾਤਿਆਂ ਤੇ। ਉਹ ਸਾਰੇ ਲੋਕ ਸਾਹਮਣੇ ਤਾਂ ਦਿਸਦੇ ਸੀ ਤੇ ਅਣਪਛਾਤੇ ਕੌਣ ਸੀ? ਜਾਂ ਤਾਂ ਕੇਸ ਦਰਜ ਕਰਨਾ ਤੇ ਸਾਰਿਆਂ ਦੇ ਨਾਂ ਫਿਰ ਲਿਖ ਦਿਓ ਵਿੱਚ, ਜਿੱਦਾਂ ਲਿਖਦੇ ਹੁੰਦੇ ਆ, ਉਹ ਵੀ ਨਹੀਂ ਕੀਤਾ। ਇਦਾਂ ਲੱਗਦਾ ਜਿਵੇਂ ਵਿਖਾਵਾ ਜਿਹਾ ਕੀਤਾ ਪੁਲਿਸ ਨੇ ਵੀ ਕਾਰਵਾਈ ਦੀ ਪਾਈ ਹੈ, ਬਾਅਦ ਵਿੱਚ ਹੌਲੀ ਹੌਲੀ ਕਹਿਣਗੇ ਜੀ ਅਣਪਛਾਤਿਆਂ ਜੋ ਕਿਸੇ ਖਾਸ ਇੱਕ ਦੋਸ਼ੀ ਦੀ ਪਛਾਣ ਨਹੀਂ ਹੋ ਸਕੀ, ਇਸ ਕਰਕੇ ਕੇਸ ਰੱਦ ਕੀਤਾ ਜਾਂਦਾ। ਬਿਲਕੁਲ ਸਹੀ। ਪਰ ਸਰ ਵੈਸੇ ਪੰਜਾਬ ਕਾਂਗਰਸ ਦਾ ਤਾਂ ਉਹ ਕਹਿੰਦੇ ਵੀ ਅਸੀਂ ਹੁਣ ਤੱਕ ਦਾ ਜਿੰਨਾ ਰਫੜ ਸੀਗਾ ਸਾਰਾ ਅਸੀਂ ਨਿਪਟਾ ਲਿਆ ਤੇ ਹੁਣ ਬਸ ਟੈਨਸ਼ਨ ਕੋਈ ਨਹੀਂ, ਤਕੜੇ ਹੋ ਕੇ ਲੜੋ, ਆਪਾਂ ਬਹਿ ਜਾ ਕਰਾ ਦੇਣੀ ਆ। ਪਰ ਕਾਰਨ ਇਹ ਆ ਵੀ ਇੱਕ ਥਾਂ ਤੇ ਰਫੜ ਨਿਪਟਾਇਆ, ਪਰ ਇਸੇ ਰਫੜ ਦਾ ਕਰਕੇ ਹੁਣ ਕਹਿੰਦੇ ਹੋਰਨਾਂ ਥਾਈਂ ਵੀ ਰਫੜ ਪੈਣ ਲੱਗ ਪਿਆ। ਕਿਉਂਕਿ ਜੇ ਸਿੱਧੂ ਸਾਹਿਬ ਨੂੰ ਪ੍ਰਧਾਨਗੀ ਮਿਲੀ ਆ ਤੇ ਮਿਲੀ ਤੇ ਇਸੇ ਕਰਕੇ ਕਿ ਮੁੱਖ ਮੰਤਰੀ ਦੇ ਨਾਲ ਇੱਕ ਫਰਕ ਸੀਗਾ, ਤੇ ਇਹੋ ਜਿਹਾ ਫਰਕ ਤੇ ਹੋਰਨਾਂ ਸਟੇਟਾਂ 'ਚ ਵੀ ਹੈਗਾ, ਰਾਜਸਥਾਨ ਦੇ ਵਿੱਚ ਵੀ ਹੈਗਾ। ਤੇ ਹੁਣ ਰਾਜਸਥਾਨ ਦੇ ਵਿੱਚੋਂ ਵੀ ਚਰਚਾ ਚੱਲ ਪਈ ਹੈ ਵੀ ਸ਼ਾਇਦ ਉਹ ਸਚਿਨ ਪਾਇਲਟ ਸਾਹਿਬ ਕਹਿੰਦੇ ਵੀ ਇਦਾਂ ਕਿੱਦਾਂ, ਜੇ ਉਧਰ ਸੋਚ ਸਕਦੇ ਹੋ ਤੇ ਮੇਰਾ ਕਿਉਂ ਨਹੀਂ ਸੋਚਦੇ? ਦੇਖੋ, ਉੱਤਰਾਖੰਡ ਦੇ ਵਿੱਚ ਰੇੜਕਾ ਪੈ ਗਿਆ, ਕਾਂਗਰਸ ਪ੍ਰਧਾਨ ਬਦਲਿਆ ਸੀ। ਪਹਿਲੇ ਪ੍ਰਧਾਨ ਤੇ ਨਵੇਂ ਪ੍ਰਧਾਨ ਦੋਵਾਂ ਦੇ ਵਿੱਚ ਖਿੱਚੋਤਾਣ ਚੱਲਦੀ ਪਈ ਹੈ। ਅਸਾਮ ਵਿੱਚ ਨਵਜੋਤ ਸਿੱਧੂ ਤੋਂ ਅਗਲੇ ਦਿਨ ਪ੍ਰਧਾਨ ਬਦਲ ਦਿੱਤਾ। ਉੱਥੇ ਜਿਹੜੀ ਅਦਲਾ ਬਦਲੀ ਕੀਤੀ ਹੈ, ਉਸ ਪ੍ਰਧਾਨ ਦੇ ਮਾਮਲੇ ਦੇ ਉੱਤੇ ਵੀ ਕਈ ਗੱਲਾਂ ਜਿਹੜੀਆਂ ਨੇ ਅੱਗੇ ਪਿੱਛੇ ਹੁੰਦੀਆਂ ਪਈਆਂ ਨੇ। ਉਹ ਉੱਥੇ ਟੀਮ ਦੇ ਵਿੱਚ ਥੋੜੀ ਜਿਹੀ ਅਦਲਾ ਬਦਲੀ ਕੀਤੀ ਹੈ, ਪ੍ਰਧਾਨ ਇਕੱਲੇ 'ਚ ਨਾ ਕਹੋ, ਥੋੜੀ ਟੀਮ 'ਚ ਅਦਲਾ ਬਦਲੀ ਕੀਤੀ ਹੈ। ਇੱਥੇ ਰਾਜਸਥਾਨ ਦੇ ਵਿੱਚ ਸਚਿਨ ਪਾਇਲਟ ਜਿਹੜਾ, ਉਹ ਸਿਰਫ ਇਹ ਨਹੀਂਗਾ ਕਿ ਪ੍ਰਧਾਨਗੀ ਦੇ ਸਵਾਲ ਦੇ ਉੱਤੇ ਜਾਂ ਡਿਪਟੀ ਮੁੱਖ ਮੰਤਰੀ ਦੇ ਸਵਾਲ ਦੇ ਉੱਤੇ ਕੁਝ ਕਹਿੰਦਾ ਹੋਵੇ। ਉਹਨੇ ਤਾਂ ਪਿਛਲੇ ਸਾਲ ਜੋ ਕੁਝ ਕੀਤਾ ਉਹ ਇੱਕ ਤਰ੍ਹਾਂ ਦਾ ਰਾਜ ਪਲਟੇ ਵਾਲਾ ਯਤਨ ਸੀ। ਉੱਥੋਂ ਆਪਣੇ ਨਾਲ 25-30 ਐਮਐਲਏ ਲੈ ਕੇ ਤੇ ਉਸ ਰਾਜ ਵਿੱਚ ਜਾ ਕੇ ਬੈਠ ਗਿਆ ਜਿੱਥੇ ਭਾਜਪਾ ਦੀ ਸਰਕਾਰ ਸੀ। ਤੇ ਭਾਜਪਾ ਦੀ ਸਰਕਾਰ ਦੇ ਇੱਕ ਥਾਣੇਦਾਰ ਨੇ, ਬਹੁਤ ਸੀਨੀਅਰ ਆਈਪੀਐਸ ਅਫਸਰ ਰਾਜਸਥਾਨ ਤੋਂ ਆਇਆ, ਤੇ ਉਹਨੂੰ ਹੋਟਲ 'ਚ ਨਹੀਂ ਸੀ ਵੜਨ ਦਿੱਤਾ। ਥਾਣੇਦਾਰ ਵੱਡਾ ਹੋ ਗਿਆ ਸੀ ਕਿਉਂਕਿ ਭਾਜਪਾ ਦੀ ਸਰਕਾਰ ਸੀ। ਉਹ ਸਾਰਾ ਕੁਝ ਮਿਲ ਕੇ ਕਰਨ ਦਾ ਯਤਨ ਕਰਦਾ ਰਿਹਾ, ਗੱਲ ਉਹਦੀ ਬਣੀ ਨਹੀਂ, ਤੇ ਫਿਰ ਲੌਟ ਕੇ ਬੁੱਧੂ ਰਾਜਸਥਾਨ ਕੋ ਚਲੇ ਗਏ। ਉੱਥੇ ਜਾ ਕੇ ਅਜੇ ਤੱਕ ਉਹ ਚੁੱਪ ਨਹੀਂ ਬੈਠਾ, ਕਦੇ ਕਦੇ ਕੋਈ ਨਾ ਕੋਈ ਪੜਾਸ ਜੀ ਕੱਢਦਾ ਰਹਿੰਦਾ। ਉਸ ਪੜਾਸ ਦਾ ਅਸਰ ਦਿੱਲੀ ਤੱਕ ਪੈ ਰਿਹਾ, ਤੇ ਉਸ ਅਸਰ ਥੱਲੇ ਇਹ ਵੀ ਗੱਲ ਹੈ ਕਿ ਹੁਣ ਫਿਰ ਉਹਨਾਂ ਨੇ ਜਿਹੜਾ ਉੱਥੋਂ ਦਾ ਰਾਜਸਥਾਨ ਦਾ ਇੰਚਾਰਜ ਲਾਇਆ ਵਾ ਹਾਈ ਕਮਾਂਡ ਨੇ, ਅਜੇ ਮਾਕਨ, ਉਹ ਕੇਂਦਰੀ ਮੰਤਰੀ ਰਹਿ ਚੁੱਕਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ 'ਚ। ਉਹਨੂੰ ਇਹ ਆਖਿਆ ਕਿ ਤੂੰ ਕੁਛ ਨਾ ਕੁਛ ਕਰ। ਅਸ਼ੋਕ ਗਹਿਲੋਤ ਨੂੰ ਵੀ ਸੱਦ ਕੇ ਥੋੜਾ ਸਮਝਾਇਆ ਕਿ ਕੰਮ ਖਰਾਬ ਹੋ ਜਾਊਗਾ, ਤੇ ਗਹਿਲੋਤ ਨੇ ਇਹ ਗੱਲ ਅੱਜ ਸਵੇਰੇ ਕਹਿਤੀ ਹੈ ਕਿ ਕਾਂਗਰਸ ਹਾਈ ਕਮਾਂਡ ਜੋ ਫੈਸਲਾ ਕਰੇਗੀ ਅਸੀਂ ਮੰਨਾਂਗੇ। ਹੁਣ ਜਿਨ੍ਹਾਂ ਨੇ ਕਾਂਗਰਸ 'ਚ ਰਹਿਣਾ, ਇਹ ਵੀ ਪਤਾ ਹੋਰ ਕਿਤੇ ਅਸੀਂ ਜਾਣ ਜੋਗੇ ਨਹੀਂ, ਉਹ ਹੌਲੀ ਹੌਲੀ ਜੇ ਇੱਥੇ ਆਉਂਦੇ ਆ ਕਿ ਕਾਂਗਰਸ ਜੋ ਕਰੇਗੀ ਅਸੀਂ ਮੰਨਾਂਗੇ, ਤੇ ਫਿਰ ਗੱਲ ਟਿਕਾਣੇ ਵੀ ਆ ਸਕਦੀ ਹੈ। ਤੇ ਜੇ ਇਹਨਾਂ 'ਚੋਂ ਇੱਕ ਅੱਧਾ ਅੱਗੋਂ ਆਕੜ ਖਲੋਤਾ ਤੇ ਉਹਦਾ ਅਸਰ ਵੀ ਬਾਕੀ ਸਾਰੇ ਸੂਬਿਆਂ ਦੇ ਵਿੱਚ ਪੈਣਾ, ਫਿਰ ਹਾਈ ਕਮਾਂਡ ਜਿਹੜੀ ਉਹਨੂੰ ਪੁੱਛਣ ਵੜ ਜਾਣਗੇ। ਹਾਲ ਦੀ ਘੜੀਏ ਲੱਗਦਾ ਕਿ ਕਾਂਗਰਸੀਆਂ 'ਚ ਸਹਿਮਤੀ ਬਣ ਗਈ ਹੈ ਕਿ ਭਾਜਪਾ ਨੂੰ ਰੋਕਣ ਵਾਸਤੇ ਸਾਨੂੰ ਹਾਈ ਕਮਾਂਡ ਦੇ ਕਹੇ ਮੁਤਾਬਕ ਚੱਲਣਾ ਚਾਹੀਦਾ। ਬਿਲਕੁਲ ਸਹੀ।
ਪਰ ਪੰਨੂ ਸਾਹਿਬ ਤੁਹਾਨੂੰ ਲੱਗਦਾ ਵੀ ਇਹ ਜਿਸ ਹਿਸਾਬ ਨਾਲ ਕਾਂਗਰਸ ਪਾਰਟੀ ਦੀਆਂ ਥਾਂ ਦੇ ਉੱਪਰ ਕਹਿ ਲਓ ਰੇੜਕਿਆਂ ਦੀਆਂ ਖਬਰਾਂ ਆਉਂਦੀਆਂ ਪਈਆਂ, ਇੱਕ ਪਾਸੇ ਬੀਜੇਪੀ ਨਾਲ ਲੜਨਾ, ਦੂਸਰੇ ਪਾਸੇ ਬੀਜੇਪੀ ਨੇ ਜਿਹੜਾ ਵਾਢਾ ਧਰਿਆ ਵੀ ਜਿਹੜਾ ਨਾਰਾਜ਼ ਆ ਜਾਓ ਸਾਡੇ 'ਚ, ਤੇ ਇਧਰੋਂ ਇਹ ਸੈਟਿੰਗ ਵੀ ਕੁਛ ਇਦਾਂ ਕਰਦੇ ਪਏ ਆ ਵੀ ਚਲੋ ਜੇ ਆਹ ਨਾਰਾਜ਼ ਨਹੀਂ ਤੇ ਇਹਨੂੰ ਥੋੜਾ ਫਿੱਟ ਕਰ ਲਈਏ, ਇਹਨੂੰ ਥੋੜਾ ਸਮਝਾ ਲਈਏ। ਇਹ ਜਿਸ ਹਿਸਾਬ ਨਾਲ ਮਾੜਾ ਮੋਟ ਫਿਟਿੰਗ ਜੀ ਕਰਕੇ ਜੋੜ ਤੋੜ ਲਾਉਂਦੀ ਪਈ ਹੈ ਕਾਂਗਰਸ, ਤੁਹਾਨੂੰ ਲੱਗਦਾ ਕਿ ਵੀ ਇਹ ਦੁਬਾਰਾ ਕਦੀ ਇਦਾਂ ਖੜੀ ਹੋ ਸਕਦੀ ਹੈ ਕਿ ਬੀਜੇਪੀ ਨੂੰ ਟੱਕਰ ਦੇ ਸਕੇ? ਕਿਉਂਕਿ ਪਿਛਲੇ ਦਿਨ ਹੀ ਤੁਹਾਨੂੰ ਯਾਦ ਹੋਣਾ ਰਾਹੁਲ ਗਾਂਧੀ ਦਾ ਬਿਆਨ ਆਇਆ ਸੀ ਨਾ ਵੀ ਜਿੰਨੇ ਜਾਣਾ ਜਾਓ ਭਾਜੋ, ਮੈਨੂੰ ਲੋੜ ਨਹੀਂ ਉਹਨਾਂ ਬੰਦਿਆਂ ਦੀ। ਉਹ ਖਿਝ ਵਿੱਚੋਂ ਆਇਆ ਬਿਆਨ ਲੱਗਦਾ ਸੀ ਵੀ ਯਾਰ ਤੁਸੀਂ ਥਾਂ ਤੇ ਇਦਾਂ ਕਰੀ ਜਾਂਦੇ, ਮੈਂ ਨਹੀਂ ਖੇਡਦਾ ਮੈਨੂੰ ਆਹ ਚਾਹੀਦਾ, ਮੈਂ ਨਹੀਂ ਖੇਡਦਾ ਮੈਨੂੰ ਆਹ ਚਾਹੀਦਾ। ਓਵਰਆਲ ਤੁਹਾਨੂੰ ਪਿਕਚਰ ਕੀ ਜਾਪਦੀ ਕਾਂਗਰਸ ਦੀ? ਪਿਛਲੇ ਸਾਲ ਸਵਾ ਸਾਲ ਤੋਂ ਜਿਹੜਾ 23 ਲੀਡਰਾਂ ਦਾ ਗਰੁੱਪ ਬਣਿਆ ਫਿਰਦਾ ਸੀ, ਸੋਨੀਆ ਗਾਂਧੀ ਦੀ ਅਥਾਰਟੀ ਨੂੰ ਵੀ ਚੈਲੰਜ ਕਰਦਾ ਸੀ, ਰਾਹੁਲ ਗਾਂਧੀ ਨੂੰ ਵੀ ਵੱਖਰੀਆਂ ਮੀਟਿੰਗਾਂ ਦਿੱਲੀ ਵਿੱਚ ਕਰਦਿਆਂ ਜੰਮੂ ਕਸ਼ਮੀਰ ਤੱਕ ਜਾ ਕੇ ਜਿਨ੍ਹਾਂ ਨੇ ਕਰ ਲਈਆਂ ਸੀ, ਉਹ ਗਰੁੱਪ ਸਾਰਾ ਕਿਸੇ ਗੱਲ ਦੇ ਉੱਤੇ ਖਲੋਤਾ ਹੀ ਨਹੀਂ ਸੀ। ਹਰ ਵਾਰੀ ਇੱਕੋ ਪੈ ਜਾਂਦੇ ਸੀ ਕਿ ਹਾਈ ਕਮਾਂਡ ਕੌਣ ਹੁੰਦੀ ਆ, ਇੱਥੇ ਇਹੋ ਜਿਹੇ ਲੋਕ ਨੇ, ਆਹ ਨੇ ਉਹ ਨੇ, ਬੜੀ ਸਿੱਧੀ ਨੁਕਤਾਚੀਨੀ ਕਰਦੇ ਸੀ। ਕਮਾਲ ਦੀ ਗੱਲ ਇਹ ਹੈ ਕਿ ਇਸ ਵਾਰੀ ਜਦੋਂ ਰਾਹੁਲ ਗਾਂਧੀ ਨੇ ਆਖਿਆ ਕਿ ਜਿਨ੍ਹਾਂ ਨੇ ਜਾਣਾ ਚਲੇ ਜਾਓ, ਉਹਦੇ ਤੋਂ ਬਾਅਦ ਉਹਨਾਂ ਸਾਰਿਆਂ ਦੇ ਵਿੱਚੋਂ ਕੋਈ ਇੱਕ ਵੀ ਨਹੀਂ ਬੋਲਿਆ ਕਿ ਇਦਾਂ ਦੀ ਚੁਣੌਤੀ ਦੇਣ ਵਾਲਾ ਕੌਣ ਹੁੰਦਾ। ਉਹਨਾਂ 'ਚ ਕਈ ਬੁੱਢੇ ਆ ਜਿਹੜੇ ਪਹਿਲਾਂ ਇਹੋ ਜਿਹੀ ਗੱਲ ਦੇ ਉੱਤੇ ਬੜੀ ਛੇਤੀ ਭੜਕ ਪੈਂਦੇ ਸੀ। ਕਪਿਲ ਸਿੱਬਲ ਵਰਗੇ ਲੋਕ ਵੀ ਹੁਣ ਨਹੀਂ ਬੋਲੇ, ਉਹ ਚੁੱਪ ਵੱਟ ਗਏ ਨੇ। ਆਖਿਰ ਕੋਈ ਕਾਰਨ ਤੇ ਹੋਊਗਾ ਕਿ ਸਾਰੇ ਚੁੱਪ ਵੱਟਦੇ ਜਾਂਦੇ ਨੇ। ਤੇ ਜੇ ਇਸ ਤਰ੍ਹਾਂ ਇਹ ਕੰਟਰੋਲ ਕਰ ਲੈਣ, ਪਾਰਟੀ ਨੂੰ ਡਿਸਪਲਿਨ 'ਚ ਲੈ ਆਉਣ, ਤੇ ਕੁਝ ਅੱਗੇ ਤੁਰ ਵੀ ਸਕਦੇ ਆ। ਜੇ ਪਾਰਟੀ ਡਿਸਪਲਿਨ 'ਚ ਨਾ ਹੋਈ ਤੇ ਫਿਰ ਅੱਗੇ ਤੁਰ ਨਹੀਂ ਸਕਦੀ। ਅੱਗੋਂ ਇਹਨਾਂ ਦੀ ਪਾਰਟੀ ਜਿੱਦਾਂ ਚਲਾਉਣੀ ਇਹਨਾਂ ਦੀ ਮਰਜ਼ੀ, ਕੋਈ ਕੀ ਕਰ ਸਕਦਾ। ਆਹ ਨਹੀਂ, ਇਹ ਤੇ ਗੱਲ ਹੈਗੀ ਹੈ ਜੀ, ਉਹਨਾਂ ਨੇ ਵੇਖਣਾ ਆਪਣਾ ਹਿਸਾਬ ਕਿਤਾਬ। ਆਪਾਂ ਪੰਜਾਬ ਵਾਲੇ ਪਾਸੇ ਦੁਬਾਰਾ ਮੁੜਾ ਕੱਟੀਏ ਤੇ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਚੱਲਦਾ ਪਿਆ, ਉਹਦਾ ਅਸਰ ਹੁਣ ਇਦਾਂ ਲੱਗਣ ਲੱਗ ਪਿਆ ਵੀ ਜਿਵੇਂ ਆਉਣ ਵਾਲੀਆਂ ਜਿਹੜੀਆਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਉਹਨਾਂ ਤੇ ਪਊਗਾ, ਤੇ ਖਾਸ ਕਰਕੇ ਅਸਰ ਯੂਪੀ ਤੇ ਪੰਜਾਬ ਤੇ ਪੈਣਾ ਹੀ ਪੈਣਾ। ਹੁਣ ਉਹ ਸਾਰੇ ਕੁਝ ਨੂੰ ਧਿਆਨ 'ਚ ਰੱਖਦਿਆਂ ਵੀ ਕੇਂਦਰ ਵਾਲੇ ਪਾਸਿਓਂ ਕੋਈ ਬਹੁਤੀ ਹਾਂ ਪੱਖੀ ਆਵਾਜ਼ ਆ ਨਹੀਂ ਰਹੀ, ਪਰ ਇਹਦੇ ਬਾਵਜੂਦ ਵੀ ਕੇਂਦਰ ਵਿੱਚ ਜਾ ਕੇ ਜਾਂ ਕਹਿ ਲਓ ਕਿ ਸੰਸਦ ਦੇ ਬਾਹਰ ਜਾ ਕੇ ਕਿਸਾਨ ਜਥੇਬੰਦੀਆਂ ਨੇ ਜਿਹੜੀ ਕਿਸਾਨ ਪਾਰਲੀਮੈਂਟ ਸ਼ੁਰੂ ਕੀਤੀ ਹੈ, ਉਹਦੇ 'ਚ ਹੁਣ ਫਿਰ ਆ ਸੋਮਵਾਰ ਨੂੰ ਇਕੱਲੀਆਂ ਬੀਬੀਆਂ ਨੇ ਉੱਥੇ ਪਹੁੰਚਣਾ। ਇਹ ਜਿਹੜਾ ਇੱਕ ਪ੍ਰਦਰਸ਼ਨ ਦਾ ਨਵੇਕਲਾ ਢੰਗ ਕੱਢਿਆ ਕਿਸਾਨਾਂ ਨੇ, ਇਹਨੂੰ ਕਿਵੇਂ ਦੇਖਦੇ ਹੋ ਜੀ? ਇਹ ਜਿਹੜਾ ਨਵੇਕਲਾ ਢੰਗ ਇਹਨਾਂ ਨੇ ਕੱਢਿਆ, ਦੇਸ਼ ਦੀ ਪਾਰਲੀਮੈਂਟ ਦੇ ਸਾਹਮਣੇ ਆਪਣੀ ਕਿਸਾਨ ਪਾਰਲੀਮੈਂਟ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਇਹਦਾ ਅਸਰ ਪੈ ਰਿਹਾ, ਮੀਡੀਆ ਨੂੰ ਵੀ ਬੜਾ ਕੁਝ ਇਹਦਾ ਨੋਟਿਸ ਲੈਣਾ ਪੈ ਰਿਹਾ। ਔਰ ਇਸੇ ਦਾ ਅਸਰ ਹੈ ਕਿ ਬੀਜੇਪੀ ਦੀ ਪਾਰਲੀਮੈਂਟ ਮੈਂਬਰ ਦਿੱਲੀ ਤੋਂ ਤੇ ਇਸ ਵੇਲੇ ਵਿਦੇਸ਼ ਮਹਿਕਮੇ ਦੀ ਮਿਨਿਸਟਰ ਆਫ ਸਟੇਟ ਹੈ, ਯਾਨੀ ਵਿਦੇਸ਼ ਮੰਤਰੀ ਦੇ ਨਾਲ ਦੂਜੇ ਨੰਬਰ ਦੀ ਮੰਤਰੀ ਹੈ ਬੀਬੀ ਮੀਨਾਕਸ਼ੀ ਲੇਖੀ। ਉਹਨੇ ਜਿਸ ਤਰ੍ਹਾਂ ਕਿਸਾਨਾਂ ਬਾਰੇ ਕਹਿਤਾ ਕਿ ਇਹ ਤਾਂ ਮਵਾਲੀ ਨੇ, ਮਵਾਲੀ ਮੁੰਬਈ ਦੇ ਵਿੱਚ ਉਹਨੂੰ ਆਖਿਆ ਜਾਂਦਾ ਜਿਹੜਾ ਟੁੱਚਲ ਕਿਸਮ ਦਾ ਬਦਮਾਸ਼ ਹੋਵੇ, ਕਿਸੇ ਦੀ ਜੇਬ ਕੱਟ ਲਈ, ਕਿਸੇ ਨਾਲ ਚਪੇੜੋ ਚਪੇੜੀ ਹੋ ਪਿਆ, ਕਿਸੇ ਦਾ ਪਰਸ ਖੋਹ ਕੇ ਭੱਜ ਗਿਆ। ਇਹਨੇ ਜਿਸ ਤਰ੍ਹਾਂ ਕਿਸਾਨਾਂ ਨੂੰ ਮਵਾਲੀ ਆਖਿਆ ਔਰ ਸਾਰੇ ਦੇਸ਼ 'ਚ ਇਹਦਾ ਵਿਰੋਧ ਹੋਇਆ, ਪਾਰਲੀਮੈਂਟ 'ਚ ਵੀ ਵਿਰੋਧ ਹੋਇਆ। ਸ਼ਾਮ ਪੈਣ ਤੋਂ ਪਹਿਲਾਂ ਉਹਨੇ ਮੁਆਫੀ ਭਾਵੇਂ ਨਹੀਂ ਮੰਗੀ, ਇਹ ਆਖਿਆ ਮੈਂ ਆਪਣੇ ਲਫ਼ਜ਼ ਵਾਪਸ ਲੈਂਦੀ ਹਾਂ। ਇਹਦਾ ਵੀ ਅਸਰ ਪਿਆ। ਕੱਲ ਉਹਨਾਂ ਦਾ ਇੱਕ ਹੋਰ ਪਾਰਲੀਮੈਂਟ ਮੈਂਬਰ ਹਰਿਆਣੇ 'ਚੋਂ ਬੋਲਿਆ, ਉਹਨੇ ਆਖਿਆ ਜੀ ਇਹ ਕਿਸਾਨ ਕਸੂਨ ਤੇ ਨਹੀਂ, ਕਿਸਾਨ ਜਿਹੜੇ ਸੀ ਉਹ ਤਾਂ ਵਾਪਸ ਚਲੇ ਗਏ, ਇਹ ਤਾਂ ਮੀਨਾਕਸ਼ੀ ਲੇਖੀ ਠੀਕ ਕਹਿੰਦੀ ਹੈ ਮਵਾਲੀ ਨੇ। ਉਹਨੇ ਫਿਰ ਕਹਿ ਦਿੱਤਾ। ਹੁਣ ਭਲਕੇ ਇਹਦੇ ਉੱਤੇ ਵੀ ਫਿਰ ਰੌਲਾ ਪਊਗਾ ਕਿ ਇਦਾਂ ਦੀ ਗੱਲ ਕਹਿਣ ਵਾਲਾ ਹੁੰਦਾ ਕੌਣ ਹੈ। ਇਹ ਸਾਰੇ ਮੁੱਦੇ ਜਿਸ ਤਰ੍ਹਾਂ ਨਾਲ ਦੀ ਨਾਲ ਕਿਸਾਨਾਂ ਦੀ ਕਿਸਾਨ ਪਾਰਲੀਮੈਂਟ ਨਿਪਟਾ ਰਹੀ ਹੈ, ਉਹਦਾ ਅਸਰ ਮੀਡੀਆ ਤੇ ਪੈ ਰਿਹਾ ਤੇ ਮੀਡੀਆ ਉਸ ਅਸਰ ਤੋਂ ਬਚ ਨਹੀਂ ਸਕਦਾ। ਮੇਰਾ ਖਿਆਲ ਹੈ ਕਿ ਉਹਨਾਂ ਨੇ ਇਸ ਮੁੱਦੇ ਨੂੰ ਜਿਸ ਤਰ੍ਹਾਂ ਲਿਆ ਤੇ ਅੱਗੇ ਪੇਸ਼ ਕਰਨਾ ਸ਼ੁਰੂ ਕੀਤਾ, ਵਧੀਆ ਢੰਗ ਹੈ। ਰਹਿ ਗਈ ਗੱਲ ਰਾਜਨੀਤੀ ਦੀ ਤੇ 5 ਰਾਜਾਂ ਦੀਆਂ ਚੋਣਾਂ ਦੀ। ਅਜੇ ਤੱਕ ਕਿਸਾਨਾਂ ਦੀ ਸਾਰੀ ਕਮੇਟੀ ਦਾ ਇਹ ਫੈਸਲਾ ਕਿ ਅਸੀਂ ਚੋਣਾਂ ਨਹੀਂ ਲੜਨੀਆਂ। ਰਾਕੇਸ਼ ਟਕੈਤ ਚੋਣਾਂ ਦੀ ਗੱਲ ਕਰਦਾ, ਪਰ ਉਹ ਇਹ ਨਹੀਂ ਕਹਿੰਦਾ ਕਿ ਅਸੀਂ ਚੋਣਾਂ ਲੜਾਂਗੇ। ਉਹ ਕਹਿੰਦਾ ਚੋਣਾਂ 'ਚ ਭਾਜਪਾ ਨੂੰ ਜਿੱਤਣ ਨਹੀਂ ਫਿਰ ਦਿੰਦੇ। ਗੁਰਨਾਮ ਸਿੰਘ ਚੜੂਨੀ ਇਹ ਤੋਂ ਅੱਗੇ ਜਾਂਦਾ, ਉਹ ਕਹਿੰਦਾ ਇਹ ਚੋਣਾਂ ਲੜੇ ਬਗੈਰ ਸਰਨਾ ਨਹੀਂ, ਅਸੀਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜਾਂਗੇ। ਇਸ ਮੁੱਦੇ ਦੇ ਉੱਤੇ ਬਹੁਤ ਸਾਰੇ ਲੋਕ ਹੈ ਜਿਹੜੇ ਕਹਿੰਦੇ ਕਿ ਉਹ ਗਲਤ ਕਰਦਾ। ਮੈਂ ਵੀ ਇਹ ਗੱਲ ਕਹੀ ਹੈ, ਕਈ ਵਾਰ ਆਖੀ ਹੈ ਕਿ ਉਹ ਹਰਿਆਣੇ ਦੇ ਵਿੱਚ ਤਾਂ ਰਾਜਨੀਤੀ ਕਰ ਨਹੀਂ ਸਕਿਆ ਤੇ ਪੰਜਾਬ ਵਿੱਚ ਕਰਦਾ ਪਿਆ। ਸਾਡਾ ਕਹਿਣ ਤੋਂ ਮਤਲਬ ਇਹ ਨਹੀਂ ਕਿ ਗੁਰਨਾਮ ਸਿੰਘ ਚੜੂਨੀ ਕਿਉਂ ਕਰਦਾ ਪਿਆ, ਮਤਲਬ ਇਹ ਹੈ ਕਿ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਕਿ ਅਸੀਂ ਚੋਣਾਂ ਨਹੀਂ ਲੜਦੀਆਂ, ਜੇ ਸਾਰਾ ਕਿਸਾਨ ਮੋਰਚਾ ਇੱਕ ਥਾਂ ਹੋਵੇ ਤੇ ਇਹ ਉਹਦੇ ਤੋਂ ਵੱਖਰੀ ਬੋਲੀ ਬੋਲੇ। ਜਦੋਂ ਵੱਖਰੀਆਂ ਬੋਲੀਆਂ ਹੋਣਗੀਆਂ ਤੇ ਜਿਹਦੇ ਖਿਲਾਫ ਭਾਜਪਾ ਦੇ ਲੜਦੇ ਪਏ ਆ, ਉਸ ਭਾਜਪਾ ਨੂੰ ਤੇ ਭਾਜਪਾ ਦੀ ਸਰਕਾਰ ਨੂੰ ਸਾਹ ਸੌਖਾ ਜਾਪਦਾ
ਇਹ ਉਹਦਾ ਕੰਮ ਸੌਖਾ ਕਰਨਗੇ। ਇਸ ਕਰਕੇ ਇਹਨਾਂ ਨੇ ਜੋ ਵੀ ਕਰਨਾ, ਕਿਸਾਨ ਮੋਰਚਾ ਠੀਕ ਕਰੇ ਗਲਤ ਕਰੇ, ਜੋ ਫੈਸਲਾ ਕਰਦਾ ਜੀ। ਉਹਦੇ ਉੱਤੇ ਸਾਰੇ ਰਲ ਕੇ ਇਕੱਠੇ ਚੱਲਣਗੇ, ਠੀਕ ਆ। ਜੇ ਇਹਨਾਂ ਚੋਂ ਹਰ ਕੋਈ ਵੱਖੋ ਵੱਖਰੀ ਬੋਲੀ ਬੋਲੇਗਾ ਤੇ ਉਹਦਾ ਨੁਕਸਾਨ ਹੋਵੇਗਾ ਇਹਨਾਂ ਨੂੰ ਵੀ, ਇਹਨਾਂ ਦੀ ਜਥੇਬੰਦੀ, ਉਹਨਾਂ ਦੇ ਮੋਰਚੇ ਨੂੰ ਵੀ, ਤੇ ਫਾਇਦਾ ਹੋਵੇਗਾ ਇਹਨਾਂ ਦੇ ਵਿਰੋਧੀਆਂ ਨੂੰ ਜਿਨ੍ਹਾਂ ਦੇ ਖਿਲਾਫ ਇਹ ਮੋਰਚਾ ਲਾ ਕੇ ਬੈਠੇ ਆ। ਉੱਦਾਂ ਕਿਸਾਨ ਮੋਰਚਾ ਸਾਰਾ ਜੋ ਕੁਝ ਪੱਛਮੀ ਬੰਗਾਲ 'ਚ ਕਰਕੇ ਆਇਆ, ਉੱਥੇ ਭਾਜਪਾ ਦੀ ਹਾਰ 'ਚ ਕਿਸਾਨ ਮੋਰਚੇ ਦਾ ਕਾਫੀ ਵੱਡਾ ਰੋਲ ਆ। ਇਹਨਾਂ ਨੇ ਪਿੰਡਾਂ 'ਚ ਵੀ ਜਾ ਕੇ ਰੈਲੀਆਂ ਕੀਤੀਆਂ, ਸ਼ਹਿਰਾਂ 'ਚ ਵੀ ਭਾਜਪਾ ਦੀ ਭੰਡੀ ਇਹਨਾਂ ਉੱਥੇ ਬਥੇਰੀ ਕਰ ਦਿੱਤੀ ਸੀ। ਜੀ ਜੀ। ਪਰ ਪੰਨੂ ਸਾਹਿਬ ਇਹ ਸਾਰੇ ਕੁਝ ਜਿਹਦੇ ਤੇ ਅਸਰ ਹੋਣਾ ਚਾਹੀਦਾ ਉਹਦੇ ਤੇ ਅਸਰ ਹੋ ਨਹੀਂ ਰਿਹਾ। ਹੁਣ ਵੀ ਨਰਿੰਦਰ ਸਿੰਘ ਤੋਮਰ ਖੇਤੀ ਮੰਤਰੀ ਵਾਲੇ ਪਾਸੇ ਵੇਖਦੇ ਪਏ ਆ ਕਿਸਾਨ। ਹਾਲਾਂਕਿ ਉਹਨਾਂ ਨੇ ਆਪਣਾ ਇੱਕ ਕਿਸਾਨ ਬਣਾ ਕੇ ਇਸ ਕਿਸਾਨ ਪਾਰਲੀਮੈਂਟ ਦੇ ਵਿੱਚ ਉਹਨੂੰ ਸਵਾਲ ਪੁੱਛੇ ਤੇ ਉਹ ਅਸਤੀਫਾ ਹੀ ਦੇ ਗਿਆ, ਕਹਿੰਦੇ ਯਾਰ ਮੇਰੇ ਕੋਲੋਂ ਤੇ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਤੁਹਾਡੀਆਂ ਗੱਲਾਂ ਦਾ। ਪਰ ਜਿਹੜੇ ਅਸਲ 'ਚ ਭਾਰਤ ਦੇਸ਼ ਮਹਾਨ ਦੇ ਖੇਤੀਬਾੜੀ ਮੰਤਰੀ ਨੇ ਨਰਿੰਦਰ ਤੋਮਰ ਹੋਰੀ, ਉਹਨਾਂ ਦੇ ਨਾ ਤਾਂ ਕੋਈ ਹਾਂ ਪੱਖੀ ਬਿਆਨ ਆਉਂਦੇ ਆ, ਸਗੋਂ ਇਹ ਸਾਰੇ ਕੁਛ ਨੂੰ ਕਹਿੰਦੇ ਵੀ ਐਵੇਂ ਡਰਾਮਾ ਹੀ ਆ। ਇਹਨੂੰ ਕਿਵੇਂ ਦੇਖਦੇ ਹੋ ਕਿ ਵੀ ਇਹ ਪਿੱਛੋਂ ਚੂੜੀ ਟੈਟ ਕੀਤੀ ਹੈ ਵੀ ਆਪਾਂ ਇਸ ਗੱਲ ਤੇ ਆਉਣਾ ਹੀ ਨਹੀਂ, ਜਾਂ ਫਿਰ ਕੋਈ ਹੋਰ ਕਾਰਨ ਹੈ? ਕਿਉਂਕਿ ਇਸ ਵਾਰ ਇਹ ਵੀ ਚਰਚਾ ਨਾ ਕਿ ਵੀ ਆ ਜਿਹੜਾ ਮੌਨਸੂਨ ਸੈਸ਼ਨ ਹੈ ਇਹਦੇ ਵਿੱਚ ਉਹ ਜਿਹੜੇ 2 ਕਾਨੂੰਨ ਆ ਜਿਨ੍ਹਾਂ ਦੇ ਬਾਰੇ ਸਰਕਾਰ ਕਹਿ ਵੀ ਹਟੀ ਸੀ ਵੀ ਅਸੀਂ ਚਲੋ ਇਹ ਨਹੀਂ ਲਾਗੂ ਕਰਾਂਗੇ, ਉਹ ਵੀ ਬਿੱਲ ਦੇ ਰੂਪ ਦੇ ਵਿੱਚ ਲੈ ਆਉਂਦੇ ਆ। ਇੱਕ ਤਾਂ ਕਹਿ ਲਓ ਕਿ ਵੀ ਉਹਦੇ ਵਿੱਚ ਜਿਹੜਾ 에ਅਰ ਪੋਲਿਊਸ਼ਨ ਦੇ ਵਿੱਚ ਜੁਰਮਾਨਾ ਹੋਣਾ ਕਿਸਾਨਾਂ ਨੂੰ, ਉਹ, ਤੇ ਦੂਸਰਾ ਜਿਹੜਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਹੈ ਜੀ। ਦੇਖੋ, ਨਰਿੰਦਰ ਮੋਦੀ ਸਰਕਾਰ ਜਦੋਂ ਦੀ ਆਈ ਆ, ਇਹ ਆਮ ਤੌਰ ਦੇ ਉੱਤੇ ਕਿਸਾਨਾਂ ਦੀ ਤੇ ਜਿਹੜਾ ਆਮ ਖਪਤਕਾਰ ਆ ਉਹਦੀ ਵਿਰੋਧੀ ਆ। ਇਹਨਾਂ ਬਹੁਤਾ ਕੁਝ ਇਹੋ ਜਿਹਾ ਕੀਤਾ ਜਿਹੜਾ ਖਪਤਕਾਰਾਂ ਦੇ ਵੀ ਖਿਲਾਫ ਆ, ਕਿਸਾਨਾਂ ਦੇ ਵੀ। ਜਦੋਂ ਇਹਨਾਂ ਨੇ 3 ਕਾਨੂੰਨ ਪਾਸ ਕਰਾਏ, ਉਹ ਵੀ ਬਕਾਇਦਾ ਢੰਗ ਨਾਲ ਨਹੀਂ ਕਰਾਏ, ਬਾਕਾਇਦਾ ਦੇ ਬਜਾਏ ਬੇਕਾਇਦਾ ਢੰਗ ਨਾਲ ਕਰਾਏ। ਰੌਲੇ ਰੱਪੇ ਪੈਂਦੇ 'ਚ ਸਪੀਕਰ ਨੇ ਤੇ ਰਾਜ ਸਭਾ ਦੇ ਚੇਅਰਮੈਨ ਨੇ ਪੁੱਛਿਆ ਪਾਸ ਰੌਲਾ ਪਾ ਕੇ ਪਾਸ ਹੈ। ਉਹ ਕੋਈ ਤਰੀਕਾ ਨਹੀਂ ਸੀ, ਉੱਥੇ ਕੋਈ ਬਹਿਸ ਨਹੀਂ ਕਰਾਈ ਗਈ। ਹੁਣ ਵੀ ਇਹਨਾਂ ਨੇ ਜਦੋਂ ਪਾਸ ਕਰਾਉਣੇ ਹੋਏ ਤੇ ਬਹਿਸ ਕਰਾਏ ਬਗੈਰ ਕਾਹਲੀ 'ਚ ਪਾਸ ਕਰਾਉਣਗੇ ਤੇ ਲਾਗੂ ਕਰਨਗੇ, ਇਹ ਗੱਲ ਜਾਪਦੀ ਹੈ। ਪਰ ਦੂਸਰਾ ਪਾਸਾ ਇਹ ਹੈ ਕਿ ਕਿਸਾਨਾਂ ਦੀ ਪਾਰਲੀਮੈਂਟ ਦੇ ਵਿੱਚ ਇੱਕ ਨੌਜਵਾਨ ਨੂੰ ਭਾਰਤ ਦਾ ਖੇਤੀ ਮੰਤਰੀ ਬਣਾ ਕੇ ਖੜਾ ਕਰਕੇ ਉੱਥੇ ਸਾਹਮਣੇ ਜਿਹੜੇ ਕਿਸਾਨ ਬੈਠੇ ਸਨ ਉਹਨਾਂ ਨੂੰ ਪਾਰਲੀਮੈਂਟ ਮੈਂਬਰ ਬਣਾ ਕੇ ਆਮੋ ਸਾਹਮਣੇ ਸਵਾਲ ਜਵਾਬ ਕਰਵਾਏ ਗਏ। ਉਸ ਤੋਂ ਬਾਅਦ ਉਹ ਜਦੋਂ ਅਸਤੀਫਾ ਦੇ ਗਿਆ, ਫਿਰ ਉਹਦੀ ਇੱਕ ਇੰਟਰਵਿਊ, ਕਈਆਂ ਨੇ ਉਹਦੀ ਇੰਟਰਵਿਊ ਲਈ, ਕਈ ਚੈਨਲਾਂ ਨੇ, ਪਰ ਜਿਹੜੀ ਪ੍ਰਾਈਮ ਏਸ਼ੀਆ ਨੇ ਉਹਦੀ ਇੰਟਰਵਿਊ ਲਈ, ਉਹਦੇ ਵਿੱਚ ਉਹ ਸਾਫ਼ ਕਹਿੰਦਾ ਕਿ ਮੈਨੂੰ ਨਹੀਂ ਪਤਾ ਨਰਿੰਦਰ ਸਿੰਘ ਤੋਮਰ ਆਮ ਕਿਸਾਨਾਂ ਨੂੰ ਕਿਸ ਤਰ੍ਹਾਂ ਫੇਸ ਕਰਦਾ, ਉਹਨਾਂ ਦਾ ਸਾਹਮਣਾ ਕਿਵੇਂ ਕਰਦਾ। ਉਹ ਕਹਿੰਦਾ ਮੈਂ ਤਾਂ ਥੋੜੇ ਚਿਰ ਵਾਸਤੇ ਇੱਕ ਨਾਟਕ ਦੇ ਤੌਰ ਦੇ ਉੱਤੇ ਇੱਕ ਕਿਸਾਨ ਪਾਰਲੀਮੈਂਟ ਦੇ ਵਿੱਚ ਉਹਦੀ ਥਾਂ ਤੇ ਉਹਦੇ ਵਰਗਾ ਰੋਲ ਨਿਭਾਉਣ ਵਾਸਤੇ ਬੈਠਾ ਸਾਂ। ਮੈਂ ਨਕਲੀ ਖੇਤੀ ਮੰਤਰੀ ਹੁੰਦਿਆਂ ਵੀ ਜਦੋਂ ਸਾਹਮਣੇ ਬੈਠੇ ਕਿਸਾਨਾਂ ਵੱਲ ਵੇਖਦਾ ਸਾਂ ਤੇ ਮੇਰੀਆਂ ਅੱਖਾਂ ਨੀਵੀਆਂ ਹੋ ਜਾਂਦੀਆਂ ਸੀ ਤੇ ਉਸ ਬੰਦੇ ਨੂੰ ਸ਼ਰਮ ਹੀ ਕੋਈ ਨਹੀਂ ਆਉਂਦੀ। ਕਹਿੰਦਾ ਇਸੇ ਕਰਕੇ ਸਵਾਲਾਂ ਦੀ ਇੰਨੀ ਵਾਛੜ ਦੇ ਵਿੱਚ ਜਦੋਂ ਮੈਂ ਅੱਗੇ ਡਟ ਨਾ ਸਕਿਆ ਤੇ ਮੈਂ ਅਸਤੀਫਾ ਦੇ ਦਿੱਤਾ। ਤੇ ਮੇਰਾ ਇਹ ਖਿਆਲ ਹੈ ਕਿ ਅੱਜ ਨਹੀਂ ਕੱਲ ਸਹੀ ਨਰਿੰਦਰ ਸਿੰਘ ਤੋਮਰ ਵੀ ਜਿੰਨਾ ਮਰਜ਼ੀ ਆਖੀ ਜਾਵੇ ਮੈਂ ਤੇ ਖੁਦ ਕਿਸਾਨ ਆ, ਇੱਕ ਦਿਨ ਉਹਨੂੰ ਵੀ ਕਿਸਾਨਾਂ ਦੇ ਇਸ ਦਬਾਅ ਥੱਲੇ ਅਸਤੀਫਾ ਦੇਣਾ ਪੈ ਸਕਦਾ। ਜਿਹੜੀਆਂ ਗੱਲਾਂ ਉਸ ਨੌਜਵਾਨ ਨੇ ਆਖੀਆਂ, ਜਿਹੜਾ ਨਰਿੰਦਰ ਸਿੰਘ ਤੋਮਰ ਬਣਿਆ ਸੀਗਾ, ਉਹਦੀਆਂ ਗੱਲਾਂ ਦੇ ਵਿੱਚੋਂ ਬਹੁਤ ਕੁਝ ਨਿਕਲਦਾ। ਇਹ ਹੁਣ ਕਿਸਾਨਾਂ ਦੀ ਪਾਰਲੀਮੈਂਟ ਜਿੱਦਾਂ ਦਾ ਮੁੱਦਾ ਲੋਕਾਂ ਸਾਹਮਣੇ ਲੈ ਗਈ ਆ, ਉਹਦੇ 'ਚ ਨਰਿੰਦਰ ਸਿੰਘ ਤੋਮਰ ਹੋਵੇ ਕੋਈ ਹੋਰ ਹੋਵੇ, ਇਹਨਾਂ ਸਾਰਿਆਂ ਨੂੰ ਉਹ ਮੁੱਦੇ ਦੇ ਉੱਤੇ ਜਦੋਂ ਫੇਸ ਕਰਨਾ ਪੈਣਾ ਤੇ ਇਹ ਸਾਫ਼ ਹੈ ਕਿ ਪਾਰਲੀਮੈਂਟ ਦੇ ਵਿੱਚ ਵੀ ਮੁੱਦਾ ਜਦੋਂ ਉੱਠਿਆ ਤੇ ਇਹਨਾਂ ਲਈ ਜਵਾਬ ਦੇਣੇ ਸੌਖੇ ਨਹੀਂ ਹੋਣੇ। ਬਿਲਕੁਲ ਸਰ। ਅੱਛਾ ਪੰਨੂ ਸਾਹਿਬ, ਆਪਾਂ ਜਿਹੜਾ ਇੱਕ ਜਸੂਸੀ ਮਾਮਲਾ ਉਹਦੀ ਗੱਲ ਵੀ ਕਰ ਲਈਏ। ਜਿਹੜਾ ਪੈਗਾਸਸ ਦਾ ਮਾਮਲਾ ਹੈ, ਇਹ ਸਾਰੇ ਕੁਝ ਦੇ ਉੱਪਰ ਰਫੜ ਤੇ ਬਥੇਰਾ ਪਿਆ, ਪਾਰਲੀਮੈਂਟ ਦੇ ਅੰਦਰ ਵੀ ਪਿਆ, ਪਾਰਲੀਮੈਂਟ ਦੇ ਬਾਹਰ ਵੀ ਪਿਆ, ਈਵਨ ਵਿਦੇਸ਼ਾਂ ਤੱਕ ਪਿਆ। ਤੇ ਹੁਣ ਇਹ ਸਾਰੇ ਕੁਝ ਦੇ ਉੱਪਰ ਜਿਹੜੀ ਇਹ ਚਰਚਾ ਚੱਲਦੀ ਪਈ ਹੈ ਕਿ ਸ਼ਾਇਦ ਜਿੱਥੋਂ ਇਜ਼ਰਾਈਲ ਦਾ ਉਹ ਨਾਂ ਜੁੜਦਾ ਪਿਆ ਸਾਰੇ ਕੁਝ ਨਾਲ, ਉੱਤੇ ਕਹਿੰਦੇ ਵੀ ਆਪਾਂ ਕੋਈ ਨਹੀਂ ਜਾਂਚ ਕਰਾ ਲਾਂਗੇ ਤੇ ਭਾਰਤ ਸਰਕਾਰ ਸ਼ਾਇਦ ਜਾਂਚ ਕਰਾਉਣ ਦੇ ਹੱਕ 'ਚ ਹੈ ਨਹੀਂ। ਇਹ ਮਾਮਲਾ ਸ਼ੱਕੀ ਆ ਜਾਂ ਫਿਰ ਇਹਦੇ 'ਚ ਵਾਕਈ ਕੁਛ ਨਾ ਕੁਛ ਹੈਗਾ ਜਿਹੜਾ ਸਾਰਾ ਕੁਝ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਲੁਕਾਇਆ ਨਹੀਂ ਜਾ ਸਕਣਾ, ਮੰਨੇ ਨਰਿੰਦਰ ਮੋਦੀ ਸਰਕਾਰ ਜਾਂ ਨਾ ਮੰਨੇ, ਪਰ ਲੁਕਾਇਆ ਨਹੀਂ ਜਾ ਸਕਣਾ, ਸੱਚ ਬਾਹਰ ਆ ਰਿਹਾ। ਪਹਿਲੀ ਗੱਲ ਤਾਂ ਇਹ ਕਿ ਇਹ ਦੁਨੀਆ ਦਾ ਪਹਿਲਾ ਸਾਫਟਵੇਅਰ ਆ ਜਿਹਨੂੰ ਜਿਹੜੇ ਦੇਸ਼ ਵਿੱਚ ਬਣਿਆ ਉੱਥੋਂ ਦੀ ਸਰਕਾਰ ਨੇ ਇਹਨੂੰ ਕੱਲਾ ਸਾਫਟਵੇਅਰ ਨਹੀਂ, ਇਹਨੂੰ ਜੰਗ ਦਾ ਹਥਿਆਰ ਮੰਨਿਆ ਔਰ ਇਹਦੇ ਉੱਤੇ ਉਹ ਕਾਨੂੰਨ ਲਾਗੂ ਕੀਤਾ ਜਿਹੜਾ ਜੰਗੀ ਹਥਿਆਰਾਂ ਤੇ ਹੁੰਦਾ ਕਿ ਹਥਿਆਰ ਕਿਸੇ ਵੀ ਦੇਸ਼ ਨੂੰ ਵੇਚਣੇ ਆ ਤੇ ਪਹਿਲਾਂ ਬਣਾਉਣ ਵਾਲੇ ਦੇਸ਼ ਦੀ ਸਰਕਾਰ ਦੀ ਸਹਿਮਤੀ ਚਾਹੀਦੀ ਹੈ ਤੇ ਦੂਜੀ ਗੱਲ ਇਹ ਕਿ ਜਿੱਥੇ ਵੇਚਣੇ ਆ ਉੱਥੇ ਵੀ ਕਿਸੇ ਪ੍ਰਾਈਵੇਟ ਏਜੰਸੀ ਨੂੰ ਨਹੀਂ ਵੇਚ ਸਕਦੇ,
ਉੱਥੋਂ ਦੀ ਸਰਕਾਰ ਨੂੰ ਵੇਚ ਸਕਦੇ ਹਾਂ। ਇਹਦਾ ਮਤਲਬ ਸਾਫ਼ ਹੈ ਕਿ NSO ਗਰੁੱਪ ਨੇ ਜਿਨ੍ਹਾਂ ਨੇ ਬਣਾਇਆ ਉਹਨਾਂ ਨੇ ਇਸਰਾਈਲ ਦੀ ਸਰਕਾਰ ਤੋਂ ਪੁੱਛੇ ਬਗੈਰ ਨਹੀਂ ਵੇਚਿਆ। ਤੇ ਦੂਜੀ ਗੱਲ, ਜੀ ਜੋ ਭਾਰਤ ਵਿੱਚ ਆਇਆ ਤੇ ਭਾਰਤ ਵਿੱਚ ਕਿਸੇ ਪ੍ਰਾਈਵੇਟ ਏਜੰਸੀ ਨੇ ਨਹੀਂ ਖਰੀਦਿਆ, ਉਹਨੂੰ ਸਿਰਫ ਸਰਕਾਰ ਖਰੀਦ ਸਕਦੀ ਹੈ ਕਿਉਂਕਿ ਉਹ ਹਥਿਆਰਾਂ ਦੇ ਕਾਨੂੰਨ ਦੇ ਅੰਡਰ ਉਹਦੀ ਵਿਕਰੀ ਹੋਈ ਹੈ। ਇਹ ਦੋ ਮੁੱਦੇ ਹੈ। ਉਦੋਂ ਉੱਥੇ ਹੁੰਦਾ ਸੀ ਪ੍ਰਧਾਨ ਮੰਤਰੀ ਨੇਤਨਯਾਹੂ, ਜਿਹੜਾ ਨਰਿੰਦਰ ਮੋਦੀ ਦੇ ਸਾਡੇ ਪ੍ਰਧਾਨ ਮੰਤਰੀ ਦੇ ਬਹੁਤ ਨੇੜੇ ਗਿਣਿਆ ਜਾਂਦਾ ਸੀ। ਹੁਣ ਨੇਤਨਯਾਹੂ ਕੁਰਸੀ ਛੱਡ ਕੇ ਤੇ ਪਾਸੇ ਹੋ ਗਿਆ, ਉਹਦੀ ਥਾਂ ਤੇ ਨਵਾਂ ਆ ਗਿਆ। ਉਹ ਕੀ ਹੋ ਗਿਆ? ਉਹਨੂੰ ਧੱਕੇ ਨਾਲ ਕਰ ਦਿੱਤਾ ਗਿਆ ਪਾਸੇ। ਹਾਲੇ ਵੀ ਉਹ ਬੜਕਾ ਮਾਰਦਾ ਕਿ ਮੈਂ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਬਣਨਾ, ਪਰ ਉਹ ਬਣੇ ਨਾ ਬਣੇ, ਜਿਹੜਾ ਹੁਣ ਵਾਲਾ ਪ੍ਰਧਾਨ ਮੰਤਰੀ ਹੈ ਇਹ ਕਿਉਂਕਿ ਨਰਿੰਦਰ ਮੋਦੀ ਦੇ ਨੇੜੇ ਨਹੀਂ ਗਾ, ਇਹ ਪਹਿਲੇ ਪ੍ਰਧਾਨ ਮੰਤਰੀ ਦੇ ਖਿਲਾਫ ਹੈ ਤੇ ਉਹਨੂੰ ਪਤਾ ਕਿ ਨੇਤਨਯਾਹੂ ਤੇ ਨਰਿੰਦਰ ਮੋਦੀ ਦੀ ਆਪੋ ਵਿੱਚ ਸਾਂਝ ਬੜੀ ਸੀ। ਇਹ ਪ੍ਰਧਾਨ ਮੰਤਰੀ ਭਾਰਤ ਦੀ ਸਰਕਾਰ ਨਾਲ ਇਸ ਜਾਂਚ ਪੜਤਾਲ ਦੇ ਵਿੱਚ ਕਿਸੇ ਕਿਸਮ ਦਾ ਕੋਈ ਕੋਆਪਰੇਸ਼ਨ ਕਰੇਗਾ, ਕੋਈ ਕੋਆਪਰੇਟ ਕਰੇਗਾ ਇਹਦੇ ਨਾਲ, ਇਹ ਮੇਰੇ ਮੰਨਣ 'ਚ ਨਹੀਂ ਆਉਂਦਾ। ਹੁਣ ਪਹਿਲੀ ਗੱਲ ਤਾਂ ਇਹ ਸਾਬਤ ਹੁੰਦੀ ਹੈ ਕਿ ਇਹ ਸਾਫਟਵੇਅਰ ਹਥਿਆਰਾਂ ਦੇ ਕਾਨੂੰਨ ਮੁਤਾਬਕ ਵਿਕਿਆ। ਦੂਜੀ ਇਹ ਕਿ ਸਰਕਾਰ ਉੱਥੋਂ ਵਾਲੀ ਦੇ ਰਾਹੀਂ ਤੇ ਅੱਗੇ ਵੀ ਕਿਸੇ ਸਰਕਾਰ ਨੂੰ ਵਿਕਿਆ। ਤੀਜੀ ਗੱਲ ਇਹ ਹੈ ਕਿ ਜੋ ਭਾਰਤ ਵਿੱਚ ਆਇਆ ਤੇ ਭਾਰਤ ਸਰਕਾਰ ਦੀ ਮਰਜ਼ੀ ਤੋਂ ਬਗੈਰ ਨਾ ਇੱਥੇ ਆਇਆ ਨਾ ਇੱਥੇ ਚੱਲ ਸਕਿਆ। ਉਹਦੇ ਦੋ ਕਾਰਨ ਨੇ। ਪਹਿਲਾ ਸਵਾਲ ਤਾਂ ਇਹ ਹੈ ਕਿ ਸ਼ਿਵ ਸੈਨਾ ਦੇ ਆਗੂ ਉਹਨੇ ਜਿਹੜਾ ਸੰਜੇ ਰਾਉਤ ਹੈ ਉਹਨੇ ਆਖਿਆ ਕਿ ਜਿੰਨਾ 4.8 ਜਿਹੜਾ ਕਰੋੜ ਹੈ ਅਮਰੀਕੀ ਡਾਲਰ ਇਹ ਉੱਤੇ ਪੇ ਕੀਤੇ ਗਏ, ਉਹਨੂੰ ਜੇ ਅਸੀਂ ਭਾਰਤੀ ਕਰੰਸੀ ਗਿਣੀਏ ਤੇ 357 ਕਰੋੜ ਰੁਪਏ ਬਣਦੇ ਆ। ਉਹ ਕਹਿੰਦਾ ਇਹ ਕਰੋੜ ਇੰਨੇ ਪੈਸੇ ਕਿਹੜੇ ਖਾਤੇ 'ਚੋਂ ਦਿੱਤੇ ਗਏ ਦੱਸੋ। ਦੂਸਰਾ ਸਵਾਲ ਇਹ ਹੈ ਕਿ ਭਾਵੇਂ ਭਾਰਤ ਸਰਕਾਰ ਨੇ ਖਰੀਦਿਆ ਭਾਵੇਂ ਨਹੀਂ ਖਰੀਦਿਆ, ਭਾਰਤ ਵਿੱਚੋਂ ਵਰਤਿਆ ਤੇ ਗਿਆ। ਵਰਤੇ ਜਾਣ ਵਾਸਤੇ ਭਾਜਪਾ ਦਾ ਆਪਣਾ ਪਾਰਲੀਮੈਂਟ ਮੈਂਬਰ ਹੈ ਸੁਬਰਾਮਨੀਅਮ ਸਵਾਮੀ, ਉਹ ਕਹਿੰਦਾ ਜੀ ਇਹਦੇ ਵਿੱਚ ਬੜੀ ਸਾਫ਼ ਗੱਲ ਹੈ ਕਿ ਇਹ ਜਿਹੜਾ ਪੈਗਾਸਸ ਸਾਫਟਵੇਅਰ ਹੈ ਇਹ ਜਿਹੜੇ ਦੇਸ਼ ਵਿੱਚ ਵੀ ਵਰਤਣਾ ਉੱਥੇ ਇਹਦਾ ਲੋਕਲ ਸਰਵਰ ਚਾਹੀਦਾ, ਉੱਦਾਂ ਇਹ ਚੱਲ ਨਹੀਂ ਸਕਦਾ। ਉਸ ਲੋਕਲ ਸਰਵਰ ਵਾਸਤੇ ਪਰਮਿਸ਼ਨ ਕਿਹਨੇ ਦਿੱਤੀ? ਉਹ ਲੋਕਲ ਸਰਵਰ ਜਿਹੜਾ ਉਹਨੂੰ ਇੰਟਰਨੈਟ ਐਕਸੈਸ ਕਿਹਨੇ ਦਿੱਤੀ? ਇਹ ਭਾਰਤ ਸਰਕਾਰ ਦੀ ਮਰਜ਼ੀ ਬਗੈਰ ਹੋ ਹੀ ਨਹੀਂ ਸਕਦਾ। ਤੇ ਕਹਿੰਦਾ ਤੁਸੀਂ ਮੁਕਰ ਕਿੱਦਾਂ ਸਕਦੇ ਆ ਜਦੋਂ ਉਹ ਸਾਫਟਵੇਅਰ ਭਾਵੇਂ ਕਿਸੇ ਨੇ ਵੀ ਲਿਆਂਦਾ ਹੋਵੇ ਭਾਰਤ ਵਿੱਚ ਚੱਲਿਆ ਤੇ ਭਾਰਤ ਸਰਕਾਰ ਦੀ ਮਰਜ਼ੀ ਬਗੈਰ ਇੱਥੇ ਉਹ ਸਰਵਰ ਹੀ ਨਹੀਂ ਲਾ ਸਕਦੇ ਤੇ ਸਰਵਰ ਤੋਂ ਬਗੈਰ ਇਹ ਚੱਲ ਨਹੀਂ ਸਕਦਾ। ਤੇ ਫਿਰ ਤਾਂ ਸਾਫ਼ ਹੈ ਕਿ ਭਾਰਤ ਸਰਕਾਰ ਦੀ ਮਰਜ਼ੀ ਨਾਲ ਸਾਰਾ ਕੁਝ ਹੋਇਆ। ਹੁਣ ਜੇ ਭਾਰਤ ਸਰਕਾਰ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਤੇ ਕੋਈ ਕੀ ਕਰ ਸਕਦਾ? ਉਹ ਇੱਕ ਮੁੰਡਾ ਆਇਆ ਸੀ ਘਰ ਆ ਕੇ ਮਾਂ ਨੂੰ ਕਹਿੰਦਾ 500 ਦਾ ਨੋਟ ਦੇ ਕਿ ਕੀ ਗੱਲ ਮੈਂ ਸ਼ਰਤ ਲਾ ਆਇਆ। ਕਹਿੰਦੀ ਕਾਹਦੀ? ਕਿ ਸਾਰੇ ਕਹਿੰਦੇ ਸੀ ਦੁੱਧ ਚਿੱਟਾ ਹੁੰਦਾ, ਮੈਂ ਆਖਿਆ ਨਹੀਂ ਕਾਲਾ ਹੁੰਦਾ। ਉਹ ਕਹਿੰਦੀ ਪੁੱਤ ਤੂੰ ਹਾਰ ਜਾਣਾ। ਕਹਿੰਦਾ ਮੈਂ ਨਹੀਂ ਹਾਰਨਾ, ਤੂੰ ਪੈਸੇ ਕੱਟ। ਕਿ ਕਿਉਂ? ਕਹਿੰਦੇ ਮੈਂ ਹਾਰੂੰਗਾ ਤਾਂ ਜੇ ਮੈਂ ਮੰਨੂਗਾ ਤੇ ਮੈਂ ਮੰਨਦਾ ਹੀ ਨਹੀਂ, ਮੈਂ ਐਵੇਂ ਅੜੀ ਜਾਊਂਗਾ ਤੇ ਮੈਨੂੰ ਹਰਾ ਕੌਣ ਦਊਗਾ? ਇਹ ਨਰਿੰਦਰ ਮੋਦੀ ਵੀ ਉਸ ਮੁੰਡੇ ਵਾਂਗ ਜਦੋਂ ਜਿੱਤ ਤੇ ਆ ਜਾਵੇ ਕਿ ਅਸੀਂ ਉਹ ਇਹ ਤਾਂ ਦੱਸਦਾ ਹੀ ਨਹੀਂ ਕਿ ਸਾਫਟਵੇਅਰ ਆਇਆ ਕਿ ਨਹੀਂ ਆਇਆ, ਉਹ ਇਹ ਦੱਸਦਾ ਹੀ ਨਹੀਂ ਕਿ ਇਹਦੀ ਜਸੂਸੀ ਹੋਈ ਕਿ ਨਹੀਂ ਆਈ। ਉਹਦੀ ਸਰਕਾਰ ਸਾਰੀ ਦੀ ਸਾਰੀ ਇੱਕੋ ਗੱਲ ਕਹੀ ਜਾਂਦੀ ਆ, ਹਮਨੇ ਕੁਝ ਗਲਤ ਨਹੀਂ ਕੀਤਾ। ਵੀ ਗਲਤ ਨਹੀਂ ਕੀਤਾ, ਜਿਹੜਾ ਕੀਤਾ ਵਾ ਉਹੀ ਦੱਸ ਦਿਓ। ਤੁਸੀਂ ਇਹੋ ਹੀ ਦੱਸ ਦਿਓ ਕਿ ਸਾਫਟਵੇਅਰ ਭਾਰਤ ਵਿੱਚ ਆਇਆ ਕਿ ਨਹੀਂ ਆਇਆ, ਭਾਰਤ ਸਰਕਾਰ ਨੇ ਖਰੀਦਿਆ ਕਿ ਨਹੀਂ ਖਰੀਦਿਆ। ਇੰਨਾ ਵੀ ਤੁਸੀਂ ਦੱਸਣ ਨੂੰ ਤਿਆਰ ਨਹੀਂ, ਬਸ ਇੱਕੋ ਰੱਟ ਲਾਈ ਜਾਂਦੇ ਹਮਨੇ ਕੁਝ ਗਲਤ नहीं किया, हमने देश की सुरक्षा के लिए किया। ਜਦੋਂ ਤੱਕ ਇਹਨੇ ਦੇਸ਼ ਦੀ ਸੁਰੱਖਿਆ ਕੇ ਲਈ ਕੀਆ, ਇਹਦੇ ਵਿੱਚੋਂ ਇਹਦੀ ਗੱਲ ਨਿਕਲ ਆਉਂਦੀ ਹੈ ਕਿ ਤੁਸੀਂ ਕੁਝ ਕੀਆ ਜਿਹੜਾ ਹੁਣ ਦੱਸਣ ਲੱਗਿਆ ਤੁਹਾਨੂੰ ਸ਼ਰਮ ਆਉਂਦੀ ਹੈ। ਉਹ ਦੱਸ ਦਿਓ, ਲੋਕਾਂ ਨੂੰ ਪਤਾ ਲੱਗ ਜਾਵੇ ਤੁਸੀਂ ਕੀ ਕੀਤਾ। ਇੱਥੇ ਆ ਕੇ ਸਰਕਾਰ ਜਿਹੜੀ ਆ ਉਹ ਚੁੱਪ ਵੱਟ ਜਾਂਦੀ ਹੈ। ਬਿਲਕੁਲ ਸਹੀ। ਔਰ ਸਭ ਇੱਕ ਚੀਜ਼ ਮੈਂ ਪੁੱਛਾਂ, ਕੁਦਰਤੀ ਮੇਰੇ ਧਿਆਨ 'ਚ ਆ ਗਿਆ, ਆਪਾਂ ਕੇਂਦਰ ਦੀ ਸਿਆਸਤ ਦੀ ਗੱਲ ਕਰਦੇ ਕਰਦੇ ਪੰਜਾਬ ਵਾਲੇ ਪਾਸੇ ਗੇੜਾ ਮਾਰੀਏ ਤੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਣੀ ਹੈ ਹੁਣ, ਤੇ ਉਸ ਇਕੱਤਰਤਾ ਵਿੱਚ ਕਾਫੀ ਸਾਰੇ ਮੁੱਦੇ ਆ ਜਿਹੜੇ ਕਹਿੰਦੇ ਵੀ ਵਿਚਾਰੇ ਜਾਣੇ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਈ ਜਥੇਬੰਦੀਆਂ ਵੱਲੋਂ ਕਈ ਇਤਰਾਜ਼ ਅਕਾਲ ਤਖਤ ਸਾਹਿਬ ਤੇ ਪਹੁੰਚਾਏ ਗਏ ਸੀ। ਤੇ ਤੁਹਾਨੂੰ ਲੱਗਦਾ ਕਿ ਜਿਹੜੀ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਣੀ ਆ ਇਹਦੇ ਵਿੱਚੋਂ ਹੁਣ ਉਹਨਾਂ ਲਗਭਗ ਸਾਰੇ ਮਸਲਿਆਂ ਨੂੰ ਨਿਪਟਾ ਕੇ ਗੱਲ ਨਿਕਲ ਆਊਗੀ, ਜਾਂ ਫਿਰ ਹੁਣ ਵੀ ਕੁਝ ਇੱਕ ਨੂੰ ਨਿਪਟਾ ਲਿਆ ਜਾਊਗਾ ਤੇ ਕੁਝ ਇੱਕ ਨੂੰ ਅੱਗੇ ਪਾ ਲਿਆ ਜਾਊਗਾ? ਮੈਨੂੰ ਪਤਾ ਨਹੀਂ, ਬਾਕੀ ਸਭ ਥਾਵਾਂ ਤੇ ਮੀਟਿੰਗ ਜਾਂ ਬੈਠਕ ਹੁੰਦੀ ਹੈ, ਇਹਨਾਂ ਦੇ ਕਿਉਂ ਇਹਨੂੰ ਹਰ ਵਾਰੀ ਇਕੱਤਰਤਾ ਕਹਿੰਦੇ? ਇੱਕ ਲਫ਼ਜ਼ ਇਹਨਾਂ ਨਾਲ ਜੁੜਿਆ, ਚਲੋ ਇਕੱਤਰਤਾ ਕਰਨ ਹੈ ਤਾਂ ਬੈਠਕ ਹੀ ਆ। ਅਸੀਂ ਇਹੋ ਜਿਹੀਆਂ ਬੈਠਕਾਂ ਦੇ ਬਹੁਤ ਤਮਾਸ਼ੇ ਵੇਖੇ ਆ। ਨਾਨਕਸ਼ਾਹੀ ਕੈਲੰਡਰ ਬਾਰੇ ਇੱਥੇ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਕੀਤਾ ਤੇ 1 ਘੰਟੇ ਬਾਅਦ ਉਹਨਾਂ ਚੋਂ ਇੱਕ ਨੇ ਪ੍ਰੈਸ ਨੂੰ ਕਹਿਤਾ ਕਿ ਸਾਡੇ ਤੋਂ ਦੱਸ ਕੇ ਕਰਾ ਲਏ ਸੀ ਕਿ ਫੈਸਲਾ ਬਾਅਦ ਚ ਲਿਖ ਲਾਂਗੇ, ਫੈਸਲਾ ਤੇ ਉਹ ਲਿਖਿਆ ਜਿਹੜਾ ਹੋਇਆ ਹੀ ਨਹੀਂ। ਉਦੋਂ ਵੀ ਰੌਲਾ ਪਿਆ ਸੀ, ਅੱਗੇ ਵੀ ਕਈ ਵਾਰ ਆ। ਹੁਣ ਉੱਥੇ ਸਾਰੇ ਅੰਮ੍ਰਿਤਸਰ 'ਚ ਰੌਲਾ ਪੈਣ ਡਿਆ ਕਿ ਜਿਹੜਾ ਬੰਦਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ, ਹਰਿਮੰਦਰ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਦੀ ਇੰਟਰਵਿਊ ਵਾਸਤੇ ਆਇਆ ਤੇ ਰਿਜੈਕਟ ਕੀਤਾ ਗਿਆ, ਉਹਨੂੰ ਬਾਅਦ 'ਚ ਸਿੰਘ ਸਾਹਿਬ ਬਣਾ ਦਿੱਤਾ ਗਿਆ। ਜਿਹੜਾ ਬੰਦਾ ਗ੍ਰੰਥੀ ਲੱਗਣ ਦੇ ਯੋਗ ਨਹੀਂ
ਉਹਨੂੰ ਉਹਦੇ ਨਾਲ ਵੀ ਉੱਚੀ ਪਦਵੀ ਤੇ ਬਿਠਾ ਦਿਓ। ਤੇ ਉਦੋਂ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਨੇ ਕਹਿਤਾ ਕਿ ਮੈਂ ਤੇ ਉਹਨੂੰ ਸਰੋਪਾ ਹੀ ਨਹੀਂ ਦੇਣਾ, ਇਸ ਕਰਕੇ ਉਹਨੂੰ ਸਰੋਪਾ ਨਹੀਂ ਦੇਣਾ ਕਿ ਜਿਨ੍ਹਾਂ ਨੇ ਇੰਟਰਵਿਊ ਲਈ ਸੀ ਗ੍ਰੰਥੀ ਸਿੰਘਾਂ ਦੀ, ਮੈਂ ਉਹਨਾਂ ਦੇ ਵਿੱਚ ਸਾਂ, ਮੈਂ ਤੇ ਇਹਨੂੰ ਗ੍ਰੰਥੀ ਦੇ ਤੌਰ ਤੇ ਰਿਜੈਕਟ ਕੀਤਾ ਤੇ ਇਹਨੂੰ ਏਡਾ ਵੱਡਾ ਸਿੰਘ ਸਾਹਿਬ ਬਣਾਉਣ ਲੱਗਿਆ, ਮੈਂ ਸਰੋਪਾ ਕਿੱਦਾਂ ਦੇ ਦਿਆਂ। ਰੌਲਾ ਕਈਆਂ ਦਿਨਾਂ ਦਾ ਪੈਣ ਡਿਆ ਤੇ ਇਹਦਾ ਅਜੇ ਤੱਕ ਕਿਸੇ ਨੇ ਜਵਾਬ ਨਹੀਂ ਦਿੱਤਾ ਕਿ ਇਹ ਗੱਲ ਸੱਚੀ ਹੈ ਕਿ ਨਹੀਂ ਸੱਚੀ, ਇਹ ਵੀ ਮਾਮਲਾ ਕਿਉਂ ਲੁਕਾਇਆ ਗਿਆ। ਹੋਰ ਵੀ ਕਈ ਅਸੀਂ ਪਿਛਲੇ ਦਿਨਾਂ 'ਚ ਵੇਖਿਆ ਏਜੰਡਾ ਹੋਰ ਦੱਸਿਆ ਜਾਂਦਾ, ਬਾਅਦ ਵਿੱਚ ਮੀਟਿੰਗ ਦੇ ਐਨ ਸਿਰੇ ਦੇ ਉੱਤੇ ਜਾ ਕੇ ਏਜੰਡਾ ਬਦਲ ਕੇ 2-3 ਹੋਰ ਗੱਲਾਂ ਪਾ ਕੇ ਉਹਨਾਂ ਤੇ ਟਾਈਮ ਵੇਸਟ ਕਰ ਦਿੱਤਾ ਜਾਂਦਾ ਤੇ ਅਸਲੀ ਏਜੰਡਾ ਕਹਿੰਦੇ ਜੀ ਬਾਅਦ 'ਚ ਵਿਚਾਰਾਂਗੇ। ਹੁਣ ਭੜਕਦੇ ਏਜੰਡੇ ਦੇ ਵਿੱਚ ਇੱਕ ਚਰਚਾ ਕਿ ਸੁੱਚਾ ਸਿੰਘ ਲੰਗਾਹ ਨੂੰ ਭਲਕੇ ਮੁਆਫੀ ਦਿੱਤੀ ਜਾ ਸਕਦੀ ਹੈ। ਇੱਕ ਚਰਚਾ ਇਹ ਵੀ ਹੈ ਕਿ ਭਲਕੇ ਕੋਈ ਵੱਡਾ ਬੰਦਾ ਪੇਸ਼ ਹੋਣ ਆ ਰਿਹਾ, ਪਤਾ ਨਹੀਂ ਉਹ ਵੱਡਾ ਬੰਦਾ ਕੌਣ ਪੇਸ਼ ਹੋਣ ਆ ਰਿਹਾ, ਅਜੇ ਤੱਕ ਤੇ ਸਮਝ ਨਹੀਂ ਲੱਗਦੀ। ਉਹ ਕਹਿੰਦੇ ਜੀ ਉਹਨੂੰ ਅਗਲੀਆਂ ਚੋਣਾਂ ਵਾਸਤੇ ਲੋੜ ਹੈ ਵੀ ਮੈਂ ਇੱਕ ਵਾਰੀ ਜਾਵਾਂ ਤੇ ਪੇਸ਼ ਹੋ ਕੇ ਆ ਜਾਵਾਂ। ਇੱਥੇ ਬਹੁਤ ਸਾਰੇ ਲੋਕ ਤਮਾਸ਼ੇ ਕਰਦੇ ਰਹੇ ਆ, ਅਸੀਂ ਵੇਖਿਆ ਹੋਇਆ। ਇੱਕ ਵਾਰੀ ਕੱਲ ਨੂੰ ਇਹੋ ਜਿਹਾ ਕੁਝ ਹੋਰ ਹੋ ਸਕਦਾ। ਇਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤੇ ਇਹਦੇ ਨਾਲ ਦੇ ਸਿੰਘ ਸਾਹਿਬਾਨ ਨੇ ਜਦੋਂ 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋਣ ਦੀ ਗੱਲ ਆਈ, ਅੱਗ ਵਿੱਚ ਸੜਨ ਦੀ ਗੱਲ ਆਈ, ਸਾਰੀ ਪੜਤਾਲ ਕਮੇਟੀ ਦੀ ਰਿਪੋਰਟ ਸਾਫ਼ ਹੋ ਗਈ। ਇਹਨੇ ਕਿਦਾਂ ਟੁੱਟ ਕੇ ਪਿਆ ਸੀ, ਸਾਰਿਆਂ ਦੀ ਬੇਇੱਜ਼ਤੀ ਕੀਤੀ ਸੀ। ਚਲੋ ਸਾਰੀ ਪਰਿਕਰਮਾ ਦੇ ਤੁਸੀਂ ਇੱਕ ਚੱਕਰ ਲਾ ਕੇ ਆਓ, ਪਰਿਕਰਮਾ ਕਰਕੇ ਆਓ, ਸਾਰੇ ਰਸਤੇ ਇੱਕ ਦੂਜੇ ਨਾਲ ਗੱਲ ਨਹੀਂ ਕਰਨੀ, ਜਾਪ ਕਰਦੇ ਆਓ, ਇਧਰ ਸੰਗਤ ਵੱਲ ਪਿਛਾਂਹ ਨੂੰ ਮੂੰਹ ਮੋੜ ਕੇ ਮਾਫੀ ਮੰਗੋ, ਕਿੰਨਾ ਕੁਝ ਕੀਤਾ ਸੀ। ਤੇ ਇਹੋ ਹੀ ਆ ਜਿਹਨੇ ਇੱਕ ਹਫ਼ਤੇ ਬਾਅਦ ਮੁੜ ਕੇ ਕਹਿ ਦਿੱਤਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਕੋਈ ਗਾਇਬ ਹੀ ਨਹੀਂ ਹੋਇਆ। ਤੇ ਫਿਰ ਨਾਲ ਇਹ ਵੀ ਕਹਿ ਦਿੰਦਾ ਕਿ ਮੈਂ ਪਿਛਲੀ ਵਾਰੀ ਜੋ ਕੁਝ ਕੀਤਾ ਝੂਠ ਹੀ ਬੋਲਦਾ ਰਿਹਾ ਸਾਂ, ਉਹ ਇਹਨੇ ਅੱਜ ਤੱਕ ਨਹੀਂ ਆਖਿਆ। ਇਹ ਅਸੀਂ ਵੇਖਦੇ ਪਏ ਹਾਂ ਕਿ ਇੱਥੇ ਜਥੇਦਾਰ ਜਿੰਨੇ ਕੁ ਆਉਂਦੇ ਆ, ਆਉਣ ਲੱਗਿਆ ਬੜੀ ਚੜ੍ਹਤ ਵਿੱਚ ਆਉਂਦੇ ਆ, ਥੋੜੇ ਚਿਰ ਬਾਅਦ ਉਹਨਾਂ ਦੀ ਚੜ੍ਹਤ ਖਤਮ ਹੋ ਜਾਂਦੀ ਹੈ। ਫਿਰ ਜਿੰਨਾ ਕੁ ਉਹਨਾਂ ਨੂੰ ਆਖਿਆ ਜਾਂਦਾ ਉਹਨਾਂ ਕੁ ਕੰਮ ਕਰੀ ਜਾਂਦੇ ਆ। ਹਿਜ ਮਾਸਟਰ ਵੈਸ ਬਣ ਕੇ ਬਹਿ ਜਾਣਾ ਤੇ ਉਹਦਾ ਕੀ ਫਾਇਦਾ। ਸਾਨੂੰ ਇਹ ਚੇਤਾ ਕਿ 1991-92 ਦੇ ਵਿੱਚ ਇੱਥੇ ਇੱਕ ਬੜਾ ਪੜ੍ਹਿਆ ਲਿਖਿਆ ਪ੍ਰੋਫੈਸਰ ਲਿਆ ਕੇ ਐਕਟਿੰਗ ਜਥੇਦਾਰ ਬਣਾਤਾ। ਉਹਨੇ ਆਉਣ ਲੱਗਿਆ ਆਖਿਆ ਸੀ ਕਿ ਸਿੱਖ ਪੰਥ ਵਿੱਚ ਗੁਰੂ ਦਾ ਬੰਦਾ ਬਣਨ ਦੇ ਬਜਾਏ ਬੰਦੇ ਦਾ ਬੰਦਾ ਬਣਨ ਦੀ ਪ੍ਰਵਿਰਤੀ ਹੈ, ਮੈਂ ਉਹ ਪ੍ਰਵਿਰਤੀ ਖਤਮ ਕਰਾਂਗਾ। ਤੇ ਹੋਇਆ ਇਹ ਸੀ ਕਿ ਐਡਾ ਬੰਦੇ ਦਾ ਬੰਦਾ ਬਣਿਆ ਕਿ ਜਿੱਥੇ ਕੋਈ ਸੱਦਦਾ ਸੀ ਉੱਥੇ ਸਭ ਤੋਂ ਪਹਿਲਾਂ ਹਾਜ਼ਰ ਹੋ ਜਾਂਦਾ ਸੀ। ਮੁੜ ਕੇ ਉਹ ਡਿਪਟੀ ਕਮਿਸ਼ਨਰਾਂ ਦੀਆਂ ਮੀਟਿੰਗਾਂ 'ਚ ਵੀ ਜਾਣ ਲੱਗ ਪਿਆ ਸੀ ਤੇ ਲੋਕਾਂ ਪਹਿਲੀ ਵਾਰੀ ਵੇਖਿਆ ਸੀ ਕਿ ਅਕਾਲ ਤਖਤ ਦਾ ਜਥੇਦਾਰ ਡਿਪਟੀ ਕਮਿਸ਼ਨਰ ਦੀ ਸੱਦੀ ਮੀਟਿੰਗ ਵਿੱਚ ਵੀ ਚਲਾ ਜਾਂਦਾ। ਇੱਥੇ ਜਿੰਨੇ ਕੁ ਆਉਂਦੇ ਨੇ ਆਉਣ ਲੱਗਿਆ ਹੋਰ ਨਾ ਸਮਝਦਾ। ਅੰਮ੍ਰਿਤਸਰ 'ਚ ਪੁੱਛੋ ਤੇ ਉਹ ਕਹਿੰਦੇ ਜੀ ਜਿਹਨੂੰ ਵੀ ਲਿਆਉਂਦੇ ਆ ਆਉਣ ਲੱਗਿਆ ਹਾਥੀ ਤੇ ਚੜ੍ਹ ਕੇ ਆਉਂਦਾ, ਜਾਣ ਲੱਗਿਆ ਉਹਨੂੰ ਕੋਈ ਰਿਕਸ਼ੇ ਦਾ ਕਿਰਾਇਆ ਵੀ ਨਹੀਂ ਦਿੰਦਾ। ਇਹ ਹੁਣ ਜਿਹੜਾ ਹੁਣ ਵਾਲਾ ਜਥੇਦਾਰ ਭੜਕਦੀ ਮੀਟਿੰਗ 'ਚ ਕੀ ਕਰੂਗਾ ਮੈਨੂੰ ਪਤਾ ਨਹੀਂ, ਪਰ ਮੁੱਦੇ ਉੱਥੇ ਬਹੁਤ ਸਾਰੇ ਆ। ਖਾਸ ਤੌਰ ਤੇ ਹੁਣੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਲਾਗੇ ਜਿਹੜੀ ਉਹ ਪਾਰਕਿੰਗ ਬਣ ਲੱਗੀ ਆ, ਉਹਦੀ ਜਿਹੜੀ ਖੁਦਾਈ ਕੀਤੀ ਉਹਦੇ ਥੱਲਿਓਂ ਜਿਹੜੇ ਉਹ ਇਤਿਹਾਸਿਕ ਢਾਂਚੇ ਨਿਕਲੇ ਆ, ਉਹਨਾਂ ਢਾਂਚਿਆਂ ਦਾ ਸਵਾਲ ਹੈ। ਔਰ ਜਿੰਨੇ ਕੁ ਅਨੁਰਾਗ ਸਿੰਘ ਵਰਗੇ ਜਿਹੜੇ ਸਿੱਖ ਵਿਦਵਾਨ ਨੇ ਜਿਨ੍ਹਾਂ ਨੂੰ ਸਿੱਖੀ ਦਾ ਪਤਾ, ਸਿੱਖ ਇਤਿਹਾਸ ਦਾ ਪਤਾ, ਰਵਾਇਤਾਂ ਦਾ ਪਤਾ, ਉਹ ਸਾਰੇ ਕਹਿੰਦੇ ਆ ਜੀ ਇਹਦਾ ਸੰਬੰਧ ਪੁਰਾਣੇ ਮੌਕਿਆਂ ਨਾਲ ਹੋ ਸਕਦਾ, ਇਹਦੀ ਪੜਤਾਲ ਹੋਣ ਦਿਓ। ਸ਼੍ਰੋਮਣੀ ਕਮੇਟੀ ਨੇ ਆਪਣੀ ਮੀਟਿੰਗ 'ਚ ਉਸ ਮੁੱਦੇ ਦੇ ਉੱਤੇ ਵੀ ਇਸ ਤਰ੍ਹਾਂ ਜਿਵੇਂ ਪੋਚਾ ਪਾਉਣ ਦਾ ਯਤਨ ਕੀਤਾ। ਇਹੋ ਕੰਮ ਕੱਲ ਨੂੰ ਜੇ ਅਕਾਲ ਤਖਤ ਸਾਹਿਬ ਤੋਂ ਵੀ ਹੋ ਗਿਆ ਫਿਰ ਕੀ ਹੋਵੇਗਾ। ਇਦਾਂ ਦੇ ਕਈ ਮੁੱਦੇ ਆ ਜਿਨ੍ਹਾਂ ਦੇ ਉੱਤੇ ਲੋਕਾਂ ਦਾ ਧਿਆਨ ਹੈ, ਪਰ ਮੈਨੂੰ ਆਸ ਬਹੁਤੀ ਨਹੀਂ ਕਿ ਸਿੰਘ ਸਾਹਿਬ ਉੱਥੇ ਕੋਈ ਇਸ ਤਰ੍ਹਾਂ ਦਾ ਫੈਸਲਾ ਕਰਨਗੇ। ਇੱਕੋ ਗੁਰੂ ਰਾਮਦਾਸ ਸਰਾਂ ਨੂੰ ਵੀ ਢਾਉਣ ਦਾ ਮਸਲਾ ਉਹ ਬਲਦੇਵ ਸਿੰਘ ਵਡਾਲਾ ਹੋਰਾਂ ਦਾ ਜੱਥਾ ਚੁੱਕ ਰਿਹਾ ਜੀ, ਉਹ ਸਰਾਂ ਨੂੰ ਢਾਉਣ ਦੀ ਵੀ ਚਰਚਾ ਚੱਲਦੀ ਕੋਈ? ਅਜੇ ਤੱਕ ਇਹਨਾਂ ਦਾ ਢਾਉਣ ਦਾ ਹੀ ਕੰਮ ਹੈ, ਬਣਾਉਣ ਦਾ ਤੇ ਕੋਈ ਜਿਹੜੀਆਂ ਨਵੀਆਂ ਉਸਾਰੀਆਂ ਹੋ ਰਹੀਆਂ ਨੇ ਉਹ 'ਚ ਸਿੱਖ ਪਰੰਪਰਾਵਾਂ ਕਿੱਥੇ ਆ। ਪਹਿਲਾਂ ਇਹਨਾਂ ਨੇ ਕਾਰ ਸੇਵਾ ਵਾਲਿਆਂ ਨੂੰ ਜਦੋਂ ਸੁਲਤਾਨਪੁਰ ਲੋਧੀ 'ਚ ਬੇਬੇ ਨਾਨਕੀ ਦਾ ਕਰ ਦਿੱਤਾ, ਗੁਰੂ ਨਾਨਕ ਸਾਹਿਬ ਦੀ ਭੈਣ ਸੀ ਉਹਦੇ ਕੋਲ ਗੁਰੂ ਨਾਨਕ ਸਾਹਿਬ ਰਹਿੰਦੇ ਰਹੇ ਸੀ। ਗੁਰੂ ਨਾਨਕ ਸਾਹਿਬ ਦੇ ਨਾਲ ਉਹ ਸਾਰੀਆਂ ਯਾਦਾਂ ਜੁੜੀਆਂ ਸਨ। ਉੱਥੋਂ ਸਾਰੀਆਂ ਨਾਨਕਸ਼ਾਹੀ ਇੱਟਾਂ ਪੁੱਟ ਕੇ ਉਹ ਪੁਰਾਣਾ ਘਰ ਢਾਹ ਕੇ ਤੇ ਉੱਤੇ ਸੰਗਮਰਮਰ ਲਾਤਾ, ਸੰਗਤ ਬੋੜੀ ਕਰਦੀ ਰਹਿ ਗਈ। ਇਹ ਇਸ ਤਰ੍ਹਾਂ ਕਿਉਂ ਹੁੰਦਾ ਪਿਆ? ਵਿਦੇਸ਼ਾਂ ਵਿੱਚ ਜਾ ਕੇ ਵੇਖੋ, ਉਹਨਾਂ ਨੇ 5-5, 800 ਸਾਲ ਪੁਰਾਣੇ ਜਿਹੜੇ ਢਾਂਚੇ ਨੇ ਉਹ ਸੰਭਾਲ ਕੇ ਰੱਖੇ ਨੇ। ਇੱਥੇ ਗੁਰੂ ਸਾਹਿਬ ਦੀਆਂ ਯਾਦਾਂ ਜਿਹੜੀਆਂ ਹੈਗੀਆਂ ਵੀ ਆ ਉਹ ਵੀ ਢਾਹ ਕੇ ਉਹਨਾਂ ਦੀ ਥਾਂ ਤੇ ਸੰਗਮਰਮਰ ਲਾਈ ਜਾਂਦੇ ਆ। ਤੁਸੀਂ ਦਰਬਾਰ ਸਾਹਿਬ ਚਲ ਜਾਓ, ਲੋਕੀ ਮੂੰਹੋਂ ਦੱਸੀ ਜਾਂਦੇ ਆ ਕਿ ਫਲਾਣੇ ਗੁਰਦੁਆਰੇ ਦੀ ਕਾਰ ਸੇਵਾ ਇੰਨੇ ਪੈਸਿਆਂ 'ਚ ਵਿਕੀ ਆ, ਫਲਾਣੇ ਗੁਰਦੁਆਰੇ ਦੀ ਕਾਰ ਸੇਵਾ ਦੇ ਵਿੱਚੋਂ ਫਲਾਣੇ ਦੀਆਂ ਕੋਠੀਆਂ ਬਣੀਆਂ ਨੇ। ਜੋ ਕੁਝ ਉੱਥੇ ਚੱਲਦਾ ਲੋਕੀ ਉਹ ਸਾਫ਼ ਦੱਸਦੇ ਆ ਜੀ ਇਹਨਾਂ ਥਾਵਾਂ ਦੇ ਉੱਤੇ ਸੰਗਮਰਮਰ ਲੱਗਦਾ, ਉਹ ਸੰਗਮਰਮਰ ਦੀ ਕਮਾਈ ਜਿਹੜੀ ਆ ਉਹ 'ਚੋਂ ਹਿੱਸੇ ਪੱਤੀਆਂ ਹੁੰਦੀਆਂ ਨੇ। ਜਿਹਨੂੰ ਵੀ ਕਾਰਵਾਈ ਦਾ ਉੱਥੇ ਕਾਰ ਸੇਵਾ ਦਾ ਮੌਕਾ ਦੇ ਦਿੱਤਾ ਜਾਂਦਾ, ਉਹ 5-7 ਥਾਵਾਂ ਦੇ ਉੱਤੇ ਆਪਣੇ ਟੋਕਰੇ ਜਿਹੜੇ ਆ ਸੰਗਤ ਤੋਂ ਭੇਟਾ ਲੈਣ ਵਾਸਤੇ ਰੱਖ ਦਿੰਦਾ। ਉਹ ਕਮਾਈ ਸਾਰੀ ਕੋਈ ਇਹਦਾ ਆਡਿਟ ਥੋੜਾ ਹੁੰਦਾ, ਜਿੰਨੇ ਮਰਜ਼ੀ ਆ ਗਏ ਜੋ ਮਰਜ਼ੀ ਆ ਗਏ। ਸਿਰਫ ਅਸੀਂ ਸੁਣਦੇ ਆ ਕਿ ਇੱਕ ਦਾਨੀ ਸੱਜਣ ਆਇਆ ਸੀ, ਅੱਧੀ ਰਾਤ ਨੂੰ ਆ ਕੇ ਸਰੀਏ ਦਾ ਟਰੱਕ ਰੱਖ ਗਿਆ। ਉਹ ਕੌਣ ਰੱਖ ਗਿਆ ਪਤਾ ਨਹੀਂ। ਇੱਕ ਦਾਨੀ ਸੱਜਣ ਆਇਆ ਸੀ, ਸੀਮੈਂਟ ਦਾ ਭਰਿਆ ਟਰੱਕ ਰੱਖ ਗਿਆ। ਜਿਹੜੇ ਰੱਖਣ ਵਾਲੇ ਆ
ਉਹ ਚੁੱਪ ਚਪੀਤੇ ਰੱਖ ਜਾਂਦੇ ਆ। ਤੇ ਜੇ ਉਹ ਚੁੱਪ ਚਪੀਤੇ ਰੱਖ ਜਾਂਦੇ ਆ ਤੇ ਇਹ ਜਿਹੜੇ ਅੱਗੇ ਵੰਡਣ ਵਾਲੇ ਆ, ਇਹ ਭਾਵੇਂ ਚੁੱਪ ਚਪੀਤਾ ਵੀ ਵੰਡਣ ਤਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਔਰ ਸਾਰਿਆਂ ਥਾਵਾਂ ਦੇ ਉੱਤੇ, ਧਾਰਮਿਕ ਥਾਵਾਂ ਦੇ ਉੱਤੇ ਜਿਹੜੇ ਲੋਕ ਸੇਵਾਦਾਰ ਨੇ ਉਹਨਾਂ ਦੇ ਵਿੱਚ ਵੀ ਫੱਟ ਗੱਲ ਚੱਲ ਜਾਂਦੀ ਹੈ ਕਿ ਫਲਾਣੇ ਨੂੰ ਇਨਾ ਮਿਲ ਗਿਆ ਜੀ। ਤੇ ਸੁੱਚਾ ਸਿੰਘ ਲੰਗਾਹ ਹੋਰਾਂ ਦੀ ਮਾਫੀ ਦੀ ਤੁਸੀਂ ਗੱਲ ਕੀਤੀ ਸੀ, ਇਹਦਾ ਮਤਲਬ ਇਹ ਹੋ ਗਿਆ ਕਿ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀ ਕਿਸੇ ਨਾ ਕਿਸੇ ਤਰ੍ਹਾਂ ਮਾਫੀ ਦਵਾ ਕੇ ਤੇ ਦੁਬਾਰਾ ਆਪਣਾ ਬੰਦਾ ਉੱਥੇ ਬਹਾਲ ਕਰ ਲਈਏ ਤਾਂ ਜੋ 2022 ਦੀਆਂ ਇਲੈਕਸ਼ਨਾਂ 'ਚ ਕੈਂਡੀਡੇਟ ਕੋਈ ਹੋਰ ਨਾ ਲੱਭਣਾ ਪਵੇ, ਤਾਂ ਕਰਕੇ। ਜਿੱਦਣ ਸੁੱਚਾ ਸਿੰਘ ਲੰਗਾਹ ਕਈ ਦਿਨ ਲੁਕਿਆ ਰਹਿਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਹੋਇਆ, ਪੁਲਿਸ ਉਹਨੂੰ ਫੜ ਕੇ ਮੁੜ ਕੇ ਲੈ ਕੇ ਜਾ ਰਹੀ ਸੀ। ਅਕਾਲੀਆਂ ਨੇ ਉਹਦੇ ਪਿੱਛੇ ਪਿੱਛੇ ਨਾਅਰੇ ਲਾਏ ਸੀ, ਸੁੱਚਾ ਸਿੰਘ ਲੰਗਾਹ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਉਹ ਸੋਚ ਕਿਹੜੀ ਸੀ? ਤੇ ਜੇ ਉਹ ਸੋਚ ਉਸ ਦਿਨ ਨਾ ਪ੍ਰਵਾਨ ਸੀ ਜਦੋਂ ਅਜੇ ਸੁੱਚਾ ਸਿੰਘ ਅਦਾਲਤ ਤੋਂ ਬਰੀ ਨਹੀਂ ਸੀ ਹੋਇਆ, ਅਦਾਲਤ ਵਿੱਚ ਪੇਸ਼ੀਆਂ ਭੁਗਤਦਾ ਸੀ, ਪੁਲਿਸ ਰਿਮਾਂਡ ਸੀ, ਤੇ ਹੁਣ ਤਾਂ ਉਹਦੇ ਕੋਲ ਇੱਕ ਸਰਟੀਫਿਕੇਟ ਹੈ ਕਿ ਮੈਂ ਅਦਾਲਤ ਤੋਂ ਬਰੀ ਹੋ ਕੇ ਆ ਗਿਆ। ਭਾਵੇਂ ਸਰਟੀਫਿਕੇਟ ਇਸ ਕਰਕੇ ਆ ਕਿ ਜਿਹੜੀ ਬੀਬੀ ਨੇ ਦੋਸ਼ ਲਾਇਆ ਉਹਦਾ ਸਮਝੌਤਾ ਹੋ ਗਿਆ, ਜਿਹੜੀ ਉਹਦੀ ਪ੍ਰਾਪਰਟੀ ਇਹਨੇ ਨਜਾਇਜ਼ ਕਬਜ਼ੇ 'ਚ ਲਈ ਸੀ ਉਹ ਬਾਅਦ 'ਚ ਛੱਡਣੀ ਪੈ ਗਈ ਔਰ ਛੱਡੀ ਵਾਪਸ ਕੀਤੀ, ਉਹਦੇ ਨਾਂ ਚੜਾਈ, ਉਹਦਾ ਕਰਕੇ ਸਮਝੌਤਾ ਹੋਇਆ। ਉਹ ਸਭ ਕੁਝ ਹੋਣ ਤੋਂ ਬਾਅਦ ਹੁਣ ਤਾਂ ਉਹਨਾਂ ਕੋਲ ਕਈ ਬਹਾਨੇ ਹੈਗੇ ਨੇ। ਹੁਣ ਤਾਂ ਇਹ ਵੀ ਆ ਕਿ ਅਕਾਲ ਤਖਤ ਤੋਂ ਚੋਰੀ ਗੁਰਦਾਸਪੁਰ ਦੇ ਵਿੱਚ ਇੱਕ ਥਾਂ ਤੇ ਇੱਕ ਸਮਾਗਮ 'ਚ ਉਹਨੂੰ ਅੰਮ੍ਰਿਤ ਵੀ ਛਕਾਤਾ ਔਰ ਅਕਾਲ ਤਖਤ ਵਾਲਿਆਂ ਨੇ ਜਿਹੜੇ ਬੰਦੇ ਇਹਨੂੰ ਅੰਮ੍ਰਿਤ ਛਕਾਉਣ ਵਾਲੇ ਸੀ ਉਹਨਾਂ ਨੂੰ ਸਜ਼ਾ ਲਾਤੀ। ਪਰ ਇਹ ਅਜੇ ਤੱਕ ਨਹੀਂ ਦੱਸਿਆ ਕਿ ਉਹਨਾਂ ਦਾ ਛਕਾਇਆ ਅੰਮ੍ਰਿਤ ਪ੍ਰਵਾਨ ਹੈ ਕਿ ਨਹੀਂ ਪ੍ਰਵਾਨ। ਇਹ ਫੈਸਲਾ ਹੀ ਅਜੇ ਤੱਕ ਨਹੀਂ ਕੀਤਾ ਕਿ ਜੇ ਅਕਾਲ ਤਖਤ ਦੀ ਅਵੱਗਿਆ ਕਰਕੇ 5 ਬੰਦੇ ਇੱਕ ਬੰਦੇ ਤਨਖਾਹੀਏ ਨੂੰ ਅੰਮ੍ਰਿਤ ਛਕਾ ਦੇਣ, ਕੀ ਉਹ ਅੰਮ੍ਰਿਤ ਛਕਿਆ ਪ੍ਰਵਾਨ ਹੈ ਕਿ ਨਹੀਂ ਪ੍ਰਵਾਨ, ਉਹ ਜਾਇਜ਼ ਹੈ ਕਿ ਨਹੀਂ ਜਾਇਜ਼। ਇਹ ਵੀ ਪਹਿਲੀ ਵਾਰ ਹੋਇਆ। ਹੁਣ ਤੱਕ ਇਹ ਹੁੰਦਾ ਸੀ ਕਿ ਕਿਸੇ ਨੂੰ ਪਹਿਲਾਂ ਤਨਖਾਹ ਲਾਈ ਜਾਂਦੀ, ਸਜ਼ਾ ਸੁਣਾਈ ਜਾਂਦੀ ਸੀ, ਫਿਰ ਉਹ ਸਾਰੀ ਸਜ਼ਾ ਭੁਗਤ ਕੇ ਆਉਂਦਾ, ਦੇਗ ਚੜਾਉਂਦਾ, ਅਰਦਾਸ ਕਰਾਉਂਦਾ ਤੇ ਫਿਰ ਉਹਨੂੰ ਅੰਮ੍ਰਿਤ ਛਕਾਇਆ ਜਾਂਦਾ ਸੀ। ਇਹਨੂੰ ਗੁਰਦਾਸਪੁਰ ਦੇ ਵਿੱਚ ਬਾਕੀ ਸਭ ਗੱਲਾਂ ਬਾਅਦ ਵਿੱਚ, ਤੇ ਪਹਿਲਾ ਕੰਮ ਇਹਨੂੰ ਫਟਾਫਟ ਲਿਜਾ ਕੇ ਰੌਲਾ ਪੈਣ ਤੋਂ ਪਹਿਲਾਂ ਅੰਮ੍ਰਿਤ ਛਕਾ ਦਿੱਤਾ ਸੀ। ਜਿਨ੍ਹਾਂ ਨੇ ਇਹ ਕੰਮ ਕਰਤਾ ਸੀ ਉਹਨਾਂ ਨੇ ਭਲਕੇ ਕਰਨ, ਪਰਸੋਂ ਕਰਨ। ਸਿੰਘ ਸਾਹਿਬਾਨ ਤੋਂ ਜਿੱਦਾਂ ਉਹ ਪਹਿਲੇ 5 ਸਿੰਘ ਸਾਹਿਬਾਨ ਨੂੰ ਚੰਡੀਗੜ੍ਹ ਸੱਦ ਕੇ ਆਖਿਆ ਸੀ ਸੱਚੇ ਸੌਦੇ ਵਾਲੇ ਬਾਬੇ ਨੂੰ ਮਾਫ ਕਰ ਦਿਓ, ਇਸੇ ਤਰ੍ਹਾਂ ਹੀ ਹੁਣ ਇਹਨਾਂ ਨੂੰ 5 ਸਿੰਘ ਸਾਹਿਬਾਨ ਨੂੰ ਇੱਕ ਥਾਂ ਦੇ ਉੱਤੇ ਸੱਦ ਕੇ ਜੀ ਕਹਿ ਦੇਣਗੇ ਜਿੱਦਾਂ ਸੱਚੇ ਸੌਦੇ ਵਾਲੇ ਨੂੰ ਪਿਛਲਿਆਂ ਨੇ ਮਾਫ ਕੀਤਾ ਸੀ, ਹੁਣ ਸੱਚੇ ਸੌਦੇ ਵਾਲਾ ਨਾ ਸਹੀ ਸੱਚੇ ਸੁੱਚੇ ਬੰਦੇ ਨੂੰ ਮਾਫ ਕਰ ਦਿਓ, ਲੈ ਇਹ ਵੀ ਕੰਮ ਨਾਲ ਹੋ ਜਾਊਗਾ ਜੀ। ਪਰ ਸਾਹਿਬ 2022 ਦੀਆਂ ਇਲੈਕਸ਼ਨਾਂ ਤੇ ਗੱਠਜੋੜਾਂ ਦਾ ਇਸ ਵਕਤ ਦੌਰ ਆ। ਸ਼੍ਰੋਮਣੀ ਅਕਾਲੀ ਦਲ ਨੇ ਤੇ ਚਲੋ ਕਰ ਲਿਆ ਬਸਪਾ ਨਾਲ ਗੱਠਜੋੜ, ਤੇ ਇੱਕ ਦੂਜੇ ਗੱਠਜੋੜ ਦੀ ਚਰਚਾ ਇਹ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਚੋਂ ਵੱਖਰਿਆ ਹੈ ਜਿਹੜਾ ਧੜਾ ਹੈ ਟਕਸਾਲੀ ਅਕਾਲੀਆਂ ਦਾ। ਉਹਨਾਂ ਨੇ ਹੁਣ ਆਪਣਾ ਬ੍ਰਹਮਪੁਰਾ ਸਾਹਿਬ ਤੇ ਢੀਂਡਸਾ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾ ਲਿਆ। ਉਹਨਾਂ ਦਾ ਸ਼ਾਇਦ ਕੋਈ ਗੱਠਜੋੜ ਸਮਝੌਤਾ ਹੋ ਜੇ, ਪਰ ਹੁਣ ਜਿਹੜੀ ਇਹ ਹਵਾ ਜੀ ਚੱਲਦੀ ਆ ਵੀ ਸ਼ਾਇਦ ਉਹ ਸਮਝੌਤਾ ਹੋ ਨਹੀਂ ਪਾ ਰਿਹਾ ਜਾਂ ਗੱਠਜੋੜ ਦੀ ਗੱਲ ਬਣ ਨਹੀਂ ਰਹੀ, ਇਹ ਕਿੰਨੀ ਕੁ ਸੱਚੀ ਹੈ ਜੀ? ਪਹਿਲਾਂ ਤਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਮਝੌਤੇ ਨੂੰ ਜਿਹੜਾ ਛੁਟਿਆ ਕੇ ਪੇਸ਼ ਕੀਤਾ ਉਹਦੇ ਨਾਲ ਮੈਂ ਸਹਿਮਤ ਨਹੀਂ। ਤੁਸੀਂ ਆਖਿਆ ਜੀ ਉਹਨਾਂ ਨੇ ਬਸਪਾ ਨਾਲ ਸਮਝੌਤਾ ਕੀਤਾ, ਬਸਪਾ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਵੀ ਪਾਰਟੀ ਨਾਲ ਸਮਝੌਤਾ ਕੀਤਾ ਸੀ ਜਿਹਦਾ ਨਾਮ ਮੈਨੂੰ ਨਹੀਂ ਚੇਤੇ ਆ ਰਿਹਾ, ਨਾ ਉਹਦੇ ਲੀਡਰ ਦਾ ਨਾਂ ਚੇਤਾ ਆ ਰਿਹਾ, ਕਿਉਂਕਿ ਉਹ ਪਾਰਟੀ ਐਡੀ ਵੱਡੀ ਹੈ ਕਿ ਅੱਜ ਤੱਕ ਕਦੇ ਕਿਸੇ ਨੇ ਸੁਣੀ ਨਹੀਂ। ਤੇ ਸੁਖਬੀਰ ਸਿੰਘ ਹੋਰਾਂ ਨੇ ਉਹਦੇ ਨਾਲ ਵੀ ਸਮਝੌਤਾ ਕਰ ਲਿਆ ਜਿਹੜੀ ਪਾਰਟੀ ਦਾ ਕਿਸੇ ਨੇ ਨਾਂ ਨਹੀਂ ਸੁਣਿਆ, ਜਿਹਦੇ ਲੀਡਰ ਦਾ ਵੀ ਕਦੇ ਕਿਸੇ ਨੇ ਨਾਂ ਨਹੀਂ ਸੁਣਿਆ, ਉਹਦੇ ਨਾਲ ਵੀ ਉਹਨਾਂ ਨੇ ਸਮਝੌਤਾ ਕੀਤਾ। ਪਤਾ ਨਹੀਂ ਕਿਹੜੀਆਂ ਨਾਲ ਕਰਦੇ ਪਏ ਆ। ਚਲੋ ਸੁਖਬੀਰ ਸਿੰਘ ਹੋਰਾਂ ਨੂੰ ਸਮਝੌਤਾ ਮੁਬਾਰਕ। ਇੱਧਰ ਆਮ ਆਦਮੀ ਪਾਰਟੀ ਤੇ ਜਿਹੜਾ ਸੰਯੁਕਤ ਅਕਾਲੀ ਦਲ ਆ, ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰੇ ਵਾਲਾ, ਕਈਆਂ ਦਿਨਾਂ ਦੀ ਅਸੀਂ ਗੱਲ ਸੁਣਦੇ ਸਾਂ ਕਿ ਇਹਨਾਂ ਦੀਆਂ ਮੀਟਿੰਗਾਂ ਚੱਲਦੀਆਂ ਪਈਆਂ ਤੇ ਸਮਝੌਤਾ ਹੋ ਜਾਣਾ। ਇਹ ਸੁਣਨ ਵਿੱਚ ਆਉਂਦਾ ਸੀ ਕਿ ਅਰਵਿੰਦ ਕੇਜਰੀਵਾਲ ਵੀ ਸਹਿਮਤ ਹੈ ਤੇ ਢੀਂਡਸਾ ਸਾਹਿਬ ਵੀ ਸਹਿਮਤ ਹੈ। ਬਾਅਦ ਵਿੱਚ ਗੱਲ ਟੁੱਟ ਗਈ ਜਾਪਦੀ ਹੈ। ਹੁਣ ਉਹ ਕਹਿੰਦੇ ਜੀ ਸਾਡੀ ਸਮਝੌਤੇ ਦੀ ਗੱਲ ਨਹੀਂ ਚੱਲੀ, ਉਹ ਵੀ ਕਹਿੰਦੇ ਨਹੀਂ ਚੱਲੀ। ਪਰ ਜੇ ਚੱਲੀ ਨਹੀਂ ਤੇ ਪਹਿਲਾਂ ਚਰਚਾ ਕਿਉਂ ਚੱਲਦੀ ਰਹੀ? ਗੱਲ ਜਿੱਥੇ ਜਾ ਕੇ ਟੁੱਟੀ ਹੈ, ਜੋ ਮੈਨੂੰ ਪਤਾ ਲੱਗਾ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਆਖਿਆ ਜੀ ਅਸੀਂ ਤੁਹਾਡੇ ਨਾਲ ਸਮਝੌਤਾ ਨਹੀਂ ਕਰ ਸਕਦੇ, ਤੁਸੀਂ ਜੇ ਚਾਹੁੰਦੇ ਹੋ ਸਾਡੇ ਨਾਲ ਮਿਲ ਕੇ ਚੱਲਣਾ ਤੇ ਸੰਯੁਕਤ ਅਕਾਲੀ ਦਲ ਤੋੜ ਦਿਓ, ਤੋੜ ਕੇ ਸਾਡੇ ਵਿੱਚ ਆ ਜਾਓ, ਸਾਡੇ ਨਾਲ ਸ਼ਾਮਲ ਹੋ ਜਾਓ। ਆਮ ਆਦਮੀ ਪਾਰਟੀ ਕਿਉਂਕਿ ਜੇ ਅੰਗ ਬਣੇ ਤੇ ਫਿਰ ਉਹਨਾਂ ਦੇ ਡਿਸਪਲਿਨ ਵਿੱਚ ਪਤਾ ਨਹੀਂ ਉੱਥੇ ਡਿਸਪਲਿਨ ਕਿੱਦਾਂ ਦਾ ਹੋਊ, ਉਹਦੇ ਵਿੱਚ ਇਹ ਵੱਜ ਜਾਣਗੇ, ਫਿਰ ਬਾਹਰ ਨਹੀਂ ਨਿਕਲ ਸਕਦੇ। ਮਨਜਿੰਦਰ ਸਿੰਘ ਸਿਰਸਾ ਜਿੰਨਾ ਚਿਰ ਤੱਕ ਭਾਜਪਾ ਵੱਲੋਂ ਐਮਐਲਏ ਸੀ, ਭਾਜਪਾ ਦੇ ਖਿਲਾਫ ਥੋੜਾ ਬੋਲ ਸਕਦਾ ਸੀ। ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਭਾਜਪਾ ਨਾਲ ਸਮਝੌਤਾ ਟੁੱਟਣ ਤੋਂ ਬਾਅਦ ਜੋ ਮਰਜ਼ੀ ਬੋਲ ਰਿਹਾ, ਤੇ ਇਸ ਕਰਕੇ ਬੋਲ ਰਿਹਾ ਕਿ ਉਹ ਐਮਐਲਏ ਨਹੀਂਗਾ। ਜੋ ਐਮਐਲਏ ਹੁੰਦਾ ਤੇ ਉਹਦੇ ਖਿਲਾਫ ਕਿੱਦਾਂ ਬੋਲ ਸਕਦਾ ਸੀ? ਹੁਣ ਇਹ ਵੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਮਰਜ ਨਹੀਂ ਹੋਣਾ ਚਾਹੁੰਦੇ, ਸ਼ਾਮਲ ਨਹੀਂ ਹੋਣਾ ਚਾਹੁੰਦੇ।
ਬਾਹਰ ਇੱਕ ਵੱਖਰੀ ਧਿਰ ਦੇ ਤੌਰ ਤੇ ਉਹਨਾਂ ਨਾਲ ਸਮਝੌਤਾ ਕਰਨਾ ਚਾਹੁੰਦੇ ਆ। ਤੇ ਆਮ ਆਦਮੀ ਪਾਰਟੀ ਸਾਫ਼ ਕਹਿੰਦੀ ਹੈ ਕਿ ਅਸੀਂ ਪਾਰਟੀ ਕਿਸੇ ਨਾਲ ਸਮਝੌਤਾ ਨਹੀਂ ਕਰਨਾ, ਜਿਹਨੇ ਆਉਣਾ ਸਾਡੇ ਵਿੱਚ ਸ਼ਾਮਲ ਹੋਵੇ ਉਹਦੀ ਗੱਲ ਅਸੀਂ ਕਰਾਂਗੇ। ਹੁਣ ਵਿੱਚ ਸ਼ਾਮਲ ਕਰ ਲੈਣ, ਬਾਅਦ ਵਿੱਚ ਪਤਾ ਨਹੀਂ ਇੱਕ ਹਫ਼ਤੇ ਬਾਅਦ ਕਹਿ ਦੇਣ ਕਿ ਸਾਡੀ ਕਮੇਟੀ ਨੇ ਸ਼ਮੂਲੀਅਤ ਨੂੰ ਮੰਨਿਆ ਨਹੀਂ ਤੇ ਬਾਹਰ ਕੱਢ ਦੇਣ, ਫਿਰ ਇਹ ਨਾ ਉਧਰ ਜੋਗੇ ਨਾ ਉਧਰ ਜੋਗੇ, ਹਾਸੋ ਹਿਣੇ ਜੇ ਚੌਕ 'ਚ ਖਲੋ ਜਾਣਗੇ। ਉਹੋ ਜਿਹਾ ਰਿਸਕ ਇਹ ਕਿਉਂ ਲੈਣਗੇ? ਇਸ ਕਰਕੇ ਇਹਨਾਂ ਨੇ ਵੀ ਆਖਿਆ ਕਿ ਸਮਝੌਤਾ ਨਹੀਂ ਹੋ ਸਕਣਾ। ਇਹਨਾਂ ਦਾ ਸਮਝੌਤਾ ਹੁੰਦਾ ਰਹਿ ਗਿਆ। ਹੁਣ ਦੋਵੇਂ ਧਿਰਾਂ ਕਹਿੰਦੀਆਂ ਕਿ ਸਾਡੀ ਗੱਲ ਹੀ ਕੋਈ ਨਹੀਂ ਚੱਲੀ। ਗੱਲ ਥੋੜੀ ਬਹੁਤ ਚੱਲਦੀ ਰਹੀ ਸੀ, ਚਰਚਾ ਸੀਗੀ, ਪਰ ਉਸ ਚਰਚਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਇਹ ਸਟੈਂਡ ਜਿਹੜਾ ਉਹ ਡਿੱਕਾ ਬਣਿਆ ਕਿ ਅਸੀਂ ਕਿਸੇ ਨਾਲ ਸਮਝੌਤਾ ਨਹੀਂ ਕਰਨਾ। ਜੇ ਤੁਸੀਂ ਚਾਹੁੰਦੇ ਸਾਡੇ ਨਾਲ ਮਿਲ ਕੇ ਚੱਲਣਾ ਤੇ ਵਿੱਚ ਸ਼ਾਮਲ ਹੋ, ਬਾਹਰ ਬੈਠਿਆਂ ਨਾਲ ਸਮਝੌਤਾ ਨਹੀਂ ਹੋ ਸਕਦਾ। ਹੁਣ ਸਭ ਕਦੀ ਮੈਨੂੰ ਲੱਗਦਾ ਹੁੰਦਾ ਕਿ ਆਮ ਆਦਮੀ ਪਾਰਟੀ ਦੇ ਜਾਂ ਤੇ ਸਲਾਹਕਾਰ ਬਹੁਤੇ ਮਾੜੇ ਆ ਤੇ ਜਾਂ ਫਿਰ ਬਹੁਤੇ ਸਿਆਣੇ ਆ, ਕਿਉਂਕਿ ਪਿਛਲੀ ਵਾਰਾਂ ਵੀ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਗਿਣਾਈਆਂ ਸੀ ਜਿਹੜੀਆਂ ਚੀਜ਼ਾਂ ਨਹੀਂ ਸੀ ਕਰਨੀਆਂ ਚਾਹੀਦੀਆਂ ਪਰ ਉਹ ਕੀਤੀਆਂ ਗਈਆਂ। ਹੁਣ ਵੀ ਜਦੋਂ ਆਪਾਂ ਦੇਖਦੇ ਹਾਂ ਤੇ ਹੁਣ ਵੀ ਆਮ ਆਦਮੀ ਪਾਰਟੀ ਬਹੁਤ ਸਾਰੇ ਉਹ ਕੰਮ ਕਰ ਲੈਂਦੀ ਆ ਜਿਹੜੇ ਨਹੀਂ ਸੀ ਕਰਨੇ ਚਾਹੀਦੇ। ਹੁਣ ਜਿੱਦਾਂ ਸਮਝੌਤੇ ਦੀ ਆਪਾਂ ਉਦਾਹਰਨ ਲੈ ਲਈਏ, ਹੁਣ ਜੇ ਪੰਜਾਬ 'ਚ ਮੰਨ ਲਓ ਵੀ ਇਹ ਸ਼ਰਤ ਰੱਖੀ ਵੀ ਆਪਾਂ ਕਿਸੇ ਨਾਲ ਸਮਝੌਤਾ ਨਹੀਂ ਕਰਨਾ, ਕੱਲ ਨੂੰ ਨੈਸ਼ਨਲ ਲੈਵਲ ਦੇ ਉੱਪਰ ਕੋਈ ਅਲਾਇੰਸ ਬਣੇ ਤੇ ਉੱਥੇ ਵੀ ਆਮ ਆਦਮੀ ਪਾਰਟੀ ਆਖੂਗੀ ਵੀ ਨਹੀਂ ਵੀ ਅਸੀਂ ਤਾਂ ਨਾ ਤਾਂ ਮਾਇਆਵਤੀ ਨਾਲ ਰਲਣਾ, ਨਾ ਅਸੀਂ ਸਮਾਜਵਾਦੀ ਪਾਰਟੀ ਨਾਲ ਰਲਣਾ, ਨਾ ਕਿਸੇ ਹੋਰ ਨਾਲ ਰਲਣਾ, ਨਾ ਮਮਤਾ ਬੈਨਰਜੀ ਨਾਲ ਰਲਣਾ। ਮਮਤਾ ਬੈਨਰਜੀ ਵੀ ਆਪਣੀ ਤ੍ਰਿਣਮੂਲ ਕਾਂਗਰਸ ਭੰਗ ਕਰਕੇ ਤੇ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ, ਫਿਰ ਅਸੀਂ ਉਹਦੇ ਨਾਲ ਤੁਰਾਂਗੇ। ਇਹ ਸ਼ਰਤ ਤੁਹਾਨੂੰ ਲੱਗਦਾ ਵੀ ਉਹ ਵਾਜਬ ਆ ਸਿਆਸਤ 'ਚ ਰਹਿਣ ਲਈ? ਨਹੀਂ, ਇਹੋ ਜਿਹੀ ਸ਼ਰਤ ਨਹੀਂ ਪੁੱਗ ਸਕਣੀ। ਮਮਤਾ ਬੈਨਰਜੀ ਆਪਣੀ ਪਾਰਟੀ ਤੋੜ ਕੇ ਇਹਨਾਂ 'ਚ ਕਿਉਂ ਸ਼ਾਮਲ ਹੋਊਗੀ? ਉਹ ਅੱਗੋਂ ਇਹਨਾਂ ਨੂੰ ਕਹਿ ਸਕਦੀ ਹੈ ਤੁਸੀਂ ਆਪਣੀ ਪਾਰਟੀ ਤੋੜ ਕੇ ਮੇਰੇ ਨਾਲ ਸ਼ਾਮਲ ਹੋ ਜਾਓ। ਇਹਨਾਂ ਨੇ ਜੇ ਕਰਨਾ ਤੇ ਉੱਪਰ ਜਾ ਕੇ ਕੋਈ ਨਾ ਕੋਈ ਇਹਨਾਂ ਨੂੰ ਗ੍ਰੈਂਡ ਅਲਾਇੰਸ ਬਣਾਉਣਾ ਪਊਗਾ, ਜਿਹਦੇ ਵਿੱਚ ਉਸ ਬਰਾਡਰ ਅਲਾਇੰਸ ਦੇ ਵਿੱਚ ਵੱਡੇ ਗੱਠਜੋੜ ਦੇ ਵਿੱਚ ਆਮ ਆਦਮੀ ਪਾਰਟੀ ਵੀ ਹੋਵੇ, ਤ੍ਰਿਣਮੂਲ ਵੀ ਹੋਵੇ, ਕੋਈ ਹੋਰ ਪਾਰਟੀਆਂ ਵੀ ਰਲਦੇ ਮਿਲਦੇ ਸੁਭਾਅ ਵਾਲੀਆਂ ਹੋਣ। ਕਈਆਂ ਗੱਲਾਂ ਤੇ ਮਤਭੇਦ ਵੀ ਹੋ ਸਕਦੇ ਆ, ਆਪੋ ਆਪਣੇ ਸੂਬਿਆਂ 'ਚ ਲੜਦੇ ਆ ਤੇ ਲੜਨ, ਪਰ ਨੈਸ਼ਨਲ ਲੈਵਲ ਦੇ ਉੱਤੇ ਜਾ ਕੇ ਇਕੱਠੇ ਹੋ ਜਾਣ। ਭਾਜਪਾ ਦੇ ਵਿਰੋਧ ਵਾਸਤੇ ਕਾਂਗਰਸ ਦੇ ਖੱਬੇ ਪੱਖੀ ਵੀ ਇਕੱਠੇ ਹੋ ਹੀ ਜਾਂਦੇ ਆ, ਪਰ ਉੱਥੇ ਕੇਰਲਾ ਦੇ ਵਿੱਚ ਦੋਵੇਂ ਆਪੋ 'ਚ ਲੜਦੇ ਆ। ਬੰਗਾਲ ਵਿੱਚ 70 ਸਾਲ ਲੜਦੇ ਰਹੇ ਆਪੋ 'ਚ, ਤੇ ਆ ਤ੍ਰਿਣਮੂਲ ਦੇ ਮੁਕਾਬਲੇ ਦੇ ਉੱਤੇ ਤੇ ਭਾਜਪਾ ਦੇ ਮੁਕਾਬਲੇ ਦੇ ਦੋਵੇਂ ਇਕੱਠੇ ਹੋ ਗਏ। ਤੇ ਜਦੋਂ ਇਕੱਠੇ ਹੋਏ ਤੇ ਨਾ ਉਹਨਾਂ ਦਾ ਕੁਝ ਬਣਿਆ ਨਾ ਉਹਨਾਂ ਦਾ ਕੁਝ ਬਣਿਆ, ਦੋਵਾਂ ਦੇ ਪੱਲੇ ਕੱਖ ਪਿਆ ਨਹੀਂ, ਜ਼ੀਰੋ ਹੈ। ਹੁਣ ਇੱਥੇ ਆਮ ਆਦਮੀ ਪਾਰਟੀ ਜੇ ਚਾਹੁੰਦੀ ਹੈ ਕਿ ਭਾਜਪਾ ਦਾ ਕੋਈ ਆਲਟਰਨੇਟਿਵ ਤਿਆਰ ਕਰਨਾ, ਤੇ ਇਹ ਪਾਰਟੀ ਅਜੇ ਇੰਨੇ ਜੋਗੀ ਨਹੀਂ ਹੋਈ ਕਿ ਭਾਜਪਾ ਦਾ ਮੁਕਾਬਲਾ ਇਹ ਇਕੱਲੀ ਕਰ ਸਕੇ। ਇਹਨੂੰ ਫਿਰ ਇੱਕ ਜਾਂ ਦੂਸਰੀ ਧਿਰ ਨਾਲ ਕਿਸੇ ਨਾ ਕਿਸੇ ਪਾਰਟੀ ਨਾਲ ਕੋਈ ਨਾ ਕੋਈ ਗੱਠਜੋੜ ਕਰਨਾ ਪਊਗਾ। ਉਹ ਗੱਠਜੋੜ ਕਰਨ ਵਾਸਤੇ ਜੇ ਸਹਿਮਤੀ ਨਹੀਂ ਦਿੰਦੀ ਤੇ ਫਿਰ ਇਹਦਾ ਮਤਲਬ ਇਹ ਕਿ ਇਹਦੀ ਨੀਤ ਅਜੇ ਨਹੀਂ ਗੀ ਹੋਊਗੀ। ਨਹੀਂ ਤਾਂ ਜੇ ਉਹ ਸਹਿਮਤੀ ਹੁਣ ਗੁਜਰਾਤ ਦੇ ਵਿੱਚ ਹੈ, ਉੱਥੇ ਅਰਵਿੰਦ ਕੇਜਰੀਵਾਲ ਵੀ 2 ਗੇੜੇ ਮਾਰਿਆ। ਸੂਰਤ ਉਸ ਏਰੀਏ ਦੇ ਵਿੱਚ 2-3 ਥਾਵਾਂ ਦੇ ਉੱਤੇ ਇਹਨਾਂ ਦੇ ਕੌਂਸਲਰ ਬਹੁਤ ਜਿੱਤੇ ਆ ਤੇ ਕਾਂਗਰਸ ਤੀਜੇ ਥਾਂ ਚਲੀ ਗਈ ਹੈ। ਇਹਨਾਂ ਨੇ ਤਗੜਾ ਰੋਡ ਸ਼ੋਅ ਵੀ ਕੀਤਾ। ਉਸੇ ਥਾਂ ਤੇ ਹੁਣ ਬੀਬੀ ਮਮਤਾ ਬੈਨਰਜੀ ਜਾ ਰਹੀ ਹੈ। ਉਹ ਕਹਿੰਦੇ ਬੰਗਾਲ ਦਾ ਖੇਲਾ ਹੋਵੇ, ਹੁਣ ਉਹ ਖੇਲਾ ਹੋਵੇ ਗੁਜਰਾਤ ਵਿੱਚ ਚਲੇਗਾ। ਜੇ ਉਹ ਵੀ ਉੱਥੇ ਖੇਲਾ ਹੋਵੇ ਕਰਨ ਚਲੀ ਗਈ, ਕੇਜਰੀਵਾਲ ਸਾਹਿਬ ਵੀ ਚਲੇ ਗਏ, ਫਿਰ ਲੱਗਦਾ ਇਹ ਹੈ ਕਿ ਕਈਆਂ ਥਾਵਾਂ ਤੇ ਜਾ ਕੇ ਜਿਹੜਾ ਇਹੋ ਜਿਹਾ ਟਕਰਾਅ ਉਹ ਅੰਤ ਨੂੰ ਭਾਜਪਾ ਦੇ ਪੱਖ ਜਾਂਦਾ। ਅਸਤੋਦੀਨ ਵੈਸੀ ਮੁਸਲਮਾਨਾਂ ਦਾ ਬਹੁਤ ਵੱਡਾ ਲੀਡਰ ਹੈ, ਪਰ ਉਹ ਜਿੱਥੇ ਹੈਗਾ ਸੋ ਉੱਥੇ ਰਵੇ, ਬਾਕੀ ਥਾਵਾਂ ਤੇ ਦਖਲ ਨਾ ਦੇਵੇ। ਜਦੋਂ ਬਿਹਾਰ ਵਿੱਚ ਜਾ ਕੇ ਤੇ ਮੁਸਲਮਾਨਾਂ ਦੀਆਂ ਵੋਟਾਂ ਖਰਾਬ ਕਰਦਾ, ਆਪਣਾ ਕੋਈ ਜਿੱਤੇ ਨਾ ਜਿੱਤੇ, ਮੁਸਲਮਾਨਾਂ ਦੀਆਂ ਵੋਟਾਂ ਪਾੜ ਕੇ ਇਹਨਾਂ ਦੇ ਜਿੱਤਣ ਵਾਸਤੇ ਕੰਮ ਸੌਖਾ ਕਰ ਦਿੰਦਾ। ਉਹਨੇ ਬੰਗਾਲ ਵਿੱਚ ਵੀ ਜਾ ਕੇ ਬੰਦੇ ਖੜੇ ਕੀਤੇ, ਪਰ ਬੰਗਾਲ ਦੇ ਮੁਸਲਮਾਨਾਂ ਨੇ ਉਹਦੀ ਗੱਲ ਨਹੀਂ ਮੰਨੀ। ਹੁਣ ਉਹ ਯੂਪੀ 'ਚ ਆ ਗਿਆ, ਕਹਿੰਦਾ ਮੈਂ ਇੱਥੇ ਬੜੀ ਤਗੜੀ ਧਿਰ ਬਣ ਕੇ ਲੜੂੰਗਾ, ਸਾਡੇ ਇੰਨੇ ਬੰਦੇ ਖਲੋਣਗੇ, ਇੰਨੇ ਜਿੱਤਣਗੇ। ਇਹਦਾ ਉੱਥੇ ਮੁਸਲਮਾਨਾਂ ਵੱਲੋਂ ਵਿਰੋਧ ਹੋ ਰਿਹਾ ਕਿ ਇਹ ਬੰਦਾ ਕਿਸੇ ਕਿਸਮ ਦੀ ਕੋਈ ਖੇਡ ਖੇਡਦਾ ਪਿਆ। ਇਸੇ ਤਰ੍ਹਾਂ ਹੀ ਮੈਂ ਫਿਰ ਇਹ ਕਹਿਣਾ ਕਿ ਜੇ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਵੀ ਉੱਥੇ ਜਾ ਕੇ ਭਾਜਪਾ ਦੇ ਮੁਕਾਬਲੇ ਦੇ ਉੱਤੇ ਲੱਤ ਗੱਡ ਕੇ ਖਲੋ ਜਾਂਦੀ ਹੈ ਤੇ ਮਮਤਾ ਬੈਨਰਜੀ ਵੀ ਉੱਥੇ ਜਾ ਕੇ ਆਪਣਾ ਖੇਲਾ ਹੋਵੇ ਸ਼ੁਰੂ ਕਰ ਦਿੰਦੀ ਹੈ, ਤੇ ਇਹਦੇ ਨਾਲ ਭਾਜਪਾ ਦਾ ਸਾਹ ਸੌਖਾ ਹੋਊ। ਜਿੰਨੀਆਂ ਧਿਰਾਂ ਆਪੋ ਵਿੱਚ ਲੜਨਗੀਆਂ, ਜੇ ਲੜਨਾ ਛੱਡ ਕੇ ਇਕੱਠੀਆਂ ਹੋ ਕੇ ਭਾਜਪਾ ਨਾਲ ਲੜਨ ਤੇ ਹੋਰ ਗੱਲ ਆ, ਜੇ ਆਪੋ ਵਿੱਚ ਲੜਨ ਤੇ ਭਾਜਪਾ ਨੂੰ ਮੌਜ ਹੀ ਮੌਜ ਹੈ। ਪਨ ਸਾਹਿਬ, ਇੱਥੇ ਇੱਕ ਚੀਜ਼ ਮੈਂ ਤੁਹਾਡੇ ਕੋਲੋਂ ਪੁੱਛਣੀ ਚਾਹੁੰਦਾ ਕਿ ਮਮਤਾ ਬੈਨਰਜੀ ਹੋਰਾਂ ਨੇ ਆ ਜਿਹੜਾ ਪਿਛਲੇ ਦਿਨੀ ਇੱਕ ਨਵਾਂ ਪੈਂਤੜਾ ਖੇਡਿਆ, ਜਿਹਦੇ 'ਚ ਜਿਹੜਾ ਤ੍ਰਿਣਮੂਲ ਕਾਂਗਰਸ ਦਾ ਜਿਹੜਾ ਪਾਰਲੀਮੈਂਟਰੀ ਦਲ ਹੈ, ਯਾਨੀ ਕਿ ਐਮਪੀਜ਼ ਦਾ ਜਿਹੜਾ ਦਲ ਆ, ਉਹਦੀ ਚੇਅਰਪਰਸਨ ਉਹ ਬੀਬੀ ਬਣ ਗਈ। ਹੁਣ ਜਿਹੜੀ ਬੀਬੀ ਨੂੰ ਉਹ ਬੀਜੇਪੀ ਜਾਂ ਮੋਦੀ ਸਾਹਿਬ ਉੱਥੇ ਪੱਛਮੀ ਬੰਗਾਲ ਦੇ ਵਿੱਚ ਮੁੱਖ ਮੰਤਰੀ ਨਹੀਂ ਸੀ ਦੇਖਣਾ ਚਾਹੁੰਦੇ, ਉਹ ਹੁਣ ਮੁੱਖ ਮੰਤਰੀ ਵੀ ਹੈਗੀ ਆ ਉੱਥੇ, ਚਾਹੇ ਐਮਐਲਏ ਹੈ ਨਹੀਂ। ਇੱਧਰ ਐਮਪੀ ਨਾ ਹੋਣ ਦੇ ਬਾਵਜੂਦ ਵੀ ਪਾਰਲੀਮੈਂਟਰੀ ਦਲ ਦੀ ਉਹ ਚੇਅਰਪਰਸਨ ਬਣ ਗਈ।
ਇਹ ਦੋਵਾਂ ਥਾਵਾਂ ਦੇ ਉੱਪਰ ਜਿਵੇਂ ਹੁਣ ਉਹ ਸਾਹਮਣੇ ਨਜ਼ਰ ਆਉਂਦੀ ਹੈ, ਜੇ ਕੱਲ ਨੂੰ ਮੰਨ ਲਓ ਕੋਈ ਮੀਟਿੰਗ ਹੁੰਦੀ ਹੈ ਤੇ ਉੱਥੇ ਵੀ ਉਹ ਐਜ਼ ਏ ਚੇਅਰਪਰਸਨ ਜਾਇਆ ਕਰੂਗੀ, ਇਹ ਕੋਈ ਮਮਤਾ ਬੈਨਰਜੀ ਦੀ ਕੇਂਦਰ ਵਾਲੇ ਪਾਸੇ ਆਉਣ ਦੀ ਕੋਈ ਚਾਲ ਹੈ, ਜਾਂ ਫਿਰ ਮੋਦੀ ਸਾਹਿਬ ਨੂੰ ਚੜਾਉਣ ਦੀ ਚਾਲ ਹੈ ਵੀ ਠੀਕ ਹੈ ਤੁਸੀਂ ਮੈਨੂੰ ਰੋਕਦੇ ਸੀ ਕਿ ਮੈਂ ਅਸੀਂ ਉੱਥੇ ਨਹੀਂ ਤੈਨੂੰ ਆਉਣ ਦੇਣਾ, ਮੈਂ ਉੱਥੇ ਛੱਡ ਕੇ ਤੁਹਾਡੇ ਨਾਲ ਦਿੱਲੀ 'ਚ ਆ ਕੇ ਵੀ ਪੇਚਾ ਪਾਇਆ ਕਰੂੰਗੀ? ਇਹ ਸਮਝਾਓ ਜਰਾ ਸਿਆਸਤ। ਦੇਖੋ, ਇਹਨਾਂ ਨੇ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੂੰ ਬਿਲਕੁਲ ਰੱਦ ਕਰਾਉਣ ਵਾਸਤੇ ਸਾਰਾ ਜ਼ੋਰ ਲਾਇਆ, ਕਾਨੂੰਨੀ ਤੌਰ ਤੇ ਵੀ, ਲੋਕਤੰਤਰੀ ਤੌਰ ਤੇ ਵੀ। ਜਾਂਚ ਏਜੰਸੀਆਂ ਦੇ ਰਾਹੀਂ ਵੀ ਕੋਈ ਗੱਲ ਇਹੋ ਜਿਹੀ ਛੱਡੀ ਨਹੀਂ ਜਿਹੜੀ ਹੋ ਸਕਦੀ ਹੋਵੇ, ਹਰ ਤਰੀਕਾ ਵਰਤਿਆ। ਹੁਣ ਜਦੋਂ ਉਹ ਫਿਰ ਜਿੱਤ ਗਈ ਉਹਦੀ ਪਾਰਟੀ ਤੇ ਉਹ ਮੁੱਖ ਮੰਤਰੀ ਬਣ ਗਈ ਆ, ਉਹ ਇਹਨਾਂ ਨੂੰ ਉਸੇ ਤਰ੍ਹਾਂ ਚੜਾਉਣ ਵਾਸਤੇ, ਤੰਗ ਕਰਨ ਵਾਸਤੇ ਦਿੱਲੀ ਆਉਣ ਨੂੰ ਤਿਆਰ ਆ। ਉਹਨਾਂ ਦੇ ਗਰੁੱਪ ਨੇ ਉਹਨੂੰ ਆਪਣੀ ਲੀਡਰ ਮੰਨ ਲਿਆ, ਉਹ ਲੀਡਰ ਬਣ ਜਾਵੇਗੀ। ਹੁਣ ਇੱਥੇ ਫਿਰ ਸਵਾਲ ਇਹ ਖੜਾ ਹੁੰਦਾ ਕਿ ਕੀ ਨਰਿੰਦਰ ਮੋਦੀ ਸੱਦੇ ਪਾਰਲੀਮੈਂਟਰੀ ਗਰੁੱਪਾਂ ਦੀ ਮੀਟਿੰਗ ਤੇ ਉਹਦੇ ਵਿੱਚ ਮਮਤਾ ਬੈਨਰਜੀ ਬੈਠੇਗੀ? ਇਹੋ ਜਿਹੀ ਸੰਵਿਧਾਨਕ ਤੌਰ ਤੇ ਕੋਈ ਪਾਬੰਦੀ ਨਹੀਂ ਕਿ ਕਿਸੇ ਪਾਰਟੀ ਦੇ ਪਾਰਲੀਮੈਂਟਰੀ ਗਰੁੱਪ ਦਾ ਲੀਡਰ ਕੌਣ ਹੋ ਸਕਦਾ ਤੇ ਕੌਣ ਨਹੀਂ ਹੋ ਸਕਦਾ। ਕੋਈ ਬਾਹਰਲਾ ਬੰਦਾ ਵੀ ਜੇ ਉਹ ਪਾਰਟੀ ਆਪਣੇ ਉਸ ਗਰੁੱਪ ਦਾ ਲੀਡਰ ਬਣਾਉਣਾ ਚਾਹੁੰਦੀ ਹੈ ਤੇ ਬਣਾ ਸਕਦੀ ਹੈ। ਗੱਲ ਦੂਸਰੀ ਹੈ ਕਿ ਪ੍ਰਧਾਨ ਮੰਤਰੀ ਦੀ ਮੀਟਿੰਗ 'ਚ ਜੇ ਤਾਂ ਪ੍ਰਧਾਨ ਮੰਤਰੀ ਰਾਜਸੀ ਪਾਰਟੀਆਂ ਦੀ ਮੀਟਿੰਗ ਸੱਦੇ ਤੇ ਫਿਰ ਤਾਂ ਮਮਤਾ ਬੈਨਰਜੀ ਦਾ ਬਹਿਣ ਦਾ ਹੱਕ ਹੈ। ਜੇ ਪ੍ਰਧਾਨ ਮੰਤਰੀ ਸਪੈਸੀਫਿਕਲੀ ਇਹ ਕਹਿ ਦਿੰਦਾ ਕਿ ਜਿਹੜੇ ਪਾਰਲੀਮੈਂਟ ਦੇ ਵਿੱਚ ਵੱਖ-ਵੱਖ ਗਰੁੱਪ ਹੈ ਉਹਨਾਂ ਗਰੁੱਪਾਂ ਦੇ ਲੀਡਰ ਸੱਦੇ, ਇਹ ਕਹਿਣਗੇ ਸਾਡੇ ਪਾਰਲੀਮੈਂਟਰੀ ਗਰੁੱਪ ਦੀ, ਸਾਡੇ ਬੋਰਡ ਦੀ ਚੇਅਰਪਰਸਨ ਉਹ ਆ ਤੇ ਅਸੀਂ ਉਹਨੂੰ ਸੱਦਣਾ, ਉਹ ਇਹਦੇ ਤੋਂ ਵੀ ਇਕਰਾਰ ਕੱਢ ਸਕਦੇ ਆ ਕਿ ਜਿਹੜੇ ਪਾਰਲੀਮੈਂਟ ਦੇ ਵਿੱਚ ਲੋਕ ਸਭਾ 'ਚ ਗਰੁੱਪ ਲੀਡਰ ਨੇ ਉਹ ਆਉਣਗੇ, ਰਾਜ ਸਭਾ ਜਿਹੜੇ ਗਰੁੱਪ ਲੀਡਰ ਨੇ ਉਹ ਆਉਣਗੇ। ਹੁਣ ਉਹ ਜਦੋਂ ਇਹ ਕਹਿਤਾ ਜਾਵੇ ਤੇ ਫਿਰ ਇਹ ਜਾਇੰਟ ਗਰੁੱਪ ਦੀ ਲੀਡਰ ਤੇ ਹੈਗੀ ਆ, ਲੋਕ ਸਭਾ ਵਾਲੇ ਗਰੁੱਪ ਦੀ ਲੀਡਰ ਨਹੀਂ ਗੀ, ਰਾਜ ਸਭਾ ਵਾਲੇ ਗਰੁੱਪ ਦੀ ਲੀਡਰ ਹੈ ਨਹੀਂ ਗੀ, ਜਾਇੰਟ ਗਰੁੱਪ ਦੀ ਲੀਡਰ ਹੈ, ਆਪਣੇ ਆਪ ਬਾਹਰ ਰਹਿ ਜਾਏਗੀ। ਸੋ ਇਹਦੇ 'ਚ ਕਈ ਕਿਸਮ ਦੀਆਂ ਖੇਡਾਂ ਚੱਲਣੀਆਂ। ਨਰਿੰਦਰ ਮੋਦੀ ਸਰਕਾਰ ਕੋਲ ਵੀ ਕਾਨੂੰਨਦਾਨ ਬਹੁਤ ਨੇ ਜਿਹੜੇ ਇਹੋ ਜਿਹਾ ਕੋਈ ਨਾ ਕੋਈ ਰਸਤਾ ਕੱਢ ਸਕਦੇ ਆ ਕਿ ਇਹ ਨਾ ਆਵੇ, ਤੇ ਇਹਦੇ ਕੋਲ ਵੀ ਕਾਨੂੰਨੀ ਮਾਹਰ ਇਹੋ ਜਿਹੇ ਹੈਗੇ ਨੇ ਜਿਹੜੇ ਹਰ ਨੁਕਤੇ ਦਾ ਤੋੜ ਲੱਭਣ ਵਾਸਤੇ ਅਖੀਰ ਤੱਕ ਜਾਣਗੇ। ਦੋਵਾਂ ਧਿਰਾਂ ਦੀ ਖਿੱਚੋਤਾਣ ਜਿਹੜੀ ਪੱਛਮੀ ਬੰਗਾਲ ਦੀਆਂ ਚੋਣਾਂ 'ਚ ਕੁੜੱਤਣ ਤੱਕ ਔਰ ਕੁੜੱਤਣ ਦੇ ਸਿਖਰ ਤੱਕ ਪਹੁੰਚ ਗਈ ਆ, ਉਹ ਸਿਖਰ ਤੋਂ ਅਗਲੇ ਜਿਹੜੇ ਹਾਲਾਤ ਨੇ ਉਹ ਸਾਨੂੰ ਦਿੱਲੀ 'ਚ ਵੇਖਣ ਨੂੰ ਮਿਲਣਗੇ। ਜੀ ਪਰ ਸਾਹਿਬ, ਸੁਪਰੀਮ ਕੋਰਟ ਨੇ ਜਿਹੜੀਆਂ ਦੇਸ਼ ਧਰੋਹ ਵਾਲੇ ਕਾਨੂੰਨ ਦੇ ਉੱਪਰ ਟਿੱਪਣੀਆਂ ਕੀਤੀਆਂ ਨੇ ਜੀ, ਉਹ ਬੜੀਆਂ ਸਖਤ ਨੇ, ਤੇ ਉਹ ਜਿਹੜੀਆਂ ਇੰਨੀਆਂ ਸਖਤ ਟਿੱਪਣੀਆਂ ਸੁਪਰੀਮ ਕੋਰਟ ਦੇ ਵਿੱਚ ਕੀਤੀਆਂ ਗਈਆਂ ਨੇ, ਸੁਪਰੀਮ ਕੋਰਟ ਵੱਲੋਂ ਕੀਤੀਆਂ ਗਈਆਂ ਨੇ ਦੇਸ਼ ਧਰੋਹ ਦੀ ਧਾਰਾ ਨੂੰ ਲੈ ਕੇ, ਉਹਦੇ ਬਾਰੇ ਕੀ ਕਹਿੰਦੇ ਹੋ ਜੀ? ਉਹਦੇ ਤੋਂ ਬਾਅਦ 4 ਰਿਟਾਇਰਡ ਜੱਜ ਨੇ ਜਿਹੜੇ ਸੁਪਰੀਮ ਕੋਰਟ ਦੇ, ਉਹਨਾਂ ਨੇ ਕੱਲ ਇੱਕ ਸਾਂਝੇ ਸਮਾਗਮ 'ਚ ਇਹ ਗੱਲਾਂ ਕੀਤੀਆਂ। ਉਹ ਕਹਿੰਦੇ ਤਮਾਸ਼ਾ ਬਣਿਆ ਪਿਆ ਕਿ ਜਦੋਂ ਦੇਸ਼ ਗੁਲਾਮ ਸੀ, ਅਸੀਂ ਅੰਗਰੇਜ਼ਾਂ ਦੇ ਅੰਡਰ ਸਾਂ, ਅੰਗਰੇਜ਼ ਨਾਲੇ ਸਾਡਾ ਦੇਸ਼ ਦੱਬ ਕੇ ਬੈਠੇ ਸੀ, ਨਾਲੇ ਜਿਹੜਾ ਕੋਈ ਇਹ ਗੱਲ ਕਰਦਾ ਸੀ ਕਿ ਇਸ ਦੇਸ਼ ਦੇ ਵਿੱਚ ਆਜ਼ਾਦੀ ਹੋਣੀ ਚਾਹੀਦੀ ਆ, ਉਹਦੇ ਉੱਤੇ ਦੇਸ਼ ਧਰੋਹ ਦਾ ਕੇਸ ਬਣਾ ਦਿੰਦੇ ਸੀ। ਸਾਡਾ ਵਿਰੋਧ ਅੰਗਰੇਜ਼ਾਂ ਨਾਲ ਤੇ ਹੈਗਾ ਸੀ, ਦੇਸ਼ ਨਾਲ ਧਰੋਹ ਤਾਂ ਕੋਈ ਹੈਗਾ ਹੀ ਨਹੀਂ ਸੀ। ਉਹ ਕਾਨੂੰਨ ਗੈਰ ਕਾਨੂੰਨੀ ਸੀ, ਗਲਤ ਸੀ, ਉਹ ਨਹੀਂ ਸੀ ਹੋਣਾ ਚਾਹੀਦਾ। ਹੁਣ ਉਹ ਕਹਿੰਦੇ ਜੀ ਨਵੀਂ ਪੋਜੀਸ਼ਨ ਹੈ, 17 ਸਾਲਾਂ ਤੋਂ ਵੱਧ ਹੋ ਗਏ ਨੇ, ਹੁਣ ਤਾਂ 75 ਹੋਣ ਲੱਗੇ ਨੇ। ਇੰਨੇ ਸਾਲਾਂ ਬਾਅਦ, ਆਜ਼ਾਦੀ ਤੋਂ ਬਾਅਦ ਅਜੇ ਵੀ ਉਹ ਕਾਨੂੰਨ ਚੱਲਦਾ ਰਹੇ। ਜਿਹੜਾ ਕੋਈ ਸਰਕਾਰ ਦੇ ਖਿਲਾਫ ਬੋਲੇ ਉਹਦੇ ਉੱਤੇ ਦੇਸ਼ ਧਰੋਹ ਦਾ ਕਾਨੂੰਨ ਬਣਾ ਦਿਓ, ਉਹ ਕਾਨੂੰਨ ਲਾਗੂ ਕਰਨਾ ਸ਼ੁਰੂ ਕਰ ਦਿਓ। ਇਹ ਕਾਨੂੰਨ ਲੇਖਕਾਂ ਤੇ ਵੀ ਹੋਇਆ, ਇਹ ਕਾਨੂੰਨ ਜਿਹੜੇ ਸਮਾਜ ਸੇਵੀ ਆ ਉਹਨਾਂ ਦੇ ਉੱਤੇ ਵੀ ਲਾਗੂ ਕੀਤਾ ਗਿਆ, ਇਹ ਕਾਨੂੰਨ ਰਾਜਸੀ ਪਾਰਟੀਆਂ ਦੇ ਆਗੂਆਂ ਦੇ ਉੱਤੇ ਵੀ ਲਾਗੂ ਕੀਤਾ ਗਿਆ। ਇਹ ਕਾਨੂੰਨ ਹੇਠਲੀਆਂ ਅਦਾਲਤਾਂ ਵਿੱਚ ਵੀ ਚੈਲੰਜ ਹੋਇਆ ਤੇ ਅਦਾਲਤਾਂ ਨੇ ਆਖਿਆ ਤੁਸੀਂ ਗਲਤ ਕਰਦੇ ਹੋ। ਇਹ ਕਾਨੂੰਨ ਸੁਪਰੀਮ ਕੋਰਟ 'ਚ ਗਿਆ ਤੇ ਉਹਨਾਂ ਨੇ ਵੀ ਆਖਿਆ ਇਹ ਕੋਈ ਤਮਾਸ਼ਾ ਥੋੜਾ ਕਿ ਤੁਸੀਂ ਦੇਸ਼ ਧਰੋਹ ਨੂੰ, ਜਿਹੜਾ ਵੀ ਕੋਈ ਸਰਕਾਰ ਦੇ ਖਿਲਾਫ ਬੋਲਦਾ ਉਹਦੇ ਉੱਤੇ ਦੇਸ਼ ਧਰੋਹ ਲਾਗੂ ਕਰਨਾ ਸ਼ੁਰੂ ਕਰ ਦਿੰਦੇ ਆ। ਇੱਕ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਨਰਿੰਦਰ ਮੋਦੀ ਸਰਕਾਰ ਬਣੀ ਆ, ਉਸੇ ਦਿਨ ਤੋਂ ਇਹਨਾਂ ਨੇ ਇੱਕ ਜੁਮਲਿਆਂ ਦੀ ਸਰਕਾਰ ਹੈ ਨਾ, ਜੁਮਲੇ ਬਹੁਤ ਵਰਤਦੇ ਆ। ਉਦੋਂ ਤੋਂ ਇੱਕ ਜੁਮਲਾ ਚੱਲ ਪਿਆ ਕਿ ਜਿਹੜੀ ਕੋਈ ਗੱਲ ਪੁੱਛੋ, ਜੇ 2 ਵਾਰੀ ਦੁਹਰਾ ਕੇ ਪੁੱਛ ਲਓ ਕਿ ਫਲਾਣਾ ਕੰਮ ਤੁਸੀਂ ਆਖਿਆ ਸੀ ਤੇ ਕੀਤਾ ਕਿਉਂ ਨਹੀਂ, ਤੇ ਉਹਨੂੰ ਅੱਗੋਂ ਕਹਿੰਦੇ ਤੂੰ ਫਿਰ ਪਾਕਿਸਤਾਨ ਚਲ ਜਾ। ਇਹ ਪਾਕਿਸਤਾਨ ਚਲ ਜਾ, ਪਾਕਿਸਤਾਨ ਦਾ ਬੜਾ ਇਹਨਾਂ ਨੇ ਤਮਾਸ਼ਾ ਬਣਾਇਆ ਸੀ। ਉਸੇ ਤਰ੍ਹਾਂ ਹੀ ਹੁਣ ਬਾਕੀ ਗੱਲਾਂ ਦੇ ਉੱਤੇ ਵੀ ਹੈ ਕਿ ਆ ਦੇਸ਼ ਧਰੋਹ ਦਾ ਕਾਨੂੰਨ ਵੀ ਜਿਹੜਾ ਕੋਈ ਬੋਲੇ ਉਹਦੇ ਉੱਤੇ ਦੇਸ਼ ਧਰੋਹ ਲਾਗੂ ਕਰ ਦਿਓ। ਦਿੱਲੀ ਦੇ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਵਿਦਿਆਰਥੀਆਂ ਦੇ ਇੱਕ ਫੰਕਸ਼ਨ 'ਚ ਨਾਅਰੇ ਲੱਗਦੇ ਸਨ, ਦੇਸ਼ ਨੂੰ ਚਾਹੀਦੀ ਆ ਆਜ਼ਾਦੀ, ਭੁੱਖ ਤੋਂ ਆਜ਼ਾਦੀ, ਮਹਿੰਗਾਈ ਤੋਂ ਆਜ਼ਾਦੀ,
ਭ੍ਰਿਸ਼ਟਾਚਾਰ ਤੋਂ ਆਜ਼ਾਦੀ, ਬੇਰੁਜ਼ਗਾਰੀ ਤੋਂ ਆਜ਼ਾਦੀ, ਤੇ ਇਹਨਾਂ ਨੇ ਉਹਦੇ ਵਿੱਚ ਡਬਿੰਗ ਕਰਕੇ ਭਰ ਦਿੱਤਾ ਕਿ ਕਸ਼ਮੀਰ ਨੂੰ ਚਾਹੀਦੀ ਆ ਆਜ਼ਾਦੀ, ਔਰ ਨਾਲ ਇਹ ਬਣਾਤਾ ਭਾਰਤ ਤੇਰੇ ਟੁਕੜੇ ਹੋਣਗੇ ਇਨਸ਼ਾਅੱਲਾ ਇਨਸ਼ਾਅੱਲਾ। ਉਹ ਆਵਾਜ਼ ਕਿਸੇ ਹੋਰ ਥਾਂ ਦੀ ਸੀ, ਲਿਆ ਕੇ ਭਰ ਕੇ ਇੱਥੇ ਬਣਾਤੀ। ਜਿਹੜੇ ਟੀਵੀ ਚੈਨਲਾਂ ਨੇ ਉਹ ਵਿਖਾਇਆ ਕਿ ਉਹ ਆਵਾਜ਼ ਕਿਸੇ ਹੋਰ ਥਾਂ ਦੀ ਸੀ, ਉਹਨਾਂ ਦੀ ਆਵਾਜ਼ ਦੱਬਣ ਵਾਸਤੇ ਉਹਨਾਂ ਦੇ ਘੇਰੇ 150-200 ਚੈਨਲ ਹੋਰ ਇੱਕੋ ਗੱਲ ਲੱਗ ਪਏ ਕਰਨ, ਨਹੀਂ ਜੀ ਇਹ ਆਵਾਜ਼ ਉੱਥੋਂ ਦੀ ਸੀ। ਉਹਨਾਂ ਦੇ ਉੱਤੇ ਕੇਸ ਬਣਾਇਆ ਗਿਆ। ਕਨ੍ਹਈਆ ਕੁਮਾਰ ਨੂੰ ਫੜ ਕੇ ਅਦਾਲਤ ਵਿੱਚ ਲਿਜਾਇਆ ਗਿਆ, ਔਰ ਅਦਾਲਤ ਵਿੱਚ ਪੁਲਿਸ ਲਾਗੇ ਬੈਠੀ ਆ, ਜੱਜ ਲਾਗੇ ਬੈਠਾ, ਤੇ ਜੱਜ ਦੇ ਚੈਂਬਰ 'ਚ ਭਾਜਪਾ ਪੱਖੀ ਵਕੀਲਾਂ ਨੇ ਅੰਦਰ ਉਹਨੂੰ ਪੂਰਾ ਕੁੱਟਿਆ। ਔਰ ਜਦੋਂ ਇਹ ਗੱਲ ਸੁਪਰੀਮ ਕੋਰਟ 'ਚ ਗਈ, ਸੁਪਰੀਮ ਕੋਰਟ ਨੇ 5 ਸੀਨੀਅਰ ਵਕੀਲਾਂ ਦੀ ਟੀਮ ਬਣਾ ਕੇ ਉਸ ਅਦਾਲਤ ਵਿੱਚ ਭੇਜੀ ਕਿ ਜਾ ਕੇ ਵੇਖੋ ਕਨ੍ਹਈਆ ਕੁਮਾਰ ਨਾਲ ਕੀ ਹੋਇਆ। ਇਹ ਸਾਰਾ ਕੁਝ ਨਰਿੰਦਰ ਮੋਦੀ ਸਰਕਾਰ ਦੇ ਵਕਤ ਹੀ ਹੋਇਆ। ਆ ਪਿਛਲੇ ਸਾਲ ਵੀ ਜੋ ਕੁਝ ਹੁੰਦਾ ਰਿਹਾ ਅਸੀਂ ਵੇਖਿਆ। ਇਹੋ ਹੀ ਸਰਕਾਰ ਆ ਜਿਨ੍ਹਾਂ ਦੇ ਇੱਕ ਕੇਂਦਰੀ ਮੰਤਰੀ ਨੇ ਇਹ ਨਾਰਾ ਲਾਇਆ ਸੀ, ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ। ਇਦਾਂ ਅੱਜ ਤੱਕ ਕਦੇ ਇਹਨਾਂ 74 ਸਾਲਾਂ 'ਚ ਨਾਰੇ ਨਹੀਂ ਸਨ ਲੱਗੇ ਜਿਹੜੇ ਇਹਨਾਂ ਨੇ ਨਾਰੇ ਲਾਏ। ਇਹਨਾਂ ਦੀ ਇੱਕ ਸਾਧਵੀ ਨੇ ਦਿੱਲੀ ਦੇ ਵਿੱਚ ਨਾਰਾ ਸਟੇਜ ਤੇ ਤਕਰੀਰ ਕਰਦਿਆਂ ਗੰਦੀ ਗਾਲ ਕੱਢ ਦਿੱਤੀ ਸੀ। ਨਾਲੇ ਉਹ ਔਰਤ, ਨਾਲੇ ਸਾਧਵੀ, ਨਾਲੇ ਪਾਰਲੀਮੈਂਟ ਮੈਂਬਰ, ਨਾਲੇ ਕੇਂਦਰੀ ਮੰਤਰੀ, ਤੇ ਗੰਦੀ ਗਾਲ ਕੱਢ ਦਿੱਤੀ ਤੇ ਪਾਰਲੀਮੈਂਟ 'ਚ 3 ਵਾਰੀ ਮਾਫੀ ਮੰਗਣੀ ਪਈ ਸੀ। ਇਹ ਜਿਹੜੀ ਸਰਕਾਰ ਜਿਸ ਤਰ੍ਹਾਂ ਚੱਲਦੀ ਪਈ ਆ, ਇਹਨਾਂ ਨੇ ਦੇਸ਼ ਧਰੋਹ ਦੇ ਕਾਨੂੰਨ ਦੀ ਵੀ ਦੁਰਵਰਤੋਂ ਮੁੜ-ਮੁੜ ਕੇ ਕੀਤੀ ਹੈ। ਸਾਨੂੰ ਇਸ ਗੱਲ ਤੇ ਤਸੱਲੀ ਪ੍ਰਗਟ ਕਰਨੀ ਚਾਹੀਦੀ ਹੈ ਕਿ ਦੇਸ਼ ਦੀ ਪਾਰਲੀਮੈਂਟ ਨੇ ਇੱਕ ਵਾਰੀ ਫਿਰ ਆਪਣਾ ਫਰਜ਼ ਨਿਭਾਇਆ ਤੇ ਦੇਸ਼ ਦੀ ਸਰਕਾਰ ਨੂੰ ਆਖਿਆ ਕਿ ਤੁਸੀਂ ਗਲਤ ਕਰਦੇ ਪਏ ਆ, ਇਸ ਕਾਨੂੰਨ ਦੀ ਇਸ ਵੇਲੇ ਇਸ ਦੇਸ਼ ਨੂੰ ਲੋੜ ਨਹੀਂਗੀ, ਦੇਸ਼ ਆਜ਼ਾਦ ਹੋ ਚੁੱਕਾ। ਇਸ ਗੱਲ ਨੂੰ ਸਮਝੋ। ਆਜ਼ਾਦ ਦੇਸ਼ ਦੇ ਵਿੱਚ ਆਜ਼ਾਦ ਲੋਕ ਜਿਹੜੇ ਨੇ, ਇਹਨਾਂ ਨੇ ਆਪਣੀਆਂ ਮੰਗਾਂ ਵਾਸਤੇ ਮੁਜ਼ਾਹਰੇ ਵੀ ਕਰਨੇ ਆ, ਧਰਨੇ ਵੀ ਲਾਉਣੇ ਆ, ਸੰਘਰਸ਼ ਵੀ ਕਰਨੇ ਆ। ਜਦੋਂ ਇਹ ਕੁਝ ਕਰਦੇ ਨੇ ਤੇ ਇਹਨਾਂ ਦੇ ਉੱਤੇ ਜੇ ਦੇਸ਼ ਧਰੋਹ ਦੇ ਕਾਨੂੰਨ ਲਾਗੂ ਕੀਤੇ ਜਾਣ ਤੇ ਗਲਤ ਹੈ, ਇਹ ਨਹੀਂ ਹੋਣੇ ਚਾਹੀਦੇ। ਮੈਂ ਸਮਝਦਾ ਸੁਪਰੀਮ ਕੋਰਟ ਨੇ ਬਹੁਤ ਵਧੀਆ ਕੰਮ ਕੀਤਾ। ਬਿਲਕੁਲ ਪੌਂਡਾ ਸਾਹਿਬ, ਤੁਸੀਂ ਆਏ ਤੇ ਆ ਕੇ ਡਿਟੇਲ ਦੇ ਵਿੱਚ ਪੰਜਾਬ ਤੋਂ ਲੈ ਕੇ ਤੇ ਪੂਰੇ ਦੇਸ਼ ਦੀ ਸਿਆਸਤ ਨੂੰ ਸਮਝਾ ਜਾਂਦੇ ਹੋ। ਕਈ ਗੱਲਾਂ ਲੁਕੀਆਂ ਛਿਪੀਆਂ ਵੀ ਹੁੰਦੀਆਂ ਜਿਹੜੀਆਂ ਦੱਸ ਜਾਂਦੇ ਹੋ। ਤੁਹਾਡਾ ਬੜਾ ਧੰਨਵਾਦ ਜੀ। ਮਿਹਰਬਾਨੀ ਜੀ, ਸ਼ੁਕਰੀਆ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਪ੍ਰਾਈਮ ਫੋਕਸ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਅਸੀਂ ਆਸ ਕਰਦੇ ਹਾਂ ਕਿ ਜਿਹੜੀਆਂ ਖਬਰਾਂ ਤੁਹਾਡੇ ਜ਼ਿਹਨ 'ਚ ਹੁੰਦੀਆਂ ਹੋਣਗੀਆਂ, ਉਹਨਾਂ ਦੀ ਡਿਟੇਲ, ਉਹਨਾਂ ਦਾ ਹੋਰ ਸੱਜਾ ਖੱਬਾ ਪਾਸਾ ਵੀ ਤੁਹਾਨੂੰ ਸਮਝ ਆਉਂਦਾ ਹੋਵੇਗਾ। ਬਾਕੀ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਸਾਡੀ ਇਹੀ ਕੋਸ਼ਿਸ਼ ਹੈ ਕਿ ਵੀ ਹਰੇਕ ਖਬਰ ਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਤੁਹਾਡੇ ਤੱਕ ਪਹੁੰਚਦਾ ਕਰ ਦਈਏ। ਆਪਣੀ ਫੀਡਬੈਕ ਸਾਡੇ ਤੱਕ ਪਹੁੰਚਦੀ ਕਰ ਦੇਣਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।